ਸਤਿ ਸ਼੍ਰੀ ਅਕਾਲ। ਤੁਸੀਂ ਦੇਖ ਰਹੇ ਹੋ ਪੰਜਾਬ ਟੂਡੇ। ਪੰਜਾਬ ਦੇ ਵਿੱਚ ਪਿਛਲੇ 6 ਮਹੀਨਿਆਂ ਦੇ ਵਿੱਚ ਨਵੀਂ ਸਰਕਾਰ ਜਦੋਂ ਤੋਂ ਆਈ ਹੈ ਉਦੋਂ ਤੋਂ ਕੀ ਕੰਮ ਹੋ ਰਹੇ ਹੈ ਤੇ ਕਿਹੜੇ ਕੰਮ ਮੁਸ਼ਕਿਲ ਹੋਏ ਆ ਤੇ ਇਹੋ ਜਿਹੀ ਕਿਹੜੀ ਚੀਜ਼ ਹੈ ਜੋ ਅਫਸਰਾਂ ਨੂੰ ਤੇ ਅਹੁਦੇਦਾਰਾਂ ਨੂੰ ਅਸਤੀਫੇ ਦੇਣ ਤੇ ਜਾਂ ਲੰਬੀ ਛੁੱਟੀ ਲੈਣ ਤੇ ਮਜਬੂਰ ਕਰ ਰਹੀ ਹੈ। ਇਹ ਜਾਣਨ ਲਈ ਅਸੀਂ ਅੱਜ ਸਟੂਡੀਓ ਦੇ ਵਿੱਚ ਮੌਜੂਦ ਹਾਂ ਤੇ ਸਾਡੇ ਨਾਲ ਮੌਜੂਦ ਨੇ ਅਲੱਗ-ਅਲੱਗ ਵਿਸ਼ਿਆਂ ਤੇ ਐਕਸਪਰਟ ਤੇ ਅਲੱਗ-ਅਲੱਗ ਪਾਰਟੀਆਂ ਨੂੰ ਜੋ ਰਿਪਰੈਜ਼ੈਂਟ ਕਰਦੇ ਨੇ, ਉਹ ਰਿਪਰੈਜ਼ੈਂਟਰ ਸਪੋਕਸਮੈਨ ਨੇ। ਤੇ ਅੱਜ ਇਸ ਵਿਸ਼ੇ ਤੇ ਚਰਚਾ ਕਰਦੇ ਹਾਂ ਕਿ ਪੰਜਾਬ ਸਰਕਾਰ ਦੀ ਪਿਛਲੇ 6 ਮਹੀਨਿਆਂ ਦੇ ਵਿੱਚ ਕਾਰਗੁਜ਼ਾਰੀ ਕੀ ਰਹੀ ਹੈ। ਸਾਡੇ ਨਾਲ ਪੋਲੀਟੀਕਲ ਐਕਸਪਰਟ ਮੌਜੂਦ ਨੇ ਮੁਹੰਮਦ ਖਾਲਿਦ ਜੀ, ਵੈਲਕਮ ਸਰ। ਬੀਜੇਪੀ ਤੋਂ ਨਾਰੰਗ ਸਾਹਿਬ ਮੌਜੂਦ ਨੇ, ਪਰਮਵੀਰ ਸਿੰਘ ਜੀ ਮੌਜੂਦ ਨੇ, ਸਾਡੇ ਐਡਵੋਕੇਟ ਨੇ ਔਰ ਸ਼੍ਰੋਮਣੀ ਅਕਾਲੀ ਦਲ ਨੂੰ ਰਿਪਰੈਜ਼ੈਂਟ ਕਰਦੇ ਨੇ। ਤੇ ਕਾਂਗਰਸ ਤੋਂ ਸਾਡੇ ਨਾਲ ਨੇ ਸਹਿਜਪਾਲ ਬਰਾੜ ਜੀ। ਤੇ ਮੁਹੰਮਦ ਖਾਲਿਦ ਜੀ ਨਾਲ ਆਪਾਂ ਪਹਿਲਾਂ ਸਵਾਲ ਲੈਂਦੇ ਹਾਂ ਕਿ ਖਾਲਿਦ ਸਾਹਿਬ, ਇਹੋ ਜਿਹਾ ਕੀ ਹੈ ਪਿਛਲੇ 6 ਮਹੀਨਿਆਂ ਦੇ ਵਿੱਚ ਕਿ ਪੰਜਾਬ ਦੇ ਵਿੱਚ ਜਿੰਨੇ ਵੀ ਅਫਸਰ ਨੇ, ਵੱਡੇ ਅਹੁਦੇਦਾਰ ਨੇ, ਛੋਟੇ ਵੀ ਹੋਣਗੇ, ਬਹੁਤ ਗਿਣਤੀ ਹੋਊਗੀ, ਜਿਨ੍ਹਾਂ ਨੇ ਡਿਸਟ੍ਰਿਕਟ ਲੈਵਲ ਤੇ ਜਿਹੜੇ ਕੰਮ ਕਰ ਰਹੇ ਸੀ ਤੇ ਉਹਨਾਂ ਨੂੰ ਵੀ ਕੰਮ ਕਰਨਾ ਔਖਾ ਲੱਗਿਆ ਤੇ ਉਹ ਛੁੱਟੀ ਲੈ ਗਏ ਲੰਬੀ, ਜਾਂ ਰਿਜ਼ਾਈਨ ਕਰ ਗਏ, ਜਾਂ ਉਹਨਾਂ ਨੇ ਆਫਰ ਕੀਤਾ ਰਿਜ਼ਾਈਨ, ਤੇ ਕੀ ਕਾਰਨ ਬਣੇ ਆ ਸਰ? ਦੇਖੋ, ਇਦਾਂ ਹੈਗਾ ਕਿ ਅਮਨਦੀਪ ਜੀ, ਛੋਟੇ ਲੈਵਲ ਤੇ ਜਿਹੜਾ ਆਫਿਸਰ ਕੰਮ ਕਰਦਾ ਉਹਨੂੰ ਕਿਤੇ ਵੀ ਜਾਣ ਦੀ ਕੋਈ ਜਗ੍ਹਾ ਨਹੀਂ ਹੈ। ਉਹਨੇ ਤਾਂ ਪੰਜਾਬ ਦੇ ਵਿੱਚ ਹੀ ਕੰਮ ਕਰਨਾ, ਇੱਕ ਡਿਸਟ੍ਰਿਕਟ ਨਹੀਂ ਦੂਜੇ ਚਲਾ ਜਾਏਗਾ, ਇੱਕ ਤਹਿਸੀਲ ਨਹੀਂ ਦੂਜੇ ਤਹਿਸੀਲ ਚਲਾ ਜਾਏਗਾ। ਲੇਕਿਨ ਦੋ ਤਿੰਨ ਜਿਹੜੀਆਂ ਬੜੀਆਂ ਵਿਜ਼ੀਬਲ ਚੀਜ਼ਾਂ ਸਾਹਮਣੇ ਆ ਰਹੀਆਂ, ਉਹ ਹੈਗਾ ਕਿ ਇੱਕ ਤਾਂ ਡੀਜੀਪੀ ਜਿਹੜੇ ਹੈਗੇ ਆ ਕਈ ਬਦਲੇ ਜਾਣੇ, ਔਰ ਲਾਸਟ ਡੀਜੀਪੀ ਦਾ ਸੈਂਟਰਲ ਗਵਰਨਮੈਂਟ ਦਾ ਡੈਪੂਟੇਸ਼ਨ, ਇਹ ਇੱਕ ਬਹੁਤ ਇੰਪੋਰਟੈਂਟ ਹੈਗਾ। ਕਿ ਇਹਦਾ ਮਤਲਬ ਹੈ ਕਿ ਜਿਹੜੀ ਪੁਲਿਸ ਫੋਰਸ ਹੈ, ਜਾਂ ਤਾਂ ਉਹ ਕੰਮ ਨਹੀਂ ਕਰਨਾ ਚਾਹੁੰਦੀ ਇਸ ਸਰਕਾਰ ਦੇ ਅੰਡਰ, ਜਾਂ ਸਰਕਾਰ ਦਾ ਉਹਦੇ ਨਾਲ ਕੋਈ ਤਾਲਮੇਲ ਬੈਠ ਨਹੀਂ ਰਿਹਾ। ਦੂਸਰਾ ਹੈਗਾ, ਆਪਾਂ ਹੁਣ ਦੇਖਿਆ ਕਿ 4 ਮਹੀਨਿਆਂ ਬਾਅਦ ਸਿੱਧੂ ਸਾਹਿਬ ਦਾ ਅਸਤੀਫਾ, ਔਰ ਇਹ ਅਸਤੀਫਾ ਬੇਸ਼ੱਕ ਉਹਨਾਂ ਨੇ ਕਿਹਾ ਕਿ ਪਰਸਨਲ ਰੀਜ਼ਨਸ ਹੈ, ਲੇਕਿਨ ਪਰਸਨਲ ਰੀਜ਼ਨ ਤਾਂ 3 ਮਹੀਨੇ ਪਹਿਲਾਂ ਵੀ ਹੋ ਸਕਦੇ ਸੀਗੇ, 4 ਮਹੀਨੇ ਪਹਿਲਾਂ, ਜਿਸ ਵੇਲੇ ਤੁਸੀਂ ਐਡੀ ਵੱਡੀ ਪੋਸਟ ਐਕਸੈਪਟ ਕੀਤੀ ਹੈ। ਇਟ ਮੀਨਸ ਕਿ ਓਵਰਆਲ ਅਗਰ ਆਪਾਂ ਐਡਮਿਨਿਸਟ੍ਰੇਸ਼ਨ ਦੇਖੀਏ ਤਾਂ ਅੱਜ ਇਹ ਵੀ ਆਇਆ ਅਖਬਾਰਾਂ ਦੇ ਵਿੱਚ ਕਿ ਕਈ ਸੀਨੀਅਰ ਜਿਹੜੇ ਆਈਏਐਸ ਆਫਿਸਰਸ ਹੈ, ਉਹ ਵੀ, ਔਰ ਆਈਏਐਸ ਆਫਿਸ ਵੀ ਇਸ ਲੈਵਲ ਦੇ ਕਿ ਜਿਹੜੇ ਸਪੈਸ਼ਲ ਚੀਫ ਸੈਕਟਰੀ ਲੈਵਲ ਦੇ ਜਿਹੜੇ ਆਫਿਸਰਸ ਹੈ, ਉਹ ਵੀ ਸੈਂਟਰਲ ਡੈਪੂਟੇਸ਼ਨ ਵਾਸਤੇ 5-6 ਆਫਿਸਰ ਟਰਾਈ ਕਰ ਰਹੇ ਹਨ। ਇਹਦਾ ਮਤਲਬ ਹੈਗਾ ਕਿ ਪੰਜਾਬ ਜਿੱਥੇ ਨੂੰ ਆਈਏਐਸ ਆਈਪੀਐਸ ਆਫਿਸਰ ਡੈਪੂਟੇਸ਼ਨ ਕਰਵਾਉਣ ਵਾਸਤੇ ਭੱਜਦੇ ਹੁੰਦੇ ਸੀਗੇ, ਹੁਣ ਉੱਥੋਂ ਜਾਣ ਵਾਸਤੇ ਭੱਜ ਰਹੇ ਹਨ। ਇਟ ਮੀਨਸ ਕਿ ਜਿਹੜੀ ਪੰਜਾਬ ਦੀ ਇਸ ਵੇਲੇ ਸਰਕਾਰ ਹੈ, ਉਹਦੀ ਸਟੇਬਿਲਿਟੀ ਦੇ ਉੱਪਰ ਵੀ ਇੱਕ ਕੁਐਸਚਨ ਮਾਰਕ ਖੜਾ ਹੁੰਦਾ। ਔਰ ਇਹ ਵੀ ਹੈਗਾ ਕਿ ਜਿਹੜੀ ਅਫਸਰਸ਼ਾਹੀ ਹੈ, ਜਾਂ ਤਾਂ ਉਹ ਇੰਡੀਪੈਂਡੈਂਟਲੀ ਕੰਮ ਨਹੀਂ ਕਰ ਸਕਦੀ, ਜਾਂ ਕੋਈ ਹੋਰ ਕਾਰਨ ਹੈਗੇ ਆ ਕਿ ਵਿਦਿਨ ਦਾ ਗਵਰਨਮੈਂਟ ਅਗਰ ਇਸ ਤਰ੍ਹਾਂ ਦੀ ਸਿਚੁਏਸ਼ਨ ਆਉਂਦੀ ਹੈ, ਉਹਦਾ ਇੰਪੈਕਟ ਜਿਹੜਾ ਹੈਗਾ ਟੋਟਲ ਐਡਮਿਨਿਸਟ੍ਰੇਸ਼ਨ ਦੇ ਉੱਪਰ ਪੈਂਦਾ ਹੈ। ਇਹਦੇ 'ਚ ਕੋਈ ਦੋ ਰਾਏ ਨਹੀਂ ਹਨ ਕਿ ਹਜੇ ਸਰਕਾਰ ਬਿਲਕੁਲ ਨਵੀਂ ਹੈ, 3-4 ਮਹੀਨੇ ਹੋਏ ਆ, ਲੇਕਿਨ 4 ਮਹੀਨੇ ਐਸੇ ਹੁੰਦੇ ਆ ਜਿਹਨੂੰ ਕਹਿੰਦੇ ਆ ਕਿ ਫਸਟ ਇੰਪ੍ਰੈਸ਼ਨ ਇਜ਼ ਦਾ ਲਾਸਟ ਇੰਪ੍ਰੈਸ਼ਨ ਵਾਲੀ ਗੱਲ ਹੁੰਦੀ ਹੈ ਕਿ ਆਉਂਦੇ ਸਾਰ ਤੁਸੀਂ ਐਡਮਿਨਿਸਟ੍ਰੇਸ਼ਨ ਨੂੰ ਇਸ ਤਰੀਕੇ ਦੇ ਨਾਲ ਚਲਾਓ ਕਿ ਲੋਕਾਂ ਨੂੰ ਪਤਾ ਲੱਗੇ ਕਿ ਹਾਂ, ਅਸੀਂ ਜਿਹੜੀ ਬਦਲਾਵ ਵਾਸਤੇ ਵੋਟ ਪਾਈ ਸੀਗੀ ਉਹ ਬਦਲਾਵ ਹੋ ਗਿਆ। ਦੂਸਰੀ ਇਹਦੇ ਵਿੱਚ ਇੱਕ ਚੀਜ਼ ਹੋਰ ਸਾਹਮਣੇ ਜਿਹੜੀ ਆ ਰਹੀ ਹੈ, ਉਹ ਇਹ ਹੈਗੀ ਹੈ ਕਿ ਵਿਦਿਨ ਦਾ ਗਵਰਨਮੈਂਟ ਵੀ ਇੱਦਾਂ ਲੱਗ ਰਿਹਾ ਹੈ ਕਿ ਗਵਰਨਮੈਂਟ ਨੂੰ ਵੀ ਕੰਮ ਕਰਨ ਵਾਸਤੇ ਕਾਫੀ ਜ਼ਿਆਦਾ ਮੁਸ਼ਕਿਲ ਦਾ ਸਾਹਮਣਾ ਕਰਨਾ ਪੈ ਰਿਹਾ। ਜਿਵੇਂ ਕਿ ਇਹ ਕਿਹਾ ਜਾਂਦਾ ਹੈ ਕਿ ਦਿੱਲੀ ਤੋਂ ਕਾਫੀ ਜ਼ਿਆਦਾ ਇੰਟਰਫੇਰੈਂਸ ਹੈ, ਡਿਫਰੈਂਟ, ਚਾਹੇ ਉਹ ਰਾਜ ਸਭਾ ਦੇ ਮੈਂਬਰਸ ਦੇ ਥਰੂ, ਚਾਹੇ ਉਹ ਜਿਹੜੇ ਹੈਗੇ ਐਡਵਾਈਜ਼ਰਸ ਦੇ ਥਰੂ, ਈਵਨ ਜਿਹੜੀ ਨਵੀਂ ਅਪਾਇੰਟਮੈਂਟ ਹੋਈ ਹੈ ਉਹਦਾ ਨੋਟੀਫਿਕੇਸ਼ਨ ਨਾ ਹੋਣਾ। ਕਿਹਾ ਤਾਂ ਇਹ ਜਾਂਦਾ ਹੈ ਕਿ ਗਵਰਨਰ ਸਾਹਿਬ ਆਊਟ ਆਫ ਸਟੇਸ਼ਨ ਹੈ, ਜਦੋਂ ਆਉਣਗੇ ਨੋਟੀਫਿਕੇਸ਼ਨ ਹੋ ਜਾਏਗਾ, ਉਹਦੇ ਵਿੱਚ ਵੀ ਇਹ ਕਿਹਾ ਜਾਂਦਾ ਹੈ ਕਿ ਇੰਪੋਜ਼ ਕੀਤੇ ਜਾ ਰਹੇ ਹਨ। ਦੇਖੋ, ਜਿਸ ਵੇਲੇ ਤੁਸੀਂ ਐਡਵੋਕੇਟ ਜਨਰਲ ਲਗਾਓਗੇ ਤੇ ਨਾਲ ਡਿਪਟੀ ਐਡਵੋਕੇਟ ਜਨਰਲ, ਅਸਿਸਟੈਂਟ ਐਡਵੋਕੇਟ ਜਨਰਲ, ਇੱਕ ਲੰਬਾ ਚੌੜਾ ਆਫਿਸ ਹੁੰਦਾ ਐਡਵੋਕੇਟ ਜਨਰਲ ਦਾ, ਉਹਦੀਆਂ ਅਪੁਆਇੰਟਮੈਂਟਾਂ ਕਿਹਦੇ ਕਹੇ ਤੇ ਹੋਣਗੀਆਂ, ਕਿਆ ਉਹਨਾਂ ਨੂੰ ਇੰਡੀਪੈਂਡੈਂਟ ਚਾਰਜ ਦਿੱਤਾ ਜਾਏਗਾ,
ਇਹ ਸਾਰੀਆਂ ਚੀਜ਼ਾਂ ਫਿਰ ਨਵੇਂ ਜਿਹੜੇ ਐਡਵੋਕੇਟ ਜਨਰਲ ਹੈ ਉਹਨਾਂ ਉੱਪਰ ਕਈ ਤਰ੍ਹਾਂ ਦਾ ਕਿੰਤੂ ਪਰੰਤੂ ਡਿਫਰੈਂਟ ਪਾਸੇ ਤੋਂ ਆਉਣਾ। ਅਗਰ ਇਹਨਾਂ ਨੇ ਵੀ ਸਟੇਬਿਲਿਟੀ ਦੇ ਨਾਲ ਕੰਮ ਨਹੀਂ ਕੀਤਾ ਤੇ ਹੋਰ ਜ਼ਿਆਦਾ ਨੁਕਸਾਨ ਜਿਹੜਾ ਹੈਗਾ ਸਰਕਾਰ ਦਾ ਹੋਏਗਾ। ਤਾਂ ਮੈਨੂੰ ਇਦਾਂ ਲੱਗਦਾ ਹੈ ਅਮਨਦੀਪ ਜੀ ਕਿ ਇਹ ਜਿਹੜੀ ਸਿਚੁਏਸ਼ਨ ਹੈ ਇਹ ਉਸ ਵੇਲੇ ਜਿਸ ਵੇਲੇ ਸਾਡੀ ਇਕਨੋਮਿਕਸ ਹਾਲਤ ਕਾਫੀ ਖਰਾਬ ਹੈ, ਅਗਰ ਪੋਲੀਟੀਕਲ ਹਾਲਤ ਵੀ ਇਸ ਤਰ੍ਹਾਂ ਦੀ ਰਹਿੰਦੀ ਹੈ ਤਾਂ ਸਟੇਟ ਨੂੰ ਹੋਰ ਜ਼ਿਆਦਾ ਨੁਕਸਾਨ ਭੁਗਤਣਾ ਪੈ ਸਕਦਾ। ਮੈਂ ਇਹ ਨਹੀਂ ਕਹਿ ਰਿਹਾ ਕਿ ਇਸ ਤਰ੍ਹਾਂ ਹੋਏਗਾ, ਲੇਕਿਨ ਜਿਸ ਤਰ੍ਹਾਂ ਦੀ ਸਿਚੁਏਸ਼ਨ ਚੱਲ ਰਹੀ ਹੈ ਉਹਦੇ ਵਿੱਚ ਇਸ ਤਰ੍ਹਾਂ ਹੋਣ ਦਾ ਖਦਸ਼ਾ ਜਾਂ ਸੰਭਾਵਨਾ ਜ਼ਿਆਦਾ ਨਜ਼ਰ ਆ ਰਹੀ ਹੈ। ਇਸ ਚੀਜ਼ ਨੂੰ ਨੱਥ ਜ਼ਰੂਰ ਪਾਉਣੀ ਚਾਹੀਦੀ ਹੈ ਸਰਕਾਰ ਨੂੰ। ਜੀ ਸਰ, ਜਿਹੜੇ ਅਫਸਰ ਕਿਸੇ ਵੀ ਇੱਕ ਮਹਿਕਮੇ ਦੇ ਹੋਵੇ, ਗੱਲ ਕਰੀਏ ਤਾਂ ਅਫਸਰ ਜੇ ਲਗਾਤਾਰ ਨਹੀਂ ਰਹਿੰਦੇ ਕਿਸੇ ਵੀ ਸੀਟ ਤੇ ਤਾਂ ਉਹਦਾ ਕਿੰਨਾ ਕੁ ਫਾਈਨੈਂਸ਼ੀਅਲ ਇੰਪਲੀਕੇਸ਼ਨਸ ਕਿੰਨੀਆਂ ਕੁ ਵੱਧਦੀਆਂ ਸਾਡੇ ਲਈ? ਦੇਖੋ ਇਦਾਂ ਹੈ ਕਿ ਅਗਰ ਕੋਈ ਅਫਸਰ ਕਿਸੇ ਜਗ੍ਹਾ ਤੇ ਨਹੀਂ ਰਹਿੰਦਾ ਜਾਂ ਟਿਕਦਾ, ਉਹਦੀ ਫਾਈਨੈਂਸ਼ੀਅਲ ਤਾਂ ਹੈਗਾ ਕਿ ਉਹਨਾਂ ਨੂੰ ਤੁਸੀਂ ਤਨਖਾਹ ਦੇਣੀ ਹੈ, ਲੇਕਿਨ ਸਭ ਤੋਂ ਵੱਡਾ ਜਿਹੜਾ ਨੁਕਸਾਨ ਹੈ ਉਹ ਹੈਗਾ ਐਡਮਿਨਿਸਟ੍ਰੇਟਿਵ ਇਨਸਟੇਬਿਲਿਟੀ। ਸਰਕਾਰਾਂ ਜਿਹੜੀਆਂ ਚੱਲਦੀਆਂ ਹੈਗੀਆਂ ਉਹ ਕਮਿਟਮੈਂਟ ਦੇ ਨਾਲ, ਡੈਡੀਕੇਸ਼ਨ ਦੇ ਨਾਲ ਚੱਲ ਰਹੀਆਂ ਹਨ। ਅਫਸਰਾਂ ਨੇ ਪੋਲੀਟੀਸ਼ੀਅਨਸ ਨਾਲ ਮਿਲ ਕੇ ਸਰਕਾਰ ਚਲਾਉਣੀ। ਪੋਲੀਟੀਸ਼ੀਅਨਸ ਨੇ ਆਪਣੀ ਜਿਹੜੀ ਜਿਹਨੂੰ ਆਪਾਂ ਕਹਿੰਦੇ ਆ ਉਹਨਾਂ ਦੇ ਵਾਅਦੇ ਹੈ ਜਾਂ ਜੋ ਉਹਨਾਂ ਦੇ ਮੈਨੀਫੈਸਟੋ ਹੈ ਜਾਂ ਉਹਨਾਂ ਦੀ ਆਈਡੀਓਲੋਜੀ ਹੈ ਉਹਦੇ ਮੁਤਾਬਕ ਉਹਨਾਂ ਨੇ ਪਾਲਿਸੀ ਮੇਕਿੰਗ ਕਰਨੀ ਹੈ। ਉਹਨਾਂ ਦੀ ਇੰਪਲੀਮੈਂਟੇਸ਼ਨ ਜਿਹੜੀ ਹੈਗੀ ਹੈ ਕਾਨੂੰਨ ਦੇ ਮੁਤਾਬਕ ਕਰਨੀ ਹੈਗੀ ਹੈ ਬਿਊਰੋਕ੍ਰੇਸੀ ਨੇ। ਅਗਰ ਬਿਊਰੋਕ੍ਰੇਸੀ ਇੱਕ ਜਗ੍ਹਾ ਨਹੀਂ ਟਿਕ ਰਹੀ ਤਾਂ ਡੈਫੀਨੇਟਲੀ ਉਹਦਾ ਪ੍ਰਭਾਵ ਸੈਕਟਰੀਏਟ ਤੇ ਪਏਗਾ। ਸੈਕਟਰੀਏਟ ਦਾ ਮਤਲਬ ਹੈਗਾ ਕਿ ਡਾਊਨ ਟੂ ਦਾ ਲਾਸਟ ਗਵਰਨਮੈਂਟ EMPLOYE ਜਿਹੜਾ ਹੈਗਾ ਉਹਦਾ ਪ੍ਰਭਾਵ ਪੈਂਦਾ ਹੈ, ਜਿਹੜਾ ਕਿ ਪੂਰੇ ਮਹਿਕਮੇ ਵਾਸਤੇ ਵੀ ਨੁਕਸਾਨਦੇਹ ਹੈ। ਔਰ ਉਹਦੀ ਫਾਈਨੈਂਸ਼ੀਅਲ ਕਾਸਟ ਜਿਹੜੀ ਹੈਗੀ ਹੈ ਉਹ ਹੈਗੀ ਹੈ ਕਿ ਉਹ ਚੀਜ਼ਾਂ ਜਿਹੜੀਆਂ ਕਿ ਇੰਪਲੀਮੈਂਟ ਕਰਨੀਆਂ ਥੀਆਂ, ਲਾਗੂ ਕਰਨੀਆਂ ਸੀਗੀਆਂ, ਪਾਲਿਸੀ ਮੇਕਿੰਗ ਕਰਨੀ ਥੀ, ਉਹ ਸਾਰਾ ਕੁਝ ਨਹੀਂ ਹੁੰਦਾ। ਤਾਂ ਜਿਵੇਂ ਜਿਵੇਂ ਤੁਸੀਂ ਡਿਲੇ ਕਰੋਗੇ ਉਸੇ ਤਰੀਕੇ ਦੇ ਨਾਲ ਫॉर एग्जांपल ਬਜਟ ਐਲੋਕੇਸ਼ਨਸ ਹੈ, ਉਹਨਾਂ ਦੀ ਇੰਪਲੀਮੈਂਟੇਸ਼ਨ ਹੈ, ਉਹ ਸਾਰਾ ਕੁਝ ਡਿਲੇ ਹੁੰਦਾ ਚਲਾ ਜਾਏਗਾ, ਜਿਹੜਾ ਕਿ ਇਕਨੋਮਿਕ ਹਾਲਤ ਜਿਹੜੀ ਹੈ ਸਟੇਟ ਦੀ ਉਹਦੇ ਵਾਸਤੇ ਵੀ ਠੀਕ ਨਹੀਂ। ਸਰ, ਆਮ ਆਦਮੀ ਪਾਰਟੀ ਤੋਂ ਕੋਈ ਕੈਂਡੀਡੇਟ ਸਾਡੇ ਨਾਲ ਜੁੜਿਆ ਨਹੀਂ ਹੈ, ਕੋਈ ਵੀ ਸਪੋਕਸਪਰਸਨ ਨਹੀਂ ਹੈ ਜਿਨ੍ਹਾਂ ਤੋਂ ਆਪਾਂ ਇਹ ਸਵਾਲ ਪੁੱਛ ਸਕੀਏ ਕਿ ਸਰਕਾਰ ਦਾ ਇਹਦੇ ਤੇ ਕੀ ਕਹਿਣਾ ਹੈ ਕਿ ਕਿਉਂ ਇਹ ਸਭ ਕੁਝ ਹੋ ਰਿਹਾ ਤੇ ਕਿਉਂ ਇਹ ਸਵਾਲ ਚੱਕੇ ਜਾ ਰਹੇ ਆ। ਪਰ ਸਾਡੇ ਨਾਲ ਮੌਜੂਦ ਨੇ ਪਹਿਲੀਆਂ ਸਰਕਾਰਾਂ ਜਿਨ੍ਹਾਂ ਪਾਰਟੀਆਂ ਦੀਆਂ ਰਹੀਆਂ, ਉਹਨਾਂ ਤੋਂ ਪੇਸ਼ੇ ਤੋਂ ਵਕੀਲ ਸ਼੍ਰੋਮਣੀ ਅਕਾਲੀ ਦਲ ਦੇ ਸਪੋਕਸਪਰਸਨ ਪਰਮਵੀਰ ਸਿੰਘ ਜੀ ਨੇ। ਪਰਮਵੀਰ ਜੀ, ਏਜੀ ਦਾ ਅਸਤੀਫਾ ਦੇਣਾ ਤੇ ਨਵੇਂ ਏਜੀ ਦੀ ਚੋਣ ਦੇ ਵਿੱਚ ਇੰਨਾ ਰੌਲਾ ਰੱਪਾ ਹੋਣਾ, ਇਹਦਾ ਕੀ ਕਾਰਨ ਹੈ? ਦੇਖੋ ਅਮਨਦੀਪ ਜੀ, ਸਾਰਿਆਂ ਨਾਲੋਂ ਪਹਿਲਾਂ ਮੈਂ ਤੁਹਾਨੂੰ ਇਹ ਦੱਸ ਦੇਵਾਂ ਵੀ ਜਿਵੇਂ ਅਸੀਂ ਕਹਿ ਦਿੰਦੇ ਆ ਵੀ ਇੱਕ ਡੈਮੋਕ੍ਰੇਸੀ ਦੇ 4 ਪਿਲਰਸ ਹੁੰਦੇ ਆ ਜੀ, ਉੱਦਾਂ ਹੀ ਅਗਰ ਅਸੀਂ ਸਟੇਟ ਨੂੰ ਲੈ ਕੇ ਚੱਲੀਏ ਤਾਂ ਸਟੇਟ ਦੇ ਵਿੱਚ ਮੀਡੀਆ ਇਜ਼ ਆਲਵੇਜ਼ ਦਾ 4th ਪਿਲਰ ਐਂਡ ਜਿਹੜੇ 3 ਪਿਲਰ ਬਾਕੀ ਰਹਿ ਜਾਂਦੇ ਨੇ ਉਹ ਸਾਡੇ ਹੋ ਗਏ ਐਗਜ਼ੈਕਟਿਵ, ਜੁਡੀਸ਼ੀਅਲ ਆਫਿਸਰਸ ਐਂਡ ਸਾਡੇ ਆਪਣੇ ਐਨਫੋਰਸਮੈਂਟ। ਹੁਣ ਤੁਸੀਂ ਪਿਛਲੇ 4 ਮਹੀਨਿਆਂ 'ਚ ਦੇਖੋਗੇ ਵੀ ਸਾਡੇ ਜਿਹੜੇ ਤਿੰਨੋਂ ਇਹਨਾਂ ਦੇ ਹੈੱਡ ਹੈ, ਚਾਹੇ DGP ਦੀ ਪੋਸਟਿੰਗ ਦਾ ਹੋ ਜਾਵੇ, ਚਾਹੇ AG ਆਫਿਸ ਦਾ ਰੀਸੈਂਟਲੀ ਹੋ ਜਾਵੇ, ਤਾਂ ਉਸ ਤੋਂ ਪਹਿਲਾਂ ਚੀਫ ਸੈਕਟਰੀ ਦਾ ਹੋ ਜਾਵੇ, ਤਾਂ ਕਿਤੇ ਨਾ ਕਿਤੇ ਜੋ ਪਹਿਲੇ ਦਿਨ ਤੋਂ ਅਸੀਂ ਸ਼੍ਰੋਮਣੀ ਅਕਾਲੀ ਦਲ ਕਹਿ ਰਹੇ ਸੀ ਵੀ ਇਹ ਜਿਹੜੀ ਗਵਰਨਮੈਂਟ ਹੈ ਇਹ ਸਟ੍ਰੇਟ ਫਾਰਵਰਡਲੀ ਇਹਨੂੰ ਕੇਜਰੀਵਾਲ ਸਾਹਿਬ ਨੇ ਇਹਨੂੰ ਚਲਾਉਣਾ ਹੈ, ਪੰਜਾਬ ਦਾ ਇਹਦੇ ਵਿੱਚ ਕੋਈ ਹੱਕ ਹਕੂਕ ਨਹੀਂ ਰਹਿਣਾ, ਉਹ ਗੱਲ ਅੱਜ ਸਾਬਤ ਹੋ ਰਹੀ ਹੈ। ਹਰ ਦਿਨ ਦੇ ਵਿੱਚ ਇੱਕ ਨਵੀਂ ਚੀਜ਼ ਸਾਹਮਣੇ ਆ ਰਹੀ ਹੈ ਜਿਹਦੇ ਵਿੱਚ ਇਹ ਪਤਾ ਲੱਗ ਰਿਹਾ ਵੀ ਜਿਹੜੇ ਸਾਡੇ ਮੁੱਖ ਮੰਤਰੀ ਨੇ ਉਹਨਾਂ ਦਾ ਉਹ ਪਾਵਰਲੈਸ ਮੁੱਖ ਮੰਤਰੀ ਨੇ। ਮੈਂ ਛੋਟਾ ਜਿਹਾ ਐਗਜ਼ਾਮਪਲ ਤੁਹਾਨੂੰ ਦੇ ਦਿੰਦਾ ਵੀ ਇੱਕ ਅਗਰ ਅਸੀਂ ਬੱਸ ਨੂੰ ਵੀ ਸਾਡੇ ਮੁੱਖ ਮੰਤਰੀ ਨੇ ਫਲੈਗ ਆਫ ਕਰਨਾ ਹੈ ਨਾ PRTC ਦੀ, ਤੇ ਉਹ ਵੀ ਕੇਜਰੀਵਾਲ ਸਾਹਿਬ ਨੂੰ ਦਿੱਲੀ ਤੋਂ ਆਉਣਾ ਪੈਂਦਾ ਤਾਂ ਉਹਨਾਂ ਦੀ ਹਿੰਮਤ ਹੁੰਦੀ ਹੈ ਵੀ ਉਸ ਬੱਸ ਨੂੰ ਫਲੈਗ ਆਫ ਕਰ ਸਕਣ ਤਾਂ ਕਿ ਨਵੀਂ ਯੋਜਨਾ ਕੋਈ ਪੰਜਾਬ 'ਚ ਸ਼ੁਰੂ ਹੋ ਜਾਵੇ। ਹੁਣ ਤੁਸੀਂ ਗੱਲ ਕੀਤੀ ਹੈ ਜੋ ਅੱਜ ਦਾ ਮੁੱਦਾ ਹੈ ਉਹ ਹੈ AG ਆਫਿਸ ਦੇ ਵਿੱਚ ਐਡਵੋਕੇਟ ਜਨਰਲ ਦੀ ਅਪਾਇੰਟਮੈਂਟ ਦਾ। ਅਗਰ ਤੁਸੀਂ ਕੱਲ ਉਹਨਾਂ ਦੇ ਜਿਹੜੇ ਸਾਡੇ ਪੁਰਾਣੇ ਇਹਨਾਂ ਦੇ ਸਰਕਾਰ ਦੇ ਫਾਰਮਰ AG ਨੇ ਅਮੋਲ ਰਤਨ ਸਿੱਧੂ ਜੀ, ਤਾਂ ਤੁਸੀਂ ਉਹਨਾਂ ਦੀ ਬਾਈਟ ਸੁਣੀ ਹੋਣੀ ਹੈ, ਤਾਂ ਉਹਨਾਂ ਨੇ ਕਿਹਾ ਹੋਣਾ ਵੀ ਇੱਕ ਟੀਮ ਫਾਰਮ ਕੀਤੀ ਗਈ ਜਿਹਦੇ 'ਚ ਕੇਜਰੀਵਾਲ ਸਾਹਿਬ, ਰਾਘਵ ਚੱਡਾ ਜੀ ਤੇ ਨਾਲ ਸਾਡੇ ਮੁੱਖ ਮੰਤਰੀ ਸੀ, ਤੇ ਜੋ ਡਾਇਰੈਕਸ਼ਨ ਦਿੰਦੇ ਸੀ ਅਸੀਂ ਉਸ ਹਿਸਾਬ ਨਾਲ ਕੰਮ ਕਰ ਰਹੇ ਸੀ। ਤਾਂ ਇਹਦੇ ਵਿੱਚ ਇੱਕ ਡਾਇਰੈਕਟਲੀ ਇੰਟਰਫੇਰੈਂਸ ਇਹ ਆ ਗਿਆ ਵੀ ਰਾਘਵ ਚੱਡਾ ਔਰ ਕੇਜਰੀਵਾਲ ਹਰੇਕ ਮਸਲੇ ਦੇ ਵਿੱਚ ਹੈੱਡ ਹੁੰਦੇ ਨੇ,
ਤੁਸੀਂ ਇਹ ਵੀ ਦੇਖਿਆ ਹੋਣਾ ਵੀ ਕੱਲ ਜਦੋਂ ਮੁੱਖ ਮੰਤਰੀ ਸਾਹਿਬ ਤੋਂ ਪੁੱਛਿਆ ਗਿਆ ਵੀ ਨਵੇਂ ਏਜੀ ਅਪਾਇੰਟ ਹੋ ਰਹੇ ਆ ਤਾਂ ਉਹਨਾਂ ਨੂੰ ਸ਼ਾਇਦ ਨਾਮ ਵੀ ਨਹੀਂ ਪਤਾ ਸੀ, ਉਹ ਨਾਮ ਵੀ ਨਹੀਂ ਦੱਸ ਸਕੇ ਨਵੇਂ ਏਜੀ ਸਾਹਿਬ ਦਾ, ਵਿਪਿਨ ਕਈ ਜੀ ਦਾ। ਤੇ ਉਸ ਤੋਂ ਬਾਅਦ ਜਦੋਂ ਵਿਪਿਨ ਕਈ ਜੀ ਸਾਡੇ ਸੀਨੀਅਰ ਐਡਵੋਕੇਟ ਨੇ ਹਾਈ ਕੋਰਟ ਦੇ, ਜਦੋਂ ਉਹ ਆਏ ਤਾਂ ਉਹਨਾਂ ਨੇ ਸਾਰਿਆਂ ਨਾਲੋਂ ਪਹਿਲਾਂ ਥੈਂਕਸ ਕੇਜਰੀਵਾਲ ਦਾ ਕੀਤਾ ਵੀ ਕੇਜਰੀਵਾਲ ਸਾਹਿਬ ਦਾ ਮੈਂ ਧੰਨਵਾਦ ਕਰਦਾ। ਸੋ ਕਿਤੇ ਨਾ ਕਿਤੇ ਇਹ ਜਿਹੜੀਆਂ ਗੱਲਾਂ, ਇਹ ਜਿਹੜੇ ਸ਼ਬਦ ਹੈ, ਇਹ ਕਲੀਅਰਲੀ ਇੱਕ ਪਿਕਚਰ ਕਲੀਅਰ ਕਰ ਰਹੇ ਹੈ ਵੀ ਜਿਹੜਾ ਹੈਡ ਆਫ ਦਾ ਸਟੇਟ ਜਿਹੜਾ ਲੋਕਾਂ ਨੇ ਆਪਣੇ ਵੱਲੋਂ ਚੁਣਿਆ ਸੀ ਭਗਵੰਤ ਮਾਨ ਜੀ ਨੂੰ, ਬਟ ਉਹ ਅਸਲੀਅਤ ਦੇ ਵਿੱਚ ਨਹੀਂ, ਜਿਹੜਾ ਰੀਅਲ ਹੈਡ ਆਫ ਦਾ ਸਟੇਟ ਜਿਹੜਾ ਕੰਮ ਕਰ ਰਿਹਾ ਉਹ ਅਰਵਿੰਦ ਕੇਜਰੀਵਾਲ ਹੈ। ਉਹਦੀ ਐਨਫੋਰਸਮੈਂਟ ਜਿਹੜੀ ਉਹਨਾਂ ਦੇ ਜੋ ਕੇਜਰੀਵਾਲ ਸਾਹਿਬ ਕਹਿੰਦੇ ਉਹਦੀ ਐਨਫੋਰਸਮੈਂਟ ਕਰਨ ਲਈ ਜਿਹੜੀ ਇੱਕ ਐਡਵਾਈਜ਼ਰੀ ਕਮੇਟੀ ਬਣਾਈ ਗਈ ਜਿਹਦੇ ਨਾਲ ਕਿ ਸੀਐਮ ਨੂੰ ਓਵਰਪਾਵਰ ਕੀਤਾ ਗਿਆ, ਉਹਦੇ ਹੈਡ ਹੈ ਰਾਘਵ ਚੱਡਾ ਜੀ। ਤੁਸੀਂ ਇਹ ਵੀ ਦੇਖਿਆ ਹੋਣਾ ਵੀ ਜਦੋਂ ਸੀਐਮ ਦੀ ਨਵੀਂ ਪੋਸਟਿੰਗ ਦਾ ਰੌਲਾ ਪਿਆ ਤਾਂ ਸਾਡੇ ਸੀਐਮ ਸਾਹਿਬ ਦਿੱਲੀ ਜਾ ਕੇ ਬੈਠ ਕੇ ਕੇਜਰੀਵਾਲ ਸਾਹਿਬ ਤੋਂ ਪੁੱਛਣ, ਤਾਂ ਇਹ ਚੀਜ਼ਾਂ ਬਿਲਕੁਲ ਹੁਣ ਜੱਗ ਜ਼ਾਹਿਰ ਹੋ ਗਈ ਹੈ ਵੀ ਅਸੀਂ ਇਹ ਇਲਜ਼ਾਮ ਨਹੀਂ ਲਾ ਰਹੇ, ਇਹ ਜੱਗ ਜ਼ਾਹਿਰ ਹੋ ਗਿਆ ਵੀ ਜਿਹੜੀ ਪੰਜਾਬ ਦੀ ਸਰਕਾਰ ਆ ਉਹ ਅਰਵਿੰਦ ਕੇਜਰੀਵਾਲ ਚਲਾ ਰਿਹਾ ਤੇ ਉਹਦਾ ਐਨਫੋਰਸਮੈਂਟ ਜਿਹੜੀ ਉਹਨੇ ਆਪਣੀ ਬਿਠਾਈ ਆ ਉਹ ਇਦਾਂ ਸ਼ੇਪ ਆਫ ਰਾਘਵ ਚੱਡਾ ਪੰਜਾਬ 'ਚ ਬਿਠਾ ਦਿੱਤੀ ਹੈ। ਚਲੋ ਬਾਕੀ ਇਹ ਇਹਨਾਂ ਦਾ ਅੰਦਰੂਨੀ ਮਾਮਲਾ ਵੀ ਇਹਨਾਂ ਨੇ ਐਡਵੋਕੇਟ ਜਨਰਲ ਕਿਹਨੂੰ ਲਾਣਾ ਹੈ, ਪਰ ਜਿਹੜੇ ਮਸਲਿਆਂ ਦੇ ਉੱਪਰ ਹਾਹਾਕਾਰ ਪਾ ਕੇ ਜਾਂ ਦੂਸ਼ਣਬਾਜ਼ੀ ਕਰਕੇ ਸਰਕਾਰ ਬਣੀ ਸੀ, ਚਾਹੇ ਸਾਡੇ ਧਾਰਮਿਕ ਗ੍ਰੰਥਾਂ ਦੇ ਨਾਲ ਜੁੜੇ ਬੇਦਬੀ ਦੇ ਮਸਲੇ ਨੇ, ਚਾਹੇ ਜੋ ਗੈਂਗਸਟਰ ਦਾ ਕਲਚਰ ਵੱਧ ਰਿਹਾ ਪੰਜਾਬ ਦੇ ਵਿੱਚ, ਜਾਂ ਕੋਈ ਹੋਰ ਕੇਸਿਸ ਨੇ, ਤਾਂ ਉਹ ਕੇਸਿਸ ਦੇ ਵਿੱਚ ਜੋ ਮੈਨੂੰ ਲੱਗਦਾ ਵੀ ਜਿਹੜਾ ਐਡਵੋਕੇਟ ਇੱਕ ਵਾਰੀ ਇੱਕ ਪੱਖ ਲਈ ਪੇਸ਼ ਹੋ ਚੁੱਕਿਆ ਤੇ ਹੁਣ ਸਰਕਾਰ ਦੇ ਉਲਟ ਪੇਸ਼ ਹੋ ਚੁੱਕਿਆ ਤੇ ਉਹ ਉਹੀ ਜਾ ਕੇ ਹੁਣ ਦੂਜੇ ਪਾਸਿਓਂ ਕੀ ਦਲੀਲਾਂ ਦੇਣਗੇ। ਤਾਂ ਕਿਤੇ ਨਾ ਕਿਤੇ ਚਲੋ ਸਰਕਾਰ ਨੂੰ ਇਹ ਸੋਚਣਾ ਵੀ ਚਾਹੀਦਾ। ਅਸੀਂ ਇਹ ਨਹੀਂ ਕਹਿੰਦੇ, ਵਿਪਿਨ ਕਈ ਜੀ ਬੜੇ ਸੀਨੀਅਰ ਐਡਵੋਕੇਟ ਹੈ, ਸ਼ਾਇਦ ਸਾਡੀ ਉਨੀ ਉਮਰ ਵੀ ਨਾ ਹੋਵੇ ਜਿੰਨਾ ਦਾ ਉਹਨਾਂ ਦਾ ਐਕਸਪੀਰੀਅੰਸ ਹੋਵੇ, ਬੜੇ ਅੱਛੇ ਐਡਵੋਕੇਟ ਨੇ, ਬਟ ਇਹ ਸਾਰੀਆਂ ਚੀਜ਼ਾਂ ਕਿਤੇ ਨਾ ਕਿਤੇ ਦਰਸਾ ਰਹੀਆਂ ਹੈ ਵੀ ਲੋਕ ਜਿਹੜੇ ਅਫਸਰ ਨੇ, ਅਫਸਰ ਬਿਊਰੋਕ੍ਰੇਸੀ, ਔਰ ਹੁਣ ਕਿਤੇ ਨਾ ਕਿਤੇ ਜਿਹੜੇ ਸਾਡੇ ਸੀਨੀਅਰ ਐਡਵੋਕੇਟ ਜਿਹੜੇ ਚੁਣੇ ਗਏ 3 ਮਹੀਨੇ ਪਹਿਲਾਂ, ਉਹ ਘੁਟਨ ਮਹਿਸੂਸ ਕਰ ਰਹੇ ਸੀ ਕਿਉਂਕਿ ਉਹਨਾਂ ਨੂੰ ਕਿਤੇ ਨਾ ਕਿਤੇ ਲੱਗ ਰਿਹਾ ਸੀ ਵੀ ਸ਼ਾਇਦ ਪੰਜਾਬ ਦੇ ਹਿੱਤਾਂ ਦੇ ਨਾਲ ਕੰਪਰੋਮਾਈਜ਼ ਹੋ ਰਿਹਾ ਔਰ ਦਿੱਲੀ ਦੀ ਸੋਚ ਪੰਜਾਬ ਨੂੰ ਓਵਰਪਾਵਰ ਕਰਨ ਲਈ ਦਿੱਲੀ ਦੀ ਸੋਚ ਉਹਨਾਂ ਤੇ ਸੋਚੀ ਜਾ ਰਹੀ ਹੈ। ਤਾਂ ਇਸ ਘੁਟਨ ਤੋਂ ਦੂਰ ਹੋਣ ਲਈ ਉਹਨਾਂ ਨੇ ਸ਼ਾਇਦ ਇਹ ਜਿਹੜਾ ਰਾਹ ਚੁਣਿਆ ਵੀ ਅਸਤੀਫਾ ਦੇਤਾ ਜਾਂ ਆਪਣੀ ਡੈਪੂਟੇਸ਼ਨ ਲਈ ਅਪੀਲ ਕਰ ਰਹੇ ਆ। ਜਿਵੇਂ ਸਾਡੇ ਪੋਲੀਟੀਕਲ ਐਕਸਪਰਟ ਖਾਲਿਦ ਜੀ ਨੇ ਪਹਿਲਾਂ ਦੱਸਿਆ ਵੀ ਕਈ ਸੀਨੀਅਰ ਆਈਏਐਸ ਆਫੀਸਰਸ ਬਿਊਰੋਕ੍ਰੇਸੀ ਦੇ ਵੀ ਇਹ ਵੀ ਅਪਰੋਚ ਕਰ ਰਹੇ। ਇਹਨਾਂ ਦੀ ਗੱਲ ਬਿਲਕੁਲ ਸਹੀ ਹੈ ਵੀ ਪਹਿਲਾਂ ਆਈਏਐਸ ਅਫਸਰਾਂ ਦੇ ਵਿੱਚ ਪੂਰਾ ਜ਼ੋਰ ਲੱਗਿਆ ਹੁੰਦਾ ਸੀ ਵੀ ਅਸੀਂ ਪੰਜਾਬ 'ਚ ਪੋਸਟਿੰਗ ਕਰਾਈਏ, ਹੁਣ ਉਹਨਾਂ ਦਾ ਦੁੱਗਣਾ ਜ਼ੋਰ ਲੱਗਿਆ ਹੋਇਆ ਵੀ ਅਸੀਂ ਡੈਪੂਟੇਸ਼ਨ ਤੇ ਚੱਲ ਜਾਈਏ, ਕਿਉਂਕਿ ਜੋ ਉਹਨਾਂ ਤੋਂ ਕੰਮ ਕਰਨ ਲਈ ਕਿਤੇ ਨਾ ਕਿਤੇ ਕਹੇ ਜਾ ਰਹੇ ਨੇ ਉਹ ਮੈਨੂੰ ਲੱਗਦਾ ਜਾਂ ਤਾਂ ਉਹ ਪੰਜਾਬ ਵਿਰੋਧੀ ਨੇ, ਪਬਲਿਕ ਵਿਰੋਧੀ ਨੇ, ਤੇ ਇਸੇ ਕਰਕੇ ਹਰੇਕ ਅਫਸਰ ਉਸ ਚੀਜ਼ ਤੋਂ ਕੰਨੀ ਆਪਣਾ ਪਾਸੇ ਹੋ ਰਿਹਾ ਤਾਂ ਉਹ ਨਹੀਂ ਚਾਹੁੰਦਾ ਵੀ ਉਹਦੀ ਇਹਦੇ 'ਚ ਇਨਵੋਲਵਮੈਂਟ ਹੋਵੇ। ਇਸ ਕਰਕੇ ਉਹ ਜਾਂ ਤਾਂ ਡੈਪੂਟੇਸ਼ਨ ਦਾ ਰਾਹ ਚੁਣ ਰਹੇ ਨੇ ਤੇ ਜਾਂ ਕੋਈ ਪਰਸਨਲ ਰੀਜ਼ਨ ਦੱਸ ਕੇ ਆਪਣੇ ਅਹੁਦੇ ਨੂੰ ਛੱਡ ਰਹੇ ਨੇ। ਪਰ ਪਰਮਵੀਰ ਜੀ, ਗੱਲਾਂ ਇਹ ਵੀ ਹੋ ਰਹੀਆਂ ਕਿ ਪਹਿਲਾਂ ਦੀਆਂ ਸਰਕਾਰਾਂ ਜਿੰਨੀਆਂ ਵੀ ਸੀ ਉਹਨਾਂ ਸਰਕਾਰਾਂ ਦੇ ਵਿੱਚ ਜਿਹੜੇ ਬਿਊਰੋਕਰੈਟ ਸੀਗੇ ਉਹਨਾਂ ਲਈ ਕਰਪਸ਼ਨ ਕਰਨੀ ਸੌਖੀ ਹੁੰਦੀ ਸੀ, ਤੇ ਹੋ ਸਕਦਾ ਵੀ ਇਹ ਸਰਕਾਰ ਨੇ ਸਖਤੀ ਕੀਤੀ ਹੈ ਤਾਂ ਉਹ ਸਖਤੀ ਦੇ ਵਿੱਚ ਉਹ ਕਰਪਸ਼ਨ ਔਖੀ ਹੋ ਗਈ, ਤੇ ਉਸ ਡਰੋਂ, ਆਪਣੇ ਪੁਰਾਣੇ ਭੇਤ ਖੁੱਲਣ ਦੇ ਡਰੋਂ ਵੀ ਇਹ ਅਫਸਰ ਜਾ ਰਹੇ ਹੈ ਤੇ ਪੁਰਾਣੀਆਂ ਸਰਕਾਰਾਂ ਤੇ ਸਵਾਲ ਚੱਕੇ ਜਾ ਰਹੇ ਆ। ਸਵਾਲ ਉਹ ਚੱਕਦੇ ਆ ਜੋ ਆਮ ਆਦਮੀ ਪਾਰਟੀ ਦੇ ਸਮਰਥਕ ਨੇ। ਦੇਖੋ ਜੀ, ਹੁਣ ਅਗਰ ਅਸੀਂ ਕਰਪਸ਼ਨ ਦੀ ਗੱਲ ਕਰੀਏ, ਸਰਕਾਰ ਕਿਹਦੀ ਹੈ? ਸਰਕਾਰ ਹੈ ਆਮ ਆਦਮੀ ਪਾਰਟੀ ਜੀ। ਅਗਰ ਕੋਈ ਕਰਪਸ਼ਨ ਦੇ, ਦੇਖੋ ਆਮ ਆਦਮੀ ਪਾਰਟੀ ਹਰੇਕ ਡਿਬੇਟ ਤੋਂ ਭੱਜਦੀ ਹੈ ਕਿਉਂਕਿ ਉਹਨਾਂ ਕੋਲ ਬੜਾ ਸੌਖਾ ਜਿਹਾ ਤਰੀਕਾ ਹੈ ਵੀ ਦੂਸ਼ਣਬਾਜ਼ੀ, ਦੂਜੀਆਂ ਪਾਰਟੀਆਂ ਨੂੰ ਬਦਨਾਮ ਕਰੋ, ਆਪਾਂ ਆਪ ਕੁਝ ਨਹੀਂ ਕਰਨਾ। ਜੇ ਕਰਪਸ਼ਨ ਕਿਸੇ ਪਾਰਟੀ ABC ਕਿਸੇ ਪਾਰਟੀ ਦੇ ਵੀ ਲੀਡਰ ਨੇ ਕੀਤੀ ਹੈ, ਪਰਮਿਸ਼ਨ ਆਪੋਜੀਸ਼ਨ ਨੇ ਤਾਂ ਨਹੀਂ ਦੇਣੀ, ਕਾਰਵਾਈ ਆਪੋਜੀਸ਼ਨ ਦੇ ਕਹਿਣ ਤੇ ਤਾਂ ਨਹੀਂ ਕਰਨੀ। ਸਰਕਾਰ ਇਹਨਾਂ ਦੀ ਹੈ, ਪੁਲਿਸ ਇਹਨਾਂ ਦੀ ਹੈ, ਵਿਜੀਲੈਂਸ ਇਹਨਾਂ ਦੀ ਹੈ, ਕਰੋ ਕਾਰਵਾਈ, ਸਬੂਤ ਤਾਂ ਲੈ ਕੇ ਆਓ। ਦੇਖੋ ਜਦੋਂ ਕਾਰਵਾਈ ਦੀ ਗੱਲ ਹੁੰਦੀ ਹੈ, ਹੁਣ ਛੋਟਾ ਜਿਹਾ ਮੈਂ ਤੁਹਾਡੇ ਕੋਲ 2 ਮਿੰਟ ਐਕਸਟਰਾ ਲਵਾਂਗਾ। ਦੇਖੋ ਸੀਐਮ ਸਾਹਿਬ ਨੇ ਇੱਕ ਵੀਡੀਓ ਪ੍ਰੈਸ ਕਾਨਫਰੰਸ ਕੀਤੀ ਵੀ ਸਾਡਾ ਜਿਹੜਾ ਇੱਕ ਮੰਤਰੀ ਹੈ, ਮੇਰੇ ਕੋਲ ਉਹਦਾ ਸਬੂਤ ਹੈ ਵੀ ਉਹਨੇ ਕਰਪਸ਼ਨ ਕੀਤੀ, ਵਿਜੇ ਸਿੰਗਲਾ ਨੇ, ਔਰ ਉਹਨਾਂ ਨੇ ਬੜੇ ਵਧੀਆ ਤਰੀਕੇ ਨਾਲ ਲੋਕਾਂ ਨੂੰ ਇਹ ਦਿਖਾਇਆ ਵੀ ਮੈਂ ਉਹਨੂੰ ਆਪਣੇ ਦਫ਼ਤਰ ਬੁਲਾਇਆ, ਉਹਨੇ ਆਪਣੀ ਗਲਤੀ ਮੰਨੀ ਤੇ ਉਸ ਤੋਂ ਬਾਅਦ ਮੈਂ ਉਹਨੂੰ ਕੈਬਨਿਟ ਦੇ ਵਿੱਚੋਂ ਬਰਖਾਸਤ ਕਰਤਾ। ਉਹੀ ਵਿਜੇ ਸਿੰਗਲਾ ਦੀ, ਕਿਉਂਕਿ ਮੈਂ ਆਪ ਹਾਈ ਕੋਰਟ ਦਾ ਐਡਵੋਕੇਟ ਹਾਂ, ਮੈਂ ਤੁਹਾਨੂੰ ਆਰਡਰ ਵੀ ਸ਼ੇਅਰ ਕਰ ਦਾਂਗਾ। ਜਦੋਂ ਉਹਦੀ ਹਾਈ ਕੋਰਟ ਦੇ ਵਿੱਚ ਬੇਲ ਲੱਗ ਰਹੀ ਹੈ ਤੇ ਸਰਕਾਰੀ ਵਕੀਲ ਇਹ ਕਹਿ ਰਿਹਾ ਜੀ ਵੀ ਸਾਡੇ ਕੋਲ ਇਹਨਾਂ ਨੇ ਜੋ ਇਨਵੈਸਟੀਗੇਸ਼ਨ ਹੋਣੀ ਸੀ ਕੰਪਲੀਟ ਹੋ ਗਈ, ਸਾਡੇ ਕੋਲ ਇਹਨਾਂ ਦੇ ਖਿਲਾਫ ਹਾਲੇ ਕੋਈ ਐਵੀਡੈਂਸ ਨਹੀਂ ਹੈਗਾ, ਇਸ ਕਰਕੇ ਉਹਨਾਂ ਦੀ ਬੇਲ ਹੋ ਗਈ।
ਤੇ ਉਹੀ ਮੰਤਰੀ ਬਾਹਰ ਜਾ ਕੇ ਕਹਿ ਰਿਹਾ ਜੀ ਵੀ ਮੇਰੇ ਖਿਲਾਫ ਅਗਰ ਕੋਈ ਸਾਬਤ ਕਰ ਦਵੇ ਵੀ ਮੈਂ 1 ਪੈਸਾ ਵੀ ਲਿੱਤਾ ਹੈ ਤਾਂ ਮੈਂ ਰਾਜਨੀਤੀ ਛੱਡ ਦੂੰਗਾ, ਮੈਨੂੰ ਜੋ ਸਜ਼ਾ ਦੋਗੇ ਮਨਜ਼ੂਰ ਹੈ। ਇਹਦਾ ਮਤਲਬ ਜਾਂ ਤਾਂ ਸੀਐਮ ਝੂਠ ਬੋਲ ਰਿਹਾ ਤੇ ਜਾਂ ਉਹਦਾ ਮੰਤਰੀ ਝੂਠ ਬੋਲ ਰਿਹਾ। ਜੀ ਹੁਣ ਕਰਪਸ਼ਨ ਦੀ ਤੁਸੀਂ ਗੱਲ ਕਰੋ, ਇਹਨਾਂ ਨੇ ਹੁਣੇ ਕਿਹਾ ਵੀ ਅਸੀਂ ਮੁਹੱਲਾ ਕਲੀਨਿਕ ਸ਼ੁਰੂ ਕਰਾਂਗੇ। ਦੇਖੋ ਮੁਹੱਲਾ ਕਲੀਨਿਕ ਕਿਹਦੇ ਤੇ ਸ਼ੁਰੂ ਕੀਤੀ ਜਾ ਰਹੀ ਹੈ? ਲੋਕਾਂ ਨੂੰ ਬੇਰੋਜ਼ ਕਰਕੇ ਜਿਹੜੇ ਸੁਵਿਧਾ ਸੈਂਟਰ ਬਣੇ ਹੋਏ ਸੀ, ਇੱਕ ਸੁਵਿਧਾ ਸੈਂਟਰ ਦੇ ਉੱਪਰ 2 ਲੀਟਰ ਪੇਂਟ ਤੇ ਇੱਕ ਬਾਹਰਲੀ ਪੱਟੀ ਦਾ ਰੰਗ ਜਿਹੜਾ ਚੇਂਜ ਕਰਕੇ ਤੇ ਉਹਦੇ ਉੱਪਰ 20 ਲੱਖ ਰੁਪਈਆ, ਜੋ ਆਰਟੀਆਈ ਦੀ ਰਿਪੋਰਟ ਹੈ, ਜੋ ਸਾਰੇ ਮੀਡੀਆ ਤੇ ਚੱਲ ਰਹੀ ਹੈ, ਵੀ ਇੱਕ ਸੁਵਿਧਾ ਸੈਂਟਰ ਤੇ 2 ਲੀਟਰ ਪੈਟਰੋਲ ਤੇ ਕੁਝ ਕੰਮ ਕਰਾ ਕੇ 20 ਲੱਖ ਰੁਪਏ ਦਾ ਖਰਚਾ ਦਿਖਾਇਆ ਜਾ ਰਿਹਾ। ਦੇਖੋ ਇਹ ਤਾਂ ਮੂੰਹ ਬੋਲ ਦੀ ਕਰਪਸ਼ਨ ਹੈ। ਤੇ ਹੁਣ ਸਰਕਾਰ ਇਹਦੇ ਤੇ ਕਿਉਂ ਚੁੱਪ ਬੈਠੀ ਹੈ? ਚਾਹੇ ਸਾਡਾ ਮਾਈਨਿੰਗ ਦਾ ਮਸਲਾ ਹੋ ਜਾਵੇ, ਚਾਹੇ ਸਾਡਾ ਜਿਹੜੀ ਐਕਸਾਈਜ਼ ਪਾਲਿਸੀ ਹੈ ਜਿਹਦੇ ਵਿੱਚ ਦਿੱਲੀ ਤੋਂ ਲਿਆ ਕੇ 2 ਜਿਹੜੇ ਵਪਾਰੀ ਹੈਗੇ ਆ ਉਹਨਾਂ ਨੂੰ, ਪੰਜਾਬ ਦੇ ਜਿਹੜੇ ਵਪਾਰੀ ਸੀ, ਖਤਮ ਕਰਨ ਲਈ ਦਿੱਲੀ ਦੇ ਵਪਾਰੀਆਂ ਨੂੰ ਲਿਆ ਦਿੱਤਾ ਗਿਆ। ਕਿਹੜੀਆਂ ਕਿਹੜੀਆਂ ਗੱਲਾਂ ਅਸੀਂ ਹੁਣ 4 ਮਹੀਨੇ ਚ ਦੱਸੀਏ? ਚਾਹੇ ਐਡਵਰਟੀਜ਼ਮੈਂਟ ਦੀ ਗੱਲ ਹੈ, ਸਾਰਾ ਕੁਝ ਦਿੱਲੀ ਜਾ ਰਿਹਾ ਹੈ। ਚਾਹੇ ਜੋ ਪੰਜਾਬ ਦਾ ਪੈਸਾ ਹੈ, ਹੁਣ ਕੱਲ ਸੁਖਪਾਲ ਖਹਿਰਾ ਜੀ ਤੇ ਹੋਰ ਲੀਡਰਾਂ ਨੇ, ਅਕਾਲੀ ਦਲ ਨੇ ਵੀ ਇੱਕ ਪ੍ਰੈਸ ਕਾਨਫਰੰਸ ਕੀਤੀ ਜਿਹਦੇ ਚ ਦਿਖਾਇਆ ਗਿਆ ਵੀ Z+ ਸਿਕਿਉਰਿਟੀ ਜਿਹੜੀ ਪੰਜਾਬ ਦੀ ਹੈ ਉਹ ਰਾਘਵ ਚੱਡਾ ਤੇ ਕੇਜਰੀਵਾਲ ਜੀ ਨੂੰ ਦੋਨਾਂ ਨੂੰ ਦਿੱਤੀ ਜਾ ਰਹੀ ਹੈ ਤੇ 100 ਕਮਾਂਡੋ ਉਹਨਾਂ ਨੂੰ ਪੰਜਾਬ ਸਰਕਾਰ ਵੱਲੋਂ ਦਿੱਤੇ ਗਏ, ਜਿਹਦਾ ਸਾਰਾ ਖਰਚਾ ਪੰਜਾਬ ਸਰਕਾਰ ਚੱਕ ਰਹੀ ਹੈ। ਦੇਖੋ ਨਾ ਤਾਂ ਅਰਵਿੰਦ ਕੇਜਰੀਵਾਲ ਨੂੰ ਲੋਕਾਂ ਨੇ ਇੱਕ ਵੀ ਵੋਟ ਪਾਈ ਹੈ, ਨਾ ਉਹ ਕਾਉਂਸਲਰ ਨੇ, ਨਾ MLA ਨੇ, ਨਾ MP ਨੇ। ਇਦਾਂ ਹੀ ਰਾਘਵ ਚੱਡਾ ਜੀ ਲੈ ਲਓ। ਜੇ ਇਹਨਾਂ ਨੂੰ ਇੰਨਾ ਹੀ ਹੈਗਾ, ਘੱਟੋ ਘੱਟ ਆ ਕੇ ਪੰਜਾਬ 'ਚ ਇਲੈਕਸ਼ਨ ਲੜਨ ਤਾਂ ਕਿ ਇਹਨਾਂ ਨੂੰ ਪਤਾ ਲੱਗੇ ਵੀ ਪੰਜਾਬ ਦੇ ਲੋਕ ਇਹਨਾਂ ਨੂੰ ਕਿੰਨਾ ਕੁ ਚਾਹੁੰਦੇ ਨੇ। ਪਰ ਹਾਂ, ਪੰਜਾਬ ਦੇ ਪੈਸੇ ਨੂੰ ਉਜਾੜਨ ਦੇ ਵਿੱਚ 4 ਮਹੀਨਿਆਂ ਦੇ ਵਿੱਚ ਜੋ ਕਸਰ ਆਮ ਆਦਮੀ ਪਾਰਟੀ ਨੇ ਕੱਢੀ ਹੈ ਉਹ ਸ਼ਾਇਦ ਕਿਸੇ ਸਰਕਾਰ ਨੇ ਨਾ ਕੀਤੀ ਹੋਵੇ, ਕਿਉਂਕਿ ਜਿਹੜਾ 4 ਮਹੀਨਿਆਂ ਦੇ ਵਿੱਚ 11,000 ਕਰੋੜ ਦਾ ਇਹ ਲੋਨ ਲੈ ਚੁੱਕੇ ਨੇ। ਦੇਖੋ ਪੁਰਾਣੀਆਂ ਸਰਕਾਰਾਂ ਨੇ ਅਗਰ ਲੋਨ ਲਿੱਤਾ ਤੇ ਉਹਨਾਂ ਨੇ ਡਿਵੈਲਪਮੈਂਟ ਵੀ ਕੀਤੀ ਹੈ। ਅਕਾਲੀ ਦਲ ਵੇਲੇ 에ਅਰਪੋਰਟ ਆਏ, ਅਕਾਲੀ ਦਲ ਵੇਲੇ ਸੁਵਿਧਾ ਸੈਂਟਰ ਬਣੇ, 4 ਮਾਰਗੀਆਂ ਸੜਕਾਂ ਬਣੀਆਂ, ਮੈਰੀਟੋਰੀਅਸ ਸਕੂਲ ਬਣੇ, ਵਜ਼ੀਫੇ ਦਿੱਤੇ ਗਏ। ਪਰ ਇਹਨਾਂ ਨੇ ਅੱਜ ਤੱਕ ਇਹ ਹਿਸਾਬ ਨਹੀਂ ਦਿੱਤਾ ਵੀ 11,000 ਕਰੋੜ ਦੇ ਲੈਣ ਤੋਂ ਬਾਅਦ ਇਹਨਾਂ ਨੇ ਇੱਕ ਵੀ ਨਵੀਂ ਇੱਟ ਅੱਜ ਤੱਕ ਪੰਜਾਬ ਦੇ ਵਿੱਚ ਨਹੀਂ ਰੱਖੀ। ਸਾਨੂੰ ਇੱਕ ਵੀ ਸਕੂਲ ਦੱਸ ਦਿੱਤਾ ਜਾਵੇ, ਹਸਪਤਾਲ ਦੱਸ ਦਿੱਤਾ ਜਾਵੇ, ਜਾਂ ਕੋਈ ਵੀ ਮੈਡੀਕਲ ਕਾਲਜ ਦੱਸ ਦਿੱਤਾ ਜਾਵੇ। ਦੇਖੋ ਐਡਵਰਟੀਜ਼ਮੈਂਟ ਤੇ ਪੈਸਾ ਖਰਚਾ ਹੋ ਰਿਹਾ, ਪਰ ਅਸਲ ਦੇ ਵਿੱਚ ਇਹ ਨਿਰਮਾਣ ਨਹੀਂ ਹੋ ਰਿਹਾ। ਤੇ ਸਾਰਿਆਂ ਨਾਲੋਂ ਵੱਡੀ ਕਰਪਸ਼ਨ ਇਹ ਜੇ ਹੈ ਉਹ ਲੋਕਾਂ ਦੇ ਨਾਲ ਹੋ ਰਹੀ ਹੈ, ਲੋਕਾਂ ਨਾਲ ਧੋਖਾ ਹੋ ਰਿਹਾ, ਉਹ ਜੱਗ ਜ਼ਾਹਿਰ ਹੋ ਰਿਹਾ। ਦੇਖੋ ਪਰਮਵੀਰ ਜੀ, ਜੋ ਆਰੋਪ ਤੁਸੀਂ ਲਗਾ ਰਹੇ ਹੋ, ਜਦੋਂ ਤੁਹਾਡੀ ਸਰਕਾਰ ਸੀ ਤੁਹਾਡੇ ਤੇ ਵੀ ਇਹੀ ਆਰੋਪ ਲੱਗਦੇ ਰਹੇ ਆ, ਕਾਂਗਰਸ ਸੀ, ਕਾਂਗਰਸ ਤੇ ਵੀ ਇਹੀ ਆਰੋਪ ਲੱਗਦੇ ਰਹੇ ਆ। ਹਰੇਕ ਮੁੱਖ ਮੰਤਰੀ ਤੇ ਆਰੋਪ ਲੱਗੇ ਕਿ ਇਹਨਾਂ ਨੇ ਪਬਲਿਸਾਈਜ਼ ਜ਼ਿਆਦਾ ਕੀਤਾ ਤੇ ਕੰਮ ਘੱਟ ਕੀਤਾ। ਜ਼ਮੀਨੀ ਪੱਧਰ ਤੇ ਜੋ ਹਕੀਕਤ ਹੈ ਉਹ ਹੋਰ ਹੈ। ਦੇਖੋ ਜ਼ਮੀਨੀ ਪੱਧਰ ਤੇ ਅਗਰ ਤੁਸੀਂ ਦੇਖਣਾ ਹੋਵੇ, ਦੇਖੋ 에ਅਰਪੋਰਟ ਪੰਜਾਬ ਦੇ ਵਿੱਚ ਜ਼ਮੀਨੀ ਪੱਧਰ ਤੇ ਹੈ, ਮੈਰੀਟੋਰੀਅਸ ਸਕੂਲ ਜ਼ਮੀਨੀ ਪੱਧਰ ਤੇ ਹੈ, 4 ਮਾਰਗੀ 6 ਲੇਨ ਸੜਕਾਂ ਜ਼ਮੀਨੀ ਪੱਧਰ ਤੇ ਹੈ। ਸਾਡੇ ਮੈਰੀਟੋਰੀਅਸ ਸਕੂਲ ਤੁਸੀਂ ਦੇਖ ਲਓ, ਸਾਡੇ ਜਿਹੜੇ ਬੱਚੇ ਆਰਮੀ 'ਚ ਜਾਣਾ ਚਾਹੁੰਦੇ ਸੀ ਉਹਨਾਂ ਦਾ ਟ੍ਰੇਨਿੰਗ ਸੈਂਟਰ ਜ਼ਮੀਨੀ ਪੱਧਰ ਤੇ ਹੈ, ਯਾਦਗਾਰਾਂ ਜ਼ਮੀਨੀ ਪੱਧਰ ਤੇ ਨੇ। ਫਿਰ ਸਕੂਲ ਆਫ ਬਿਜ਼ਨਸ ਮੁਹਾਲੀ ਦੇ ਵਿੱਚ ਜ਼ਮੀਨੀ ਪੱਧਰ ਤੇ ਹੈ, IT ਸਿਟੀ ਜ਼ਮੀਨੀ ਪੱਧਰ ਤੇ ਹੈ। ਜੇ ਐਡਵਰਟੀਜ਼ਮੈਂਟ ਜਿਹਦੀ ਕੀਤੀ ਉਹ ਜ਼ਮੀਨੀ ਪੱਧਰ ਤੇ ਹੋਵੇ ਤਾਂ ਸਹੀ ਨਾ। ਅਸੀਂ ਤਾਂ ਇਹ ਕਹਿ ਰਹੇ ਹਾਂ, ਚਲੋ ਅਸੀਂ ਇਹ ਗੱਲ ਕਹਿੰਦੇ ਹਾਂ ਵੀ ਤੁਸੀਂ ਕਹਿ ਰਹੇ ਹੋ ਵੀ ਆਮ ਆਦਮੀ ਪਾਰਟੀ ਇਲਜ਼ਾਮ ਲਾਉਂਦੀ ਹੈ, ਅਸੀਂ ਤਾਂ ਆਪ ਕਹਿ ਰਹੇ ਹਾਂ ਅਗਰ ਇਲਜ਼ਾਮ ਲਾ ਰਹੇ ਹੋ ਤਾਂ ਉਹਨੂੰ ਸਾਬਤ ਕਰੋ। ਸਰਕਾਰ ਤੁਹਾਡੀ ਹੈ ਜੀ, ਇਲਜ਼ਾਮ ਨਾ ਲਗਾਓ, ਉਹਦੀ ਇਨਕੁਆਇਰੀ ਵੀ ਕਰੋ। ਕਿਉਂਕਿ ਉਹਨਾਂ ਨੇ ਹਮੇਸ਼ਾ ਦਾਅਵਾ ਕੀਤਾ ਕਿ ਜੋ ਡਿਵੈਲਪਮੈਂਟ ਹੋਈ ਵੀ ਹੈ ਉਹਦੇ ਵਿੱਚ ਵੀ ਡਿਵੈਲਪਮੈਂਟ ਜਿੰਨੀ ਹੋਣੀ ਚਾਹੀਦੀ ਸੀ ਉਨੀ ਨਹੀਂ ਹੋਈ, ਕਿਉਂਕਿ ਉਹਦੇ ਵਿੱਚ ਵੱਡੀ ਕਰਪਸ਼ਨ ਹੋਈ ਹੈ। ਚਲੋ ਆਪਾਂ ਅਗਲਾ ਸਵਾਲ ਕਾਂਗਰਸ ਤੋਂ ਪੁੱਛਦੇ ਹਾਂ, ਕਿਉਂਕਿ ਉਹਨਾਂ ਦੀ ਵੀ ਪਿਛਲੇ 5 ਸਾਲ ਟਰਮ ਦੇ ਵਿੱਚ ਉਹ ਰਹੇ ਆ। ਚਾਹੇ ਕੈਪਟਨ ਅਮਰਿੰਦਰ ਸਿੰਘ ਨੇ ਲੀਡ ਕੀਤਾ ਹੋਵੇ, ਚਾਹੇ ਚਰਨਜੀਤ ਸਿੰਘ ਚੰਨੀ ਨੇ, ਆਰੋਪ ਕਾਂਗਰਸ ਤੇ ਵੀ ਇਹੀ ਲੱਗੇ ਆ ਤੇ ਅਫਸਰਾਂ ਨੇ ਕਾਂਗਰਸ ਦੇ ਵੇਲੇ ਵੀ ਆਪਣੇ ਅਹੁਦੇ ਛੱਡੇ ਆ। ਜੀ ਬਿਲਕੁਲ ਅਮਨਦੀਪ ਸਿੰਘ ਜੀ ਬਿਲਕੁਲ ਅਮਨਦੀਪ ਸਿੰਘ ਜੀ, ਗੱਲ ਇਹ ਹੈ ਕਿ ਇਸ ਗੱਲ ਤੋਂ ਚਾਹੇ ਮੈਂ ਹੋਵਾਂ ਜਾਂ ਚਾਹੇ ਕੋਈ ਹੋਰ ਵੀ ਪੰਜਾਬ ਦਾ ਜਨਵਾਦੀ ਕੋਈ ਵੀ ਭੈਣ ਭਰਾ ਹੋਵੇ, ਆਪਾਂ ਇਸ ਗੱਲ ਤੋਂ ਨਹੀਂ ਮੁੱਕਰ ਸਕਦੇ ਕਿ ਕਾਂਗਰਸ ਦੇ ਜਿਹੜੇ ਲਾਸਟ 3-4 ਮਹੀਨੇ ਸੀਗੇ ਉਦੋਂ ਅਫਸਰਾਂ ਦੀਆਂ ਜਿਹੜੀਆਂ ਬਦਲੀਆਂ ਹੋਈਆਂ, ਲਗਭਗ 3 ਏਜ ਜਮਾ ਲਾਸਟ ਤੇ ਬਦਲੇ ਗਏ ਸੀ। ਪਰ ਮੇਨ ਗੱਲ ਇਹ ਹੋਈ ਹੈ ਕਿ ਜਦੋਂ ਕੈਪਟਨ ਸਾਹਿਬ ਦੀ ਸਰਕਾਰ ਸੀ ਜਨਾਬ, ਕੈਪਟਨ ਸਾਹਿਬ ਦੇ ਵੇਲੇ ਇਹ ਨਹੀਂ ਹੁੰਦਾ ਸੀ ਕਿ ਅੱਜ ਅਫਸਰ ਸ਼ੁਰੂਆਤੀ ਵੇਲੇ, ਜਿਵੇਂ ਹੁਣ ਭਾਈ ਸਾਹਿਬ ਨੇ ਵੀ ਗੱਲ ਕੀਤੀ ਹੈ ਕਿ ਜਿਹੜਾ ਆਪਣਾ ਇੱਥੇ ਪੰਜਾਬ ਦੇ ਵਿੱਚ ਨਵੇਂ ਰਾਘਵ ਚੱਡਾ ਜੀ ਨੂੰ ਇੱਕ ਡਿਪਟੀ CM ਅਹੁਦਾ ਦੇ ਕੇ ਪ੍ਰੋਪਰ ਇੱਕ ਉਹਨਾਂ ਨੂੰ ਇੱਕ ਡਿਪਟੀ CM ਦੀ ਤਰ੍ਹਾਂ ਜਿਹੜਾ ਇੱਥੇ ਬਿਠਾ ਦਿੱਤਾ ਗਿਆ,
ਉਵੇਂ ਬਿਠਾਇਆ ਬਿਲਕੁਲ ਕਾਂਗਰਸ ਨੇ ਵੀ ਸੀ, ਪਰ ਉਦੋਂ 2 ਮਹੀਨੇ ਪਹਿਲਾਂ ਪ੍ਰਸ਼ਾਂਤ ਕਿਸ਼ੋਰ ਨੂੰ ਪਿਛਲੇ ਇਲੈਕਸ਼ਨਾਂ ਵੇਲੇ ਬਿਠਾਇਆ ਸੀ, ਜਦੋਂ ਇਲੈਕਸ਼ਨਾਂ ਦਾ ਜ਼ੋਰ ਸੀ ਜਾਂ ਹਰੇਕ ਪਾਰਟੀ ਸਟੰਟ ਖੇਡਦੀ ਹੈ ਜਿਵੇਂ ਉਦੋਂ ਕਾਂਗਰਸ ਨੇ ਆਪਦਾ ਕਰਨਾ ਸੀ। ਜਨਾਬ ਅੱਜ ਪੰਜਾਬ ਦੇ ਵਿੱਚ ਆਪਣਾ ਮੁੱਦਾ ਕੀ ਹੈ ਕਿ ਏਜੀ ਨੂੰ ਜਿਹੜਾ ਆ ਕਿਉਂ ਉਹਨਾਂ ਨੇ ਜਿਹੜਾ ਆਪਦੀ ਆਪਣਾ ਜਿਹੜਾ ਅਸਤੀਫਾ ਜਿਹੜਾ ਕਿਉਂ ਦਿੱਤਾ। ਹਾਂ, ਗੱਲ ਇਹ ਹੈ ਕਿ ਜਨਾਬ ਮੈਂ ਨਹੀਂ ਕਹਿੰਦਾ, ਅਕਾਲੀ ਦਲ ਵਾਲੇ ਇਕੱਲੇ ਨਹੀਂ ਕਹਿੰਦੇ, ਸਿਆਸੀ ਮਾਹਰ ਨਹੀਂ ਕਹਿੰਦੇ, ਇਹ ਨਾਰੰਗ ਸਾਹਿਬ ਨਹੀਂ ਕਹਿੰਦੇ, ਸਾਰਾ ਪੰਜਾਬ ਕਹਿ ਰਿਹਾ, ਸਾਰਾ ਪੰਜਾਬ ਇਹ ਗੱਲ ਕਹਿ ਰਿਹਾ ਹੈ ਕਿ ਪੰਜਾਬ ਦੇ ਵਿੱਚ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਘੱਟ ਤੇ ਜਿਹੜੇ ਹੋਰ ਇਹਨਾਂ ਦੇ ਦਿੱਲੀ ਦੇ ਰਾਘਵ ਚੱਡਾ ਜੀ ਹੋਣ, ਕੇਜਰੀਵਾਲ ਸਾਹਿਬ ਹੋਣ, ਸਿਸੋਦੀਆ ਜੀ ਹੋਣ, ਜਨਾਬ ਐਡਾ ਕੁ ਵੱਡਾ ਤੁਸੀਂ ਇੱਕ ਪਿੱਛੇ ਜਾਇਓ, ਪਿਛਲਾ ਵਿਧਾਨ ਸਭਾ ਸੈਸ਼ਨ ਚੈੱਕ ਕਰਿਓ, ਜਦੋਂ ਆਪਣਾ ਬਜਟ ਜਿਹੜਾ ਪਾਸ ਹੋਣਾ ਸੀਗਾ, ਹਰਪਾਲ ਸਿੰਘ ਚੀਮਾ ਜੀ ਨੇ ਪੇਸ਼ ਕਰਨਾ ਸੀ, ਤਾਂ ਉਸ ਦਿਨ ਬਜਟ ਪਾਸ ਕਰਾਉਣ ਲਈ ਵੀ ਮਨੀਸ਼ ਸਿਸੋਦੀਆ ਜੀ ਪੰਜਾਬ ਦੇ ਵਿਧਾਨ ਸਭਾ ਸੈਸ਼ਨ ਦੇ ਵਿੱਚ ਸਭ ਤੋਂ ਅੱਗੇ ਬੈਠੇ ਸੀ। ਜਨਾਬ ਅੱਜ ਤੱਕ ਕਦੇ ਨਹੀਂ ਹੋਇਆ ਸੀ। ਮੈਂ ਆਪਦੀ ਗੱਲ ਦਾ ਜਵਾਬ ਦੇਵਾਂਗਾ ਉਸ ਤੋਂ ਪਹਿਲਾਂ, ਮਹਾਰਾਜਾ ਸਾਹਿਬ ਦੇ ਵੇਲੇ, ਜਿਵੇਂ ਤੁਹਾਡਾ ਇਹ ਸਵਾਲ ਸੀ ਕਿ ਮਹਾਰਾਜਾ ਸਾਹਿਬ ਦੇ ਵੇਲੇ ਵੀ, ਕਾਂਗਰਸ ਗਵਰਨਮੈਂਟ ਦੇ ਵੇਲੇ ਵੀ ਜਿਹੜਾ ਅਫਸਰਾਂ ਦੇ ਤਬਾਦਲੇ ਜਾਂ ਅਸਤੀਫੇ ਜਿਹੜੇ ਆ ਉਹ ਹੁੰਦੇ ਸੀ, ਪਰ ਇਹ ਗੱਲ ਤੁਸੀਂ ਵੀ ਇਸ ਗੱਲ ਤੋਂ ਨਹੀਂ ਮੁੱਕਰ ਸਕਦੇ। ਆਪਣਾ ਅਮਨਦੀਪ ਸਿੰਘ ਜੀ, ਤੁਸੀਂ ਮੈਨੂੰ ਜਵਾਬ ਦੇ ਦਿਓ ਕਿ ਜਦੋਂ ਮਹਾਰਾਜਾ ਸਾਹਿਬ ਦੀ ਸਰਕਾਰ ਸੀ ਜਾਂ ਜਦੋਂ ਕਾਂਗਰਸ ਦੀ ਗਵਰਨਮੈਂਟ ਸੀ ਪੰਜਾਬ ਦੇ ਵਿੱਚ, ਕਿਸੇ ਬੰਦੇ ਦੀ ਇਹ ਹਿੰਮਤ ਨਹੀਂ ਪੈਂਦੀ ਸੀਗੀ। ਅਸਲ ਦੇ ਵਿੱਚ ਰੌਲਾ ਕੈਪਟਨ ਸਾਹਿਬ ਦਾ ਰੌਲਾ ਹੀ ਕੀ ਪਿਆ ਕਾਂਗਰਸ ਨਾਲ? ਰੌਲਾ ਇਹ ਸੀ ਕਿ ਉਹ ਕਿਸੇ ਦੀ ਸੁਣਦੇ ਨਹੀਂ ਸੀ, ਆਪਦੀ ਕਰਦੇ ਸੀ, ਚਾਹੇ ਪਾਣੀਆਂ ਦਾ ਮੁੱਦਾ ਸੀ, ਚਾਹੇ ਕੋਈ ਹੋਰ ਮੁੱਦਾ ਹੁੰਦਾ ਸੀ, ਸਟੈਂਡ ਲੈ ਕੇ ਉਹ ਮੁੱਖ ਮੰਤਰੀ ਨੇ, ਕਿਉਂਕਿ ਮੁੱਖ ਮੰਤਰੀ ਉਦੋਂ ਕਾਂਗਰਸ ਦੇ ਵਿੱਚ ਉਦੋਂ ਸੇਮ ਜਿਵੇਂ ਭਗਵੰਤ ਸਿੰਘ ਮਾਨ ਨੂੰ ਬਣਾਇਆ, ਸੇਮ ਉਵੇਂ ਮੁੱਖ ਮੰਤਰੀ ਬਣਾਇਆ ਸੀਗਾ, ਕੈਪਟਨ ਸਾਹਿਬ ਨੂੰ ਬਣਾਇਆ ਸੀਗਾ। ਤਾਂ ਜਨਾਬ ਬੜੀ ਇੱਕ ਤੁਸੀਂ ਡਿਬੇਟ ਕਰਨ ਦੇ ਵੇਲੇ ਇੱਕ ਗੱਲ ਕਹੀ ਸੀਗੀ ਕਿ ਆਮ ਆਦਮੀ ਪਾਰਟੀ ਦਾ ਆਪਣੇ ਕੋਲੇ ਅੱਜ ਬੁਲਾਰਾ ਨਹੀਂ ਹੈ ਜੀ। ਜਨਾਬ ਪਰਸੋਂ ਮੈਂ ਇਸ ਗੱਲ ਦਾ ਤੁਹਾਨੂੰ ਇੱਕ ਛੋਟਾ ਜਿਹਾ ਜਵਾਬ ਦੇਣਾ ਚਾਹੁੰਦਾ। ਪਰਸੋਂ ਮੈਂ ਜੀ ਨਿਊਜ਼ ਤੇ ਬੈਠਾ ਸੀਗਾ ਤੇ ਮੁੱਦਾ ਸੀਗਾ ਜੀ ਆਪਣਾ ਮੁਹੱਲਾ ਕਲੀਨਿਕ ਜੀ। ਮੁਹੱਲਾ ਕਲੀਨਿਕ ਤੇ ਆਮ ਆਦਮੀ ਪਾਰਟੀ ਦਾ ਡਿਬੇਟਰ ਨਹੀਂ ਬੈਠਾ ਸੀ। ਕੱਲ ਫਿਰ ਪੀਟੀਸੀ ਨਿਊਜ਼ ਤੇ ਕੱਲ ਫਿਰ ਡਿਬੇਟਰ ਨਹੀਂ ਬੈਠਾ ਸੀ। ਗੱਲ ਕੀ ਹੈ ਕਿ ਇਹਨਾਂ ਲੋਕਾਂ ਨੂੰ, ਕਿਉਂਕਿ ਪਹਿਲੀ ਗੱਲ ਤਾਂ ਇਹਨਾਂ ਲੋਕਾਂ ਕੋਲੇ ਜਵਾਬ ਹੀ ਨਹੀਂ ਹੈ। ਆਮ ਲੋਕ, ਸਾਡੇ ਵਰਗੇ ਲੋਕ ਜਾਂ ਜਿਨ੍ਹਾਂ ਬੰਦਿਆਂ ਨੇ ਪਹਿਲਾਂ ਸਰਕਾਰ 'ਚ ਕੰਮ ਕੀਤਾ ਜਾਂ ਜਿਨ੍ਹਾਂ ਨੂੰ ਥੋੜੀ ਬਹੁਤੀ ਨੌਲੇਜ ਆ, ਉਹ ਸਵਾਲ ਪੁੱਛਦੇ ਆ, ਇਹਨਾਂ ਕੋਲੇ ਜਵਾਬ ਹੀ ਨਹੀਂ ਹੈ ਕਿ ਸਾਰਾ ਡਰਾਮਾ ਪਾਰਟੀ। ਮੈਂ ਅੱਜ ਮੁਕਤਸਰ ਸਾਹਿਬ ਮੱਸਿਆ ਤੇ ਗਿਆ ਜਨਾਬ, ਅਮਨਦੀਪ ਸਿੰਘ ਜੀ, ਮੈਂ ਮੁਕਤਸਰ ਸਾਹਿਬ ਐਂਟਰ ਕਰਦਾ, ਕੱਲ ਭਗਵੰਤ ਸਿੰਘ ਮਾਨ ਜੀ ਇੱਥੇ ਆਉਂਦੇ ਆ ਬਠਿੰਡੇ ਦੇ ਕੋਲੇ, ਉਹ ਇੱਕ ਪਰਿਵਾਰ ਦੀ ਜਿਹੜਾ ਫੋਟੋ ਆਪਦੇ ਸੋਸ਼ਲ ਮੀਡੀਆ ਤੇ ਅਪਲੋਡ ਕਰ ਦਿੰਦੇ ਤੇ ਨਾਲ ਲਿਖ ਦਿੰਦੇ ਆ ਕਿ ਇੱਕ ਫੌਜੀ ਨੂੰ, ਜਿਹੜਾ ਫੌਜੀ ਜਿਨ੍ਹਾਂ ਨੇ ਦੇਸ਼ ਦੇ ਲਈ ਸ਼ਹਾਦਤ ਪਾਈ ਆ, ਉਹਨੂੰ 1 ਕਰੋੜ ਰੁਪਈਆ ਪੰਜਾਬ ਸਰਕਾਰ ਦੇ ਵੱਲੋਂ ਦਿੱਤਾ ਜਾਊਗਾ। ਅੱਜ ਮੈਂ ਮੁਕਤਸਰ ਪਹੁੰਚਿਆ, ਮੁਕਤਸਰ ਦੇ ਬਾਹਰਲੇ ਪਾਸੇ ਜੀ ਨਗਰ ਨਿਗਮ ਦੇ ਵੱਲੋਂ ਜਿਹੜਾ ਉੱਥੇ ਫਲੈਕਸ ਬੋਰਡ ਲੱਗੇ ਪਏ ਆ ਲਗਭਗ 20 ਫੁੱਟ ਬਾਏ 15 ਫੁੱਟ ਦੇ। ਜਨਾਬ ਮੈਂ ਤਾਂ ਇਸ ਗੱਲ ਤੇ ਹੈਰਾਨ ਆ, ਤੁਸੀਂ ਇੱਕ ਫੌਜੀ ਨੂੰ 1 ਕਰੋੜ ਰੁਪਈਆ ਜਿਹੜਾ ਉਹਦਾ ਚੈੱਕ ਜਿਹੜਾ ਆ ਉਹ ਦੇ ਕੇ ਗਏ, ਪਤਾ ਨਹੀਂ ਉਹਨੂੰ ਹਜੇ ਉਹ ਵੀ ਉਹਨੇ ਆਪਦਾ ਚੈੱਕ ਲਾ ਕੇ ਕੋਈ 1 ਕਰੋੜ ਰੁਪਈਆ ਜਿੰਨਾ ਵੀ ਜੋ ਉਹਦੀ ਮਾਇਆ ਰਾਸ਼ੀ ਬਣਦੀ ਹੈ ਹਜੇ ਕਢਾਈ ਆ ਜਾਂ ਨਹੀਂ। ਪਰ ਉਹ ਕੰਮ ਕਰਨ ਤੋਂ ਪਹਿਲਾਂ ਤੁਸੀਂ ਇਹ ਦੇਖੋ, ਬਠਿੰਡੇ ਤੋਂ ਲੈ ਕੇ, ਮੈਂ ਤਾਂ ਹਜੇ ਇੰਨਾ ਕੱਲ ਦਾ ਸਫ਼ਰ ਜਿਹੜਾ ਦੇਖਿਆ ਸੀ, ਬਠਿੰਡੇ ਤੋਂ ਲੈ ਕੇ ਮੁਕਤਸਰ ਤੱਕ ਕੱਲੇ ਰੋਡ ਦੇ ਉੱਤੇ ਫਲੈਕਸ ਲੱਗੇ ਪਏ ਕਿ ਭਗਵੰਤ ਸਿੰਘ ਮਾਨ ਜੀ ਇਹ 1 ਕਰੋੜ ਰੁਪਈਆ ਫੌਜੀ ਨੂੰ ਦੇਣਗੇ। ਜਨਾਬ ਤੁਸੀਂ ਕਾਹਦਾ ਬਦਲਾਅ ਦੇਖ ਰਹੇ ਹੋ? ਜਿਵੇਂ ਭਾਈ ਸਾਹਿਬ ਨੇ ਬੜਾ ਵਧੀਆ ਕਹਿਤਾ ਕਿ ਕਰਪਸ਼ਨ ਸੀ ਜਾਂ ਜੋ ਕੁਝ ਵੀ ਸੀਗਾ, ਇੱਥੇ ਭਾਈ ਸਾਹਿਬ ਤੁਸੀਂ ਬੜਾ ਵਧੀਆ ਪਹਿਲਾਂ ਗੱਲ ਕੀਤੀ ਸੀਗੀ ਕਿ ਹੋ ਸਕਦਾ ਜਿਹੜੇ ਬਿਊਰੋਕਰੇਟਸ ਆ ਇਹ ਆਪਣਾ ਇੱਥੇ ਆਪਦੀ ਜਿਹੜੀ ਨੌਕਰੀ ਉਹ ਕਰਨਾ ਹੀ ਤਾਣਾ ਚਾਹੁੰਦੇ ਹੋਣ। ਉਹ ਜਨਾਬ ਸਭ ਕੁਝ ਉਦੋਂ ਵੱਧ ਚੱਲ ਰਿਹਾ, ਸਭ ਕੁਝ ਉਸ ਤੋਂ ਵੱਧ ਚੱਲ ਰਿਹਾ। ਤੁਸੀਂ ਕੋਰਟ 'ਚ ਵੜੋ, ਤਹਿਸੀਲਦਾਰ ਦੇਖੋ 2000 ਰੁਪਏ ਕਿੱਲਾ ਲਏ ਬਿਨਾ ਜ਼ਿਮੀਂਦਾਰ ਦੀ ਰਜਿਸਟਰੀ ਨਹੀਂ ਕਰਦਾ ਅੱਜ ਵੀ। ਗੱਲ ਕੀ ਆ, ਉਹ ਸਭ ਗੱਫੇ ਉਵੇਂ ਚੱਲ ਰਹੇ। ਉਹ ਤਾਂ ਭਗਵੰਤ ਮਾਨ ਸਾਹਿਬ ਆਪ ਮੰਨ ਗਿਆ ਕਿ ਸਾਡਾ ਮੰਤਰੀ ਜਿਹੜਾ ਅਸੀਂ ਫੜ ਲਿਆ ਉਹ 'ਚੋਂ ਭਗਵੰਤ ਮਾਨ ਸਹੀ ਹੈ ਜਾਂ ਉਹਨਾਂ ਦੇ ਮੰਤਰੀ ਸਹੀ ਹੈ, ਇਹਦਾ ਜਵਾਬ ਜਿਹੜਾ ਕੋਰਟ ਦੇਊਗਾ, ਆਪਾਂ ਨਹੀਂ ਦੇ ਸਕਦੇ। ਪਰ ਗੱਲ ਕੀ ਆ ਜਨਾਬ, ਇਹ ਸਰਕਾਰ ਨੇ ਕੰਮ ਕਰਨ ਤੇ ਘੱਟ ਤੇ ਐਡਵਰਟਾਈਜ਼ਮੈਂਟ ਤੇ ਵੱਧ ਜਿਹੜਾ ਆਪਦਾ ਰੌਲਾ ਪਾਤਾ। ਉਦੋਂ ਬਾਅਦ ਜਿਹੜੇ ਚੰਗੇ ਅਫਸਰ ਆ, ਬੜੇ ਮੈਂ ਸਮਝਦਾ ਕਾਬਲ, ਸਾਡੇ ਅਨਮੋਲ ਰਤਨ ਸਿੰਘ ਜੀ ਸਿੱਧੂ ਸਾਹਿਬ ਸੀਗੇ ਜਿਹੜੇ, ਉਹਨਾਂ ਦੀ ਅਸੀਂ ਪਾਰਟੀਬਾਜ਼ੀ ਨਹੀਂ, ਅਸੀਂ ਵੈਸੇ ਹੀ ਉਹਨਾਂ ਨੂੰ ਦਿਲ ਤੋਂ ਜਿਹੜਾ ਆ ਬੜੀ ਰਿਸਪੈਕਟ ਕਰਦੇ ਆ ਉਹਨਾਂ ਦੇ ਇੱਕ ਕਿਰਦਾਰ ਦੀ। ਪਰ ਗੱਲ ਕੀ ਆ, ਅਜਿਹੇ ਚੰਗੇ ਜਿਹੜੇ ਇਨਸਾਨ ਆ, ਮੈਂ ਉਹਨਾਂ ਤੇ ਕੋਈ ਤੌਹਮਤ ਨਹੀਂ ਲਾਉਂਗਾ, ਅਜਿਹੇ ਜਿਹੜੇ ਚੰਗੇ ਇਨਸਾਨ ਹੈ, ਕਿਸੇ ਦੀ ਬੰਦਸ਼ ਦੇ ਥੱਲੇ ਇਹੀ ਇਹਦਾ ਨਿਰਣਾ ਨਿਕਲਦਾ, ਕਿਸੇ ਦੀ ਬੰਦਸ਼ ਦੇ ਥੱਲੇ ਅਜਿਹੇ ਜਿਹੜੇ ਲੋਕ ਆ ਉਹ ਕੰਮ ਜਿਹੜਾ ਨਹੀਂ ਕਰਨਗੇ। ਤੇ ਨਾ ਹੀ ਉਹਨਾਂ ਨੇ ਕੀਤਾ ਤੇ ਆਪਦਾ ਅਸਤੀਫਾ 19 ਤਰੀਕ ਨੂੰ ਦਿੱਤਾ ਸੀਗਾ। ਪਰਸੋਂ ਤੋਂ ਲੈ ਕੇ ਜਿਹੜਾ ਪਰਸੋਂ ਰੋਜ਼ ਤੋਂ ਲੈ ਕੇ ਅਸਤੀਫਾ ਜਿਹੜਾ ਉਹ ਆਪਣੇ ਅੱਜ ਸਾਹਮਣੇ ਆ, ਸੋਸ਼ਲ ਮੀਡੀਆ ਤੇ ਆ ਚੁੱਕਿਆ ਕਿ ਮੈਂ ਜਿਹੜਾ ਆ ਗਵਰਨਮੈਂਟ ਦੇ ਵਿੱਚ ਜਿਹੜਾ ਕੰਮ ਨਹੀਂ ਕਰੂੰਗਾ ਜੀ। ਬਰਾੜ ਸਾਹਿਬ, ਇਸ ਤਰ੍ਹਾਂ ਦੇ ਬਹੁਤ ਲੋਕ ਨੇ ਪੰਜਾਬ ਦੇ ਵਿੱਚ ਜੋ ਕਾਬਿਲ ਨੇ, ਆਪਣੀ ਕਾਬਲੀਅਤ ਦੇ ਨਾਲ ਪੰਜਾਬ ਨੂੰ ਹੋਰ ਵਧੀਆ ਕਰ ਸਕਦੇ ਨੇ। ਪਰ ਜੇ ਗੱਲ ਕਰੀਏ ਪਿਛਲੇ
ਦਸ਼ਕ ਦੀ ਜਾਂ ਪਿਛਲੇ 2 ਦਸ਼ਕਾਂ ਦੀ, ਤਾਂ ਉਹਨਾਂ ਸਮਿਆਂ ਦੇ ਵਿੱਚ ਵੀ ਇਹ ਬਦਲਾਵ ਹੋ ਸਕਦੇ ਸੀ। ਮਸਲੇ ਕੁੱਲ ਮਿਲਾ ਕੇ ਓਨੇ ਕੀ ਆ, ਮੁੱਦੇ ਓਨੇ ਕੀ ਆ ਪੰਜਾਬ ਦੇ, ਜਿਨ੍ਹਾਂ ਤੇ ਹਰ ਵਾਰ ਇਲੈਕਸ਼ਨ ਲੜੇ ਜਾਂਦੇ ਆ, ਹਰ 5 ਸਾਲਾਂ ਬਾਅਦ ਇਲੈਕਸ਼ਨ ਹੁੰਦੇ ਆ, ਤੇ ਉਹਨਾਂ ਦੇ ਮੇਨ ਮੁੱਦੇ ਉਹੀ 4-5 ਮੁੱਦੇ ਹੁੰਦੇ ਆ ਜਿਨ੍ਹਾਂ ਤੇ ਨਾਮ ਤੇ ਵੋਟ ਲਈ ਜਾਂਦੀ ਆ। ਇੱਕ ਅੱਧਾ ਮੁੱਦਾ ਨਵਾਂ ਐਡ ਜਨਾਬ ਜੀ। ਤੇ ਜਨਾਬ ਗੱਲ ਇਹ ਹੈ ਕਿ ਚਾਹੇ ਤਾਂ ਆਪਾਂ ਪਿਛਲਾ ਇਲੈਕਸ਼ਨ ਲਾ ਲਈਏ, ਜਦੋਂ ਬਾਦਲ ਸਾਹਿਬ ਦੀ ਸਰਕਾਰ ਲਗਾਤਾਰ 10 ਸਾਲ ਰਾਜ ਕਰਕੇ ਗਈ ਹੈ, ਜਿਹਦਾ ਇਹਨਾਂ ਦੇ ਲੀਡਰ ਸਾਹਿਬ ਵੀ ਆਪਣੇ ਮਨਪ੍ਰੀਤ ਦਾ ਵੀ ਬਿਆਨ ਆਇਆ ਕਿ ਸਾਨੂੰ ਸ਼ਾਇਦ ਉਸੇ ਚੀਜ਼ ਦਾ ਹੀ ਨੁਕਸਾਨ ਹੋ ਗਿਆ ਤਾਂ ਅਸੀਂ ਇੰਨੇ ਪਿੱਛੇ ਹੋ ਗਏ। ਪਰ ਇਲੈਕਸ਼ਨ ਦੇ 3-4 ਪੰਜਾਬ ਦੇ ਵਿੱਚ ਆਪਾਂ ਸਭ ਨੂੰ ਪਤਾ ਹੈ, ਆਪਾਂ ਪਾਰਟੀ ਵਿੱਚ ਹੋ ਕੇ ਗੱਲ ਕਰ ਰਹੇ ਹਾਂ, ਚਰਚਾ ਕਰ ਰਹੇ ਹਾਂ। ਜਨਾਬ ਚਰਚਾ 'ਚ ਆਪਾਂ ਇਹ ਗੱਲ ਕਹਿ ਸਕਦੇ ਹਾਂ ਕਿ 4-5 ਮੇਨ ਮੁੱਦੇ ਸੀ। ਉਸੇ ਹੋਇਆ ਸੀ 17 ਵਾਲਾ ਇਲੈਕਸ਼ਨ ਹੋਇਆ, ਸੇਮ 22 ਵਾਲਾ। ਕੀ ਹੈ ਜੀ? ਬੇਰੁਜ਼ਗਾਰੀ ਜੀ। ਦੂਜਾ ਨੰਬਰ ਜਿਹੜੀ ਸਾਡੀ ਆ ਆਪਾਂ ਕਿ ਜਿਹੜੀ ਪ੍ਰੋਪਰ ਡਿਵੈਲਪਮੈਂਟ ਜਿਹੜੀ ਆ ਨਹੀਂ ਹੋਈ, ਚਾਹੇ ਉਹ ਖੇਡ ਦੀ ਕੋਈ। ਤੀਜਾ ਨਸ਼ਾ ਜੀ, ਤੇ ਚੌਥੀ ਬੇਅਦਬੀ ਜੀ। ਜਨਾਬ ਉਹ ਬੇਰੁਜ਼ਗਾਰਾਂ ਦਾ ਮੈਂ ਮੇਰੇ ਨਾਲ 2-4 ਭਾਈਆਂ ਦੀ ਵਾਰਤਾਲਾਪ ਹੋਈ ਸੀ ਲਗਭਗ 8-10 ਦਿਨ ਪਹਿਲਾਂ ਚੰਡੀਗੜ੍ਹ। ਉਹੀ ਬੇਰੁਜ਼ਗਾਰ ਭਰਾ ਜਿਨ੍ਹਾਂ ਨੂੰ ਨੌਕਰੀਆਂ ਨਹੀਂ ਮਿਲੀਆਂ, ਜਿਨ੍ਹਾਂ ਦਾ ਸਮਰਥਨ ਲੈ ਕੇ, ਜਿਨ੍ਹਾਂ ਦੀ ਆਪਣਾ ਸਥਿਤੀ ਲੈ ਕੇ ਭਗਵੰਤ ਸਿੰਘ ਮਾਨ ਨੇ ਧਰਨਿਆਂ 'ਚ ਉਠਵਾ ਕੇ ਕਿਹਾ ਸੀ ਕਿ ਜਨਾਬ ਜੀ ਮੁੱਖ ਮੰਤਰੀ ਬਣਾ ਦਿਓ। ਤੁਹਾਡੇ ਪਹਿਲੇ 8 ਦਿਨਾਂ ਦੇ ਵਿੱਚ ਤੁਹਾਡੇ ਜਿਹੜੇ ਜਿਵੇਂ 36,000 ਮੁਲਾਜ਼ਮ, ਚੰਨੀ ਸਾਹਿਬ ਤੇ ਬੜਾ ਵੱਡਾ ਇਲਜ਼ਾਮ ਲੱਗਦਾ ਸੀ, ਕੈਪਟਨ ਸਾਹਿਬ ਤੇ ਵੀ ਲੱਗਦਾ ਸੀ। ਉਦੋਂ ਬਾਅਦ 24-2500 ਮੁਲਾਜ਼ਮ ਜਿਹੜੇ ਸਬ ਇੰਸਪੈਕਟਰ ਭਰਤੀ ਹੋਏ ਸੀਗੇ, ਉਹਨਾਂ ਨੂੰ ਲੈਟਰ ਨਹੀਂ ਦਿੱਤੇ। ਜਨਾਬ ਉਹ ਬੇਰੁਜ਼ਗਾਰੀ ਅੱਜ ਉੱਥੇ ਖੜੀ ਹੈ ਜੀ। ਬੇਅਦਬੀ ਦੀ ਗੱਲ ਕਰ ਲਓ, ਜਿੱਦਾਂ ਆਪਣਾ ਰਿਜ਼ਲਟ ਆ ਰਿਹਾ ਸੀਗਾ ਵਿਧਾਨ ਸਭਾ ਆ ਰਿਹਾ ਤਾਂ ਉਸ ਟਾਈਮ ਤੁਹਾਨੂੰ ਯਾਦ ਹੋਊਗਾ ਕੌਂਕਲੇਵ ਹੋਈ ਸੀਗੀ ਆਪਣਾ, ਜਦੋਂ ਚੰਡੀਗੜ੍ਹ ਕੌਂਕਲੇਵ ਹੋ ਰਹੀ ਸੀ, ਕੇਜਰੀਵਾਲ ਸਾਹਿਬ ਤੇ ਨਾਲ ਉਹਨਾਂ ਦੇ ਬੈਠੇ ਸੀ ਭਗਵੰਤ ਸਿੰਘ ਜੀ ਮਾਨ ਜੀ। ਕੇਜਰੀਵਾਲ ਸਾਹਿਬ ਨੇ ਬਿਆਨ ਦਿੱਤਾ ਸੀਗਾ ਕਿ ਮੈਨੂੰ ਸਿਰਫ 72 ਘੰਟੇ ਯਾਨੀ ਕਿ 3 ਦਿਨ, ਮੰਨਦੇ ਆ ਇਹਨਾਂ 'ਚ ਕੁਝ ਹੋ ਤਾਂ ਨਹੀਂ ਸਕਦਾ ਹੁੰਦਾ, ਅਕਸਰ ਸਰਕਾਰਾਂ ਨੇ ਕੋਟਾ ਹਰੇਕ ਚੀਜ਼ ਹੁੰਦੀ ਹੈ ਤਾਂ ਆਪਾਂ ਰੁਪਏ ਨਾਲ ਚੱਲਣਾ ਹੁੰਦਾ, ਪਰ ਉਹਨਾਂ ਨੇ ਕਿਹਾ ਸੀ ਜਨਾਬ ਕੇਜਰੀਵਾਲ, ਕਿਉਂਕਿ ਉਹ ਮੇਰੇ ਤਰ੍ਹਾਂ ਕੋਈ ਆਮ ਇਨਸਾਨ ਜਾਂ ਕਿ ਡਿਬੇਟਰ ਤਾਂ ਨਹੀਂ ਸੀ, ਕਿਉਂਕਿ ਉਹ ਦਿੱਲੀ ਦੇ ਸੀਐਮ ਸੀ ਤੇ ਆਮ ਆਦਮੀ ਪਾਰਟੀ ਦੇ ਇੰਡੀਅਨ ਲੈਵਲ ਦੇ ਜਿਹੜੇ ਉਹ ਅਗਲੇ ਚਿਹਰੇ ਹੈ। ਜਨਾਬ ਉਹਨਾਂ ਨੇ ਕਿਹਾ ਸੀ 72 ਘੰਟੇ ਦੇ ਦਿਓ, ਜਿਹੜੀ ਬੇਅਦਬੀ ਹੈ ਇਹਦਾ ਜੋ ਵੀ ਇਨਸਾਫ ਬਣਦਾ ਜਾਂ ਜੋ ਵੀ ਇਹਦੇ ਵਿੱਚ ਗੁਨਾਹਗਾਰ ਆ, ਚਾਹੇ ਉਹ ਕਿਸੇ ਪਾਰਟੀ ਦਾ ਹੋਵੇ, ਕੋਈ ਇਨਸਾਨ ਹੋਵੇ, ਉਹ ਸਜ਼ਾ ਦੇ ਨਾਲ ਪੁਖਤਾ ਰੂਪ 'ਚ ਤੁਹਾਡੇ ਸਾਹਮਣੇ ਹੋਊਗਾ। ਤੁਸੀਂ ਦੇਖ ਲਓ ਜੀ, ਬੇਅਦਬੀ ਦਾ ਇਨਸਾਫ ਮਿਲਿਆ, ਗੋਲੀ ਚੱਲੀ ਇਨਸਾਫ ਮਿਲਿਆ। ਬੇਰੁਜ਼ਗਾਰ ਅੱਜ ਆ ਪਰਸੋਂ ਜੀ ਸਾਡੀਆਂ ਧੀਆਂ ਭੈਣਾਂ, ਮੁਟਿਆਰ ਕੁੜੀਆਂ, ਜਿਹਨੂੰ ਕੇਜਰੀਵਾਲ ਸਾਹਿਬ ਨੇ ਆਪਦੀ ਭੈਣ ਕਹਿ ਕੇ, ਨਿੱਕੀ ਭੈਣ ਕਹਿ ਕੇ, ਜਿਹਨੂੰ ਟੈਂਕੀ ਤੋਂ ਉਤਾਰਿਆ ਸੀ, ਕੁੱਟ-ਕੁੱਟ ਕੇ ਜਨਾਬ ਉਹਨਾਂ ਦੇ ਬੁਰੇ ਹਾਲ ਕਰਤੇ। ਜਨਾਬ ਉਹੀ ਮੁੱਦੇ ਚੱਲੀ ਜਾਂਦੇ ਸੀ, ਉਹੀ ਸਭ ਚੱਲ ਰਿਹਾ ਹੈ। 1000 ਰੁਪਏ ਦਾ ਬਸ ਪੇਂਟ ਲਾ ਕੇ 18 ਲੱਖ ਰੁਪਏ ਦੀ ਸਾਨੂੰ ਸਿੱਧੀ ਬਾਹਰੋਂ ਫਰੌਤੀ ਮਿਲ ਰਹੀ ਹੈ। ਇਹ ਬਦਲਾਵ ਆ ਜਨਾਬ। ਪਰ ਦੇਖੋ ਮਸਲੇ ਤਾਂ ਜਿਵੇਂ ਹੁਣ ਤੁਸੀਂ ਪਹਿਲਾਂ ਵੀ ਗੱਲ ਕਹੀ ਕਿ ਮਸਲੇ ਉਹੀ ਨੇ, ਤੁਸੀਂ ਵੀ ਐਡਮਿਟ ਕੀਤਾ ਕਿ ਹਰ ਵਾਰ ਇਲੈਕਸ਼ਨ ਉਹਨਾਂ ਮਸਲਿਆਂ ਤੇ ਲੜੇ ਜਾਂਦੇ ਨੇ, ਪਰ ਸਵਾਲ ਵੱਡਾ ਇਹ ਹੈ ਕਿ ਉਹ ਮਸਲੇ ਜ਼ਿੰਦਾ ਕੌਣ ਰੱਖਦਾ ਹੈ, ਉਹ ਮਸਲਿਆਂ ਨੂੰ ਹੱਲ ਕਿਉਂ ਨਹੀਂ ਕੀਤਾ ਜਾਂਦਾ। ਸਰਕਾਰ ਅਕਾਲੀ ਦਲ ਵੀ ਰਹੀ ਹੈ, ਸਰਕਾਰ ਕਾਂਗਰਸ ਦੀ ਵੀ ਰਹੀ ਹੈ, ਪਰ ਪੰਜਾਬ ਦੇ ਮੁੱਦੇ ਹਮੇਸ਼ਾ ਉਹੀ ਰਹੇ ਹੈ ਕਿ ਉਹਨਾਂ ਮੁੱਦਿਆਂ ਨੂੰ ਆਪਣੇ ਪੋਲੀਟੀਕਲ ਫਾਇਦਿਆਂ ਦੇ ਲਈ ਜਾਂ ਚੋਣਾਂ ਲਈ ਬਚਾ ਕੇ ਰੱਖਿਆ ਜਾਂਦਾ, ਕਿ ਉਹ ਰਾਖਵੇਂ ਰੱਖੇ ਜਾਂਦੇ ਆ ਵੀ ਇਹਨਾਂ ਨੂੰ ਰੱਖੀਏ 5 ਸਾਲਾਂ ਬਾਅਦ ਫਿਰ ਵਰਤੇ ਜਾਣਗੇ। ਬਿਲਕੁਲ, ਮੈਂ ਕਿਸੇ ਹੱਦ ਤੱਕ ਇਸ ਗੱਲ ਨਾਲ ਤੁਹਾਡੀ ਵੀ ਅਮਨਦੀਪ ਸਿੰਘ ਜੀ, ਗੱਲ ਇਹ ਹੈ ਕਿ ਚਾਹੇ ਕੋਈ, ਇਹਦਾ ਜਨਾਬ ਆਪਾਂ ਇੱਕ ਪਿੰਡ ਤੋਂ ਸ਼ੁਰੂ ਕਰ ਲੈਂਦੇ ਆ। ਜਨਾਬ ਪਿੰਡਾਂ ਦੇ ਵਿੱਚ ਕਈ ਵਾਰੀ ਸਰਪੰਚੀਆਂ ਦੇ ਲੈਵਲ ਤੇ ਸੀਵਰੇਜ ਪਿੰਡਾਂ ਤੇ ਰੋਕ ਦਿੱਤੇ ਜਾਂਦੇ ਆ। ਮਾੜੇ ਗਰੀਬ ਜਿਹੜੇ ਵਿਚਾਰੇ ਗਰੀਬ ਤਬਕੇ ਦੇ ਲੋਕ ਹੁੰਦੇ, ਉਹਨਾਂ ਦੇ ਸੀਵਰੇਜ ਰੋਕ ਦਿੱਤੇ ਜਾਂਦੇ ਪਿੰਡਾਂ ਦੇ ਵਿੱਚ, ਤੁਹਾਨੂੰ ਪਤਾ ਹੋਊਗਾ ਸਰਪੰਚਾਂ ਦੇ ਵੱਲੋਂ। ਇਸ ਪਾਸੇ ਕਲੋਨੀ ਹੈ, ਇਹਨਾਂ ਬੰਦਿਆਂ ਨੂੰ ਹੋਰ ਕੀ ਕੰਮ ਨਹੀਂ ਪੈਣਾ, ਸਿਰਫ ਸੀਵਰੇਜ ਰੋਕ ਦਿਓ। ਜਦੋਂ ਇਲੈਕਸ਼ਨ ਆਇਆ ਇੱਕੋ ਵਾਅਦਾ ਕਰ ਦਿਆਂਗੇ ਜਨਾਬ ਤੁਹਾਡਾ ਸੀਵਰੇਜ ਚਲਾ ਦਿਆਂਗੇ, ਤੇ ਉਹਨਾਂ ਦੀਆਂ ਵੋਟਾਂ ਸਰਪੰਚੋ ਆਪਦੇ ਆਪ ਨੂੰ ਪਵਾ ਲੈਂਦਾ। ਸੇਮ ਇਹ ਜੇ ਕਾਂਗਰਸ ਗਵਰਨਮੈਂਟ ਨੇ ਜੇ ਇਸ ਚੀਜ਼ ਤੇ, ਜੇ ਚਾਹੇ ਉਹ ਸਾਡੇ ਜਦੋਂ ਚੰਨੀ ਸਾਹਿਬ ਸੀ ਜਾਂ ਜਦੋਂ ਅਸੀਂ ਕਿਸੇ ਮੁੱਦੇ ਨੂੰ ਹੱਲ ਨਹੀਂ ਕੀਤਾ, ਜੇ ਅਸੀਂ ਵੀ, ਮੈਂ ਆਪਦੀ ਗੱਲ ਕਰਦਾ ਜਨਾਬ, ਜੇ ਕਾਂਗਰਸ ਨੇ ਸਿਰਫ ਉਦੋਂ ਇੱਕ ਫਲੈਕਸ ਬੋਰਡ ਲਾ ਕੇ ਜਾਂ 36,000 ਮੁਲਾਜ਼ਮ ਜੇ ਕਿਤੇ ਲਾਇਆ ਸੀ ਨਾ ਜਨਾਬ, ਸਾਨੂੰ 117 ਚੋਂ 18 ਸੀਟਾਂ ਤਾਂ ਆਈਆਂ ਜਨਾਬ ਸਾਹਮਣੇ ਮੇਰੇ ਭਾਈ ਬੈਠੇ ਆ ਐਡਵੋਕੇਟ ਪਰਮਵੀਰ ਸਿੰਘ ਜੀ ਸ਼੍ਰੋਮਣੀ ਅਕਾਲੀ ਦਲ ਤੋਂ। ਜਨਾਬ ਮੈਂ ਤਾਂ ਇਹੀ ਕਹਿਣਾ ਚਾਹੂੰਗਾ ਇਹਨਾਂ ਨੂੰ ਵੀ ਸ਼ਾਇਦ 3 ਸੀਟਾਂ ਤਾਂ ਆਈਆਂ, ਪਰ ਰੌਲਾ ਕੀ ਸੀ, ਲੋਕਾਂ ਨੇ ਤਾਂ ਜਨਾਬ 92 ਜਿਤਾਤੇ ਸੀ, 91 ਅਲੱਗ ਤੋਂ 92 ਮਾਨਯੋਗ ਭਗਵੰਤ ਸਿੰਘ ਮਾਨ ਜੀ। ਰੌਲਾ ਤੇ ਇਹ ਹੈ ਨਾ ਵੀ ਹੁਣ ਇਹਨਾਂ ਦਾ ਇੱਕ ਫਰਜ਼ ਬਣਦਾ, ਸਰਕਾਰ ਅੱਜ ਕਿਹਨਾਂ ਦੀ ਹੈ ਜੀ, ਅੱਜ ਉਸ ਚੀਜ਼ ਨੂੰ ਹੱਲ ਕਰਨ। ਲੋਕਾਂ ਨੇ ਤਾਂ ਫਤਵਾ ਹੀ ਬੜਾ ਵੱਡਾ ਦੇਤਾ ਜੀ, 91 ਸੀਟਾਂ ਮੈਨੂੰ ਲੱਗਦਾ ਜਨਾਬ ਮੇਰੇ ਹਿਸਾਬ ਨਾਲ 91-92 ਦੇ ਇਲੈਕਸ਼ਨ ਵੇਲੇ ਆਈਆਂ ਸੀ, ਉਹ ਵੀ ਸ਼੍ਰੋਮਣੀ ਅਕਾਲੀ ਦਲ ਨੂੰ ਮੈਨੂੰ ਲੱਗਦਾ ਆਈਆਂ ਸੀ, ਮੈਂ ਇਸ ਚੀਜ਼ ਤੇ ਕਲੀਅਰ ਨਹੀਂ ਆ ਉਦੋਂ ਸੀਟਾਂ, ਤੇ ਉਦੋਂ ਵੱਧ ਇੱਕ ਸੀਟ ਲੈ ਕੇ 92 ਸੀਟਾਂ ਦੇ ਕੇ ਇਹਨਾਂ ਨੂੰ ਅੱਜ ਪੰਜਾਬ 'ਚ ਬਿਠਾਇਆ। ਤੇ ਜਨਾਬ ਅੱਜ ਇਹਨਾਂ ਦਾ ਫਰਜ਼ ਬਣਦਾ
ਕਿ ਉਹ ਮੁੱਦਿਆਂ ਨੂੰ ਛੱਡ ਕੇ ਸਾਨੂੰ ਹੋਰ ਕਿਸੇ ਵਧੀਆ ਡਿਵੈਲਪਮੈਂਟ, ਚਾਹੇ ਸਾਡੀ ਸਿਹਤ ਸਿਖਲਾਈ ਹੈ, ਚਾਹੇ ਕਿਸੇ ਪੜ੍ਹਾਈ ਵਾਲੇ ਪਾਸੇ ਆ, ਸਾਨੂੰ ਉਸ ਪਾਸੇ ਦੂਜਿਆਂ ਨਿੱਕੇ ਨਿੱਕੇ ਮੁੱਦਿਆਂ ਤੋਂ ਲਾਂਭੇ ਕਰਕੇ ਸਾਨੂੰ ਇੱਕ ਚੰਗੇ, ਚਾਹੇ ਸਾਨੂੰ ਅੱਜ ਪੜ੍ਹਾਈ ਦੀ ਲੋੜ ਆ, ਸਾਨੂੰ ਇੱਕ ਹਸਪੀਟਲ ਦੀ ਸਾਨੂੰ ਲੋੜ ਆ, ਆਪਦੇ ਇਲਾਜ ਦੀ ਲੋੜ ਆ, ਉਸ ਪਾਸੇ ਸਾਨੂੰ ਲਿਜਾਇਆ ਜਾਵੇ ਜਨਾਬ। ਮੁੱਦੇ ਤਾਂ ਉੱਥੇ ਹੀ ਖੜੇ ਆ ਜੀ, ਤੇ ਉਹਦਾ ਨੁਕਸਾਨ ਕਾਂਗਰਸ ਵੀ ਭਰ ਚੁੱਕੀ ਹੈ। ਬਿਲਕੁਲ ਬਿਲਕੁਲ, ਕਾਂਗਰਸ ਨੇ ਵੀ ਉਹਦਾ ਨੁਕਸਾਨ ਝੱਲਿਆ ਤੇ ਅਕਾਲੀ ਦਲ ਨੇ ਵੀ ਨੁਕਸਾਨ ਝੱਲਿਆ, ਤੇ ਬੀਜੇਪੀ ਕਿਉਂਕਿ ਹੁਣ ਤੱਕ ਭਾਈਵਾਲ ਰਹੇ ਸੀ ਸ਼੍ਰੋਮਣੀ ਅਕਾਲੀ ਦਲ ਦੇ ਪੰਜਾਬ ਦੇ ਵਿੱਚ, ਹੁਣ ਇੰਡੀਪੈਂਡੈਂਟ ਪਾਰਟੀ ਉਹ ਆਏ ਆ, ਇਹਦੇ ਵਿੱਚ ਵੀ ਕੈਪਟਨ ਅਮਰਿੰਦਰ ਸਿੰਘ ਦੀ ਨਵੀਂ ਪਾਰਟੀ ਤੇ ਸ਼੍ਰੋਮਣੀ ਅਕਾਲੀ ਦਲ ਸੰਯੁਕਤ ਉਹਦੇ ਨਾਲ ਗੱਠਜੋੜ ਕਰਕੇ ਇਲੈਕਸ਼ਨ ਲੜੇ ਸੀ, ਤੇ ਬੀਜੇਪੀ ਦੀ ਕੇਂਦਰ ਦੇ ਵਿੱਚ ਵੀ ਸਰਕਾਰ ਹੈ। ਨਾਰੰਗ ਸਾਹਿਬ, ਤੁਹਾਡਾ ਕੀ ਵਿਊ ਹੈ ਇਹਦੇ ਵਿੱਚ ਕਿ ਜਿਹੜੇ ਅਫਸਰ ਬਦਲੇ ਜਾ ਰਹੇ ਆ ਜਾਂ ਅਫਸਰ ਕੇਂਦਰ ਦੇ ਵਿੱਚ ਹੀ ਕਿਉਂ ਜਾਣਾ ਚਾਹੁੰਦੇ ਆ? ਦੇਖੋ ਅਮਨਦੀਪ ਜੀ, ਐਸਾ ਹੈ ਕਿ ਸਟੇਟ ਦੇ ਵਿੱਚ ਜਿਹੜਾ ਪੁਲਿਸ ਹੈ, ਪੁਲਿਸ ਦਾ ਹੈੱਡ ਡੀਜੀਪੀ ਹੁੰਦਾ, ਜਿਹਨੂੰ ਆਪਾਂ ਪੁਲਿਸ ਦਾ ਚੀਫ ਮਿਨਿਸਟਰ ਕਹਿ ਸਕਦੇ ਹਾਂ। ਇਸੇ ਤਰ੍ਹਾਂ ਦੇ ਨਾਲ ਬਿਊਰੋਕ੍ਰੇਸੀ ਆਈਏਐਸ ਦੇ ਵਿੱਚ ਆਪਾਂ ਚੀਫ ਸੈਕਟਰੀ ਨੂੰ ਸੀਐਮ ਦੇ ਬਰਾਬਰ ਰੱਖਦੇ ਆ, ਕਿ ਸੀਐਮ ਦੀ ਇਕੁਇਵਲੈਂਟ ਪੋਸਟ ਆ ਸੈਕਿੰਡ ਸੀਐਮ ਆ। ਇਸੇ ਤਰੀਕੇ ਨਾਲ ਜਿਹੜਾ ਹਾਈ ਕੋਰਟ ਦੇ ਵਿੱਚ ਹੈ, ਹਾਈ ਕੋਰਟ ਦੇ ਵਿੱਚ ਜਿਹੜਾ ਐਡਵੋਕੇਟ ਜਨਰਲ ਹੈ ਉਹ ਸਰਕਾਰ ਦਾ ਚਿਹਰਾ ਹੁੰਦਾ, ਔਰ ਇਹਨਾਂ ਦੋਨਾਂ ਤੋਂ ਇਲਾਵਾ ਉਸ ਨੂੰ ਕੈਬਨਿਟ ਰੈਂਕ ਵੀ ਮਿਲਿਆ ਹੁੰਦਾ। तो ये बड़े सोच समझ के किया हुआ फैसला होंगे। और जित तक सिद्धू साहब का सवाल है, सिद्धू साहब ऐसे न्यूट्रल आदमी ने जिन्हों का किसी ना किसी तरह का कोई बैर विरोध नहीं, सिर्फ उन्होंने एक काम करन दा और काम करके परफॉर्म करके दिखाने का शौक है। उन्हों का वकालत का पेशे का जोड़ा इन्ने साल का तजर्बा है, उन्हों का जो एक्सपोजर है, उन्होंने रिजल्ट से बोलते हैं कि वो काम करने वाले आदमी नहीं, किसी प्रैशर के वेट नहीं आते। पर ਜਿਹੜੇ ਆਮ ਆਦਮੀ ਪਾਰਟੀ ਦੇ ਵਿੱਚ ਜੋ ਮੇਰੇ ਬਾਕੀ ਸਾਰੇ ਬੁਲਾਰੇ ਨੇ ਕਿਹਾ, ਮੈਂ ਵੀ ਉਸੇ ਲਾਈਨ ਤੇ ਆ ਕਿ ਇਹਨਾਂ ਨੂੰ ਇਹ ਪਤਾ ਹੀ ਨਹੀਂ ਹੈ ਵੀ ਸਰਕਾਰ ਨੂੰ ਕਿਸ ਤਰੀਕੇ ਨਾਲ ਚਲਾਉਣਾ ਹੈ। ਸਰਕਾਰ ਨੂੰ ਹਮੇਸ਼ਾ ਹੀ ਇੱਕ ਬੰਦਾ ਚਲਾਉਂਦਾ ਹੈ ਜਿਹੜਾ ਕਿ ਮੁੱਖ ਮੰਤਰੀ ਹੁੰਦਾ ਹੈ। ਔਰ ਅਨਫੋਰਚੂਨੇਟਲੀ ਸਾਡੇ ਜਿਹੜੇ ਪੰਜਾਬ ਦੇ ਮੁੱਖ ਮੰਤਰੀ ਨੇ ਉਹ ਰਬੜ ਸਟੈਂਪ ਤੋਂ ਇਲਾਵਾ ਹੋਰ ਕੁਝ ਨਹੀਂ ਹੈਗੇ, ਸਾਰੇ ਫੈਸਲੇ ਦਿੱਲੀ ਦੇ ਵਿੱਚ ਹੁੰਦੇ ਨੇ। ਔਰ ਇਹੀ ਪੰਜਾਬੀ ਅੱਜ ਪਛਤਾ ਰਿਹਾ ਹੈ। ਦੇਖੋ 92 ਸੀਟਾਂ ਤਾਂ ਦੇਤੀਆਂ। मैं थोड़ा जिहा तुहानूं इत्थे ऐड करना चाहांगा कि तुसीं एक गल कर रहे सीगे कि मुद्दे तुसीं नहीं हल कीते, कांग्रेस ने नहीं कीते जां अकाली दल ने नहीं कीते। देखो ऐसा कुछ नहीं हुंदा। अकाली दल दी साडी सरकार दे विच बथेरे मसले हल होए ने, कांग्रेस दी सरकार दे विच भी मसले हल होए ने, पर लोकां दे आपां नूं मन्नना पवेगा कि लोकां दे मसले भी वधदे रहिंदे ने, बेरोजगारी भी वधदी रहिंदी है। जिन्नी क आपां रिक्रूटमेंट करदे आ उस तो बाद फिर कुछ होर निकल आंदे ने, ते इह मुद्दे चलदे रहिंदे ने, ये मुद्दे कभी खत्म नहीं होंगे। पर इस पार्टी ने नारंग साहब एक सवाल सी विच कि ਜਿਹੜੇ ਮੁੱਦੇ ਤੁਸੀਂ ਕਹਿੰਦੇ ਹੋ ਕਿ ਉਹ ਬਣਦੇ ਰਹਿੰਦੇ ਆ ਜਾਂ ਨਵੇਂ ਆਉਂਦੇ ਰਹਿੰਦੇ ਆ, ਮੇਨ ਮੁੱਦੇ ਜਿਹੜੇ ਪੰਜਾਬ ਦੇ ਆ ਪੂਰੀ ਦੁਨੀਆ ਦੇ ਅਸੀਂ ਕਹੀਏ, ਇੱਕ ਸਿਹਤ ਹੈ, ਇੱਕ ਸਿੱਖਿਆ ਹੈ, ਤੇ ਇੱਕ ਤੁਹਾਡਾ ਜਿਹੜਾ ਟਰਾਂਸਪੋਰਟ ਹੋ ਗਿਆ ਜਾਂ ਹੋਰ ਸੇਵਾਵਾਂ ਹੋ ਗਈਆਂ। ਬੇਸਿਕ ਜੇ ਮੁੱਦੇ ਆ, ਲਾਅ ਐਂਡ ਆਰਡਰ ਹੈ। ਇਹ ਮੁੱਦੇ ਪੰਜਾਬ ਦੇ ਕਦੇ ਹੱਲ ਨਹੀਂ ਹੋਏ। ਜੇ ਅਸੀਂ ਇਹ ਵੀ ਟਾਰਗੇਟ ਕਰ ਲਈਏ ਕਿ 5 ਸਾਲਾਂ ਦੇ ਵਿੱਚ ਇੱਕ ਹੀ ਮੁੱਦਾ ਅਸੀਂ ਮੈਂ ਤੁਹਾਨੂੰ ਦੱਸ ਰਿਹਾ, ਜਿਹੜੀ 10 ਸਾਲ ਅਕਾਲੀ ਦਲ ਔਰ ਭਾਜਪਾ ਦੀ ਸਰਕਾਰ ਰਹੀ ਹੈ, ਉਹਦੇ ਚ ਸਿਹਤ ਦੇ ਵਿੱਚ ਤੁਸੀਂ ਡਾਟਾ ਕੱਢ ਕੇ ਦੇਖ ਲਓ ਕਿ ਕਿੰਨੇ ਨਵੇਂ ਹਸਪੀਟਲ ਬਣੇ ਨੇ, ਲਾਅ ਐਂਡ ਆਰਡਰ ਪੂਰੀ ਤਰ੍ਹਾਂ ਮੇਨਟੇਨਡ ਰਿਹਾ। ਠੀਕ ਆ, ਇਨਫਰਾਸਟ੍ਰਕਚਰ ਜਿੰਨਾ ਮਾਲਵਾ ਦੇ ਵਿੱਚ ਅੱਜ ਆਪਾਂ ਦੇਖ ਰਹੇ ਆ, ਭਾਈ ਸਾਹਿਬ ਸਾਡੇ ਬਰਾੜ ਸਾਹਿਬ ਉੱਥੋਂ ਹੀ ਆਉਂਦੇ ਨੇ ਕਿ ਜਿੰਨੀਆਂ ਮਾਲਵੇ ਦੀਆਂ ਰੋਡਸ 10 ਸਾਲ ਦੇ ਵਿੱਚ ਅਕਾਲੀ ਔਰ ਬੀਜੇਪੀ ਦੀ ਸਰਕਾਰ ਨੇ ਬਣਾਈਆਂ ਨੇ, ਤੇ ਆਪਾਂ ਇਹ ਨਹੀਂ ਕਹਿ ਸਕਦੇ ਤਰੱਕੀ ਹੋਈ। पर एक दुष्प्रचार ਜਿਹੜਾ ਪਿਛਲੇ ਇਹ ਸੋਸ਼ਲ ਮੀਡੀਆ ਵਾਲੀ ਪਾਰਟੀ ਆ, ਦੇਖੋ ਇਹਨਾਂ ਨੇ ਕੋਸ਼ਿਸ਼ 2017 ਵਿੱਚ ਵੀ ਕੀਤੀ, ਉਦੋਂ ਕਾਮਯਾਬ ਨਹੀਂ ਹੋਏ। ਪਰ 2022 ਦੇ ਵਿੱਚ ਅਸੀਂ ਇਹ ਕਹਿ ਸਕਦੇ ਆ ਵੀ ਕੁਝ ਤਾਂ ਕਾਂਗਰਸ ਆਪਣੀ ਜ਼ਿੰਮੇਵਾਰੀ ਦੇ ਨਾਲ ਸਰਕਾਰ ਨਹੀਂ ਚਲਾ ਸਕੀ। ਇਹਨਾਂ ਨੇ ਕੁਝ ਵੀ ਕੀਤਾ, ਉਹਦੇ ਨਾਲ ਇਹਨਾਂ ਨੂੰ ਨੁਕਸਾਨ ਹੋਇਆ। ਉਹਦਾ ਨੁਕਸਾਨ ਇਕੱਲਾ ਇਹਨਾਂ ਨੂੰ ਨਹੀਂ ਹੋਇਆ, ਕਿਉਂਕਿ ਜਿਹੜਾ ਇਹਨਾਂ ਦਾ ਆਖਰੀ 4 ਮਹੀਨੇ ਦਾ ਮੁੱਖ ਮੰਤਰੀ ਸੀ ਨਾ ਜੀ, ਉਹਨਾਂ ਦੀ ਬਚਕਾਨਾ ਹਰਕਤਾਂ ਕਰਕੇ ਅੱਜ ਆਪਾਂ ਪੰਜਾਬ ਇਹ ਦਿਨ ਦੇਖ ਰਹੇ ਆ। ਆਪਾਂ ਇਹਨਾਂ ਦੀ ਗਲਤੀਆਂ ਦਾ ਖਮਿਆਜਾ ਅੱਜ ਸਾਰੇ ਪੰਜਾਬੀ ਭੁਗਤ ਰਹੇ ਆ। ਔਰ ਜਿਹੜੀ ਇਹ ਗੱਲ ਤੁਸੀਂ ਕਰਦੇ ਹੋ ਜੀ ਐਡਵੋਕੇਟ ਜਨਰਲ ਦੀ, ਵਿਪਨ ਘਈ ਜੀ ਦਾ ਨਾਮ ਆ ਗਿਆ, ਇਹ ਕਿਉਂ ਆ ਰਹੀਆਂ ਇਹ ਚੀਜ਼ਾਂ, ਮੈਂ ਤੁਹਾਨੂੰ ਉਹਦੇ ਤੇ ਵੀ ਦੱਸਦਾ ਕਿ ਜਦੋਂ ਪੰਜਾਬ ਦਾ ਫੈਸਲਾ ਦਿੱਲੀ ਵਿੱਚ ਬੈਠਾ ਆਦਮੀ ਲਏਗਾ ਤਾਂ ਐਸੀ ਪਰੇਸ਼ਾਨੀਆਂ ਆਉਣਗੀਆਂ। ਕਿਉਂਕਿ ਜੋ ਵੀ ਉਹਨਾਂ ਦੀ ਨੈਗੋਸ਼ੀਏਸ਼ਨ ਜਾਂ ਸੈਟਲਮੈਂਟ ਹੁੰਦੀ ਹੈ ਉਹ ਜਾਂ ਰਾਘਵ ਚੱਡਾ ਜੀ ਕਰਦੇ ਨੇ ਜਾਂ ਦਿੱਲੀ ਦੇ ਵਿੱਚ ਕੇਜਰੀਵਾਲ ਜੀ ਕਰਦੇ ਨੇ। ਜੋ ਵੀ ਕਿਸੇ ਦੀ ਅਪਾਇੰਟਮੈਂਟ ਇਹਨਾਂ ਨੇ ਕਰਨੀ ਹੈ, ਉਹਦਾ ਕੀ ਪੈਟਰਨ ਆ, ਕੀ ਇਹਨਾਂ ਦਾ ਤਰੀਕਾ ਆ। ਨਾਰੰਗ ਸਾਹਿਬ ਮੈਂ ਤੁਹਾਡੇ ਨਾਲ ਸਹਿਮਤ ਹਾਂ ਜੀ। ਇੱਥੇ ਗੱਲ ਇੱਕ ਹੋਰ ਵੀ ਆਉਂਦੀ ਹੈ, ਇੱਕ ਜੀ ਗੱਲ ਪੂਰੀ ਕਰ ਲੈਂਦੇ ਤੁਸੀਂ ਜੀ ਜੀ। ਉਹ ਜਦੋਂ ਇਹ ਉੱਥੇ ਬੈਠ ਕੇ ਜੋ ਵੀ ਆਪਣਾ ਕਿਸੇ ਦਾ ਵੀ ਨਾਮ ਸੈਟਲ ਕਰਦੇ ਨੇ, ਕੋਈ ਐਡਜਸਟਮੈਂਟ ਕਰਦੇ ਨੇ, ਉਦੋਂ ਇਹਨਾਂ ਨੂੰ ਉਹਦੀ ਬੈਕਗ੍ਰਾਉਂਡ, ਉਹਨਾਂ ਦੇ ਕੇਸਿਸ ਦਾ ਪਤਾ ਨਹੀਂ ਹੁੰਦਾ।
ਇਹਨਾਂ ਦੇ ਆਪਣੇ ਪਰਸਨਲ ਮੋਟਿਵ ਕਿਉਂਕਿ ਉਸ ਵੇਲੇ ਫੁੱਲਫਿਲ ਹੁੰਦੇ ਆ, ਇਹ ਉਹਨੂੰ ਜਲਦਬਾਜ਼ੀ ਦੇ ਵਿੱਚ ਅਨਾਉਂਸ ਕਰ ਦਿੰਦੇ ਨੇ। ਜੀ ਪਰ ਬਾਅਦ ਦੇ ਵਿੱਚ ਜਦੋਂ ਇਹਨਾਂ ਨੂੰ ਪਤਾ ਲੱਗਦਾ ਕਿ ਇਹਦੇ ਨਾਲ ਤਾਂ ਸਾਡਾ ਆਹ ਨੁਕਸਾਨ ਹੋ ਜਾਊਗਾ, ਫਿਰ ਇਹ ਬੈਕਫੁੱਟ ਤੇ ਜਾ ਕੇ ਉਹਨੂੰ ਰੋਲ ਬੈਕ ਕਰਦੇ ਨੇ। ਔਰ ਆਪਾਂ ਐਸੇ ਫੈਸਲੇ ਇਹਨਾਂ ਵੱਲੋਂ ਪਿਛਲੇ 4 ਮਹੀਨੇ 'ਚ ਬਹੁਤ ਵਾਰੀ ਦੇਖੇ ਨੇ, ਚਾਹੇ ਆਪਾਂ ਸਿਕਿਉਰਿਟੀ ਵਿਡਰਾਅ ਦਾ ਦੇਖ ਲਈਏ, ਚਾਹੇ ਆਪਾਂ ਕੋਈ ਹੋਰ ਮਸਲੇ ਦੇਖ ਲਈਏ, ਕਿ ਜਲਦਬਾਜ਼ੀ 'ਚ ਦਿੱਲੀ ਤੋਂ ਫੈਸਲਾ ਕਰਾ ਲੈਂਦੇ ਨੇ। ਔਰ ਇਹੀ ਇਹਨਾਂ ਦੀ ਬੇਸਿਕ ਪ੍ਰੋਬਲਮ ਆ। ਦੇਖੋ ਜੀ ਭਗਵੰਤ ਮਾਨ ਜੀ ਨੂੰ ਸਾਰੇ ਪੰਜਾਬ ਨੇ ਫਤਵਾ ਦਿੱਤਾ, ਨੈਗੇਟਿਵ ਫਤਵਾ ਦਿੱਤਾ, ਸਾਡੇ ਖਿਲਾਫ ਫਤਵਾ ਦਿੱਤਾ, ਜੋ ਵੀ ਹੈ ਉਹਨਾਂ ਨੂੰ ਫਤਵਾ ਦਿੱਤਾ। ਪਰ ਉਹ ਫਤਵੇ ਨੂੰ ਜੇ ਭਗਵੰਤ ਮਾਨ ਜੀ ਇਕੱਲੇ ਸੰਭਾਲਣਗੇ ਤਾਂ ਚੱਲੇਗਾ, ਜੇ ਰਾਘਵ ਚੱਡਾ ਜੀ ਔਰ ਕੇਜਰੀਵਾਲ ਜੀ ਦਖਲ ਦੇਣਗੇ ਤਾਂ ਨਹੀਂ ਚੱਲੇਗਾ। ਔਰ ਜਿੱਥੇ ਸਿੱਧੂ ਸਾਹਿਬ ਦੀ ਗੱਲ ਹੈ, ਹੀ ਇਜ਼ ਅ ਵੈਰੀ ਬੇਸਿਕਲੀ ਪ੍ਰਿੰਸੀਪਲਡ ਮੈਨ। ਉਹ ਜੀ ਇੰਨੇ ਪ੍ਰੈਸ਼ਰ ਥੱਲੇ ਕੰਮ ਨਹੀਂ ਕਰ ਸਕਦੇ ਕਿ ਉਹ ਏ ਨੂੰ ਵੀ ਜਵਾਬ ਦੇਣ, ਬੀ ਨੂੰ ਵੀ ਜਵਾਬ ਦੇਣ ਤੇ ਸੀ ਨੂੰ ਵੀ ਜਵਾਬ ਦੇਣ। ਦੇਖੋ ਮੁੱਖ ਮੰਤਰੀ ਦੇ ਪ੍ਰਤੀ ਉਹਨਾਂ ਦੀ ਜ਼ਿੰਮੇਵਾਰੀ ਆ, ਕਿਉਂਕਿ ਉਹਨਾਂ ਨੇ ਸਰਕਾਰ ਦੇ ਫੈਸਲਿਆਂ ਨੂੰ ਕੋਰਟ ਦੇ ਵਿੱਚ ਡਿਫੈਂਡ ਕਰਨਾ, ਔਰ ਜੀ ਮੁੱਖ ਮੰਤਰੀ ਨੇ ਉਹਨਾਂ ਤੇ ਟਰਸਟ ਕਰਨਾ, ਉਹਨਾਂ ਨੇ ਮੁੱਖ ਮੰਤਰੀ ਦਾ ਫੇਸ ਸੇਵ ਕਰਨਾ। ਪਰ ਜੇ ਆਪਾਂ ਕਹੀਏ ਕਿ ਹਰ ਬੰਦੇ ਦੀ ਹੋਈ ਉਹ ਰਿਪੋਰਟਿੰਗ ਕਰੀ ਜਾਣ, ਤਾਂ ਐਸਾ ਕੋਈ ਵੀ ਸੀਨੀਅਰ ਐਡਵੋਕੇਟ ਨਹੀਂ ਕਰੇਗਾ। ਔਰ ਅੱਜ ਆਪਾਂ ਇਹ ਦੇਖ ਰਹੇ ਹਾਂ ਕਿ ਚਲੋ ਕਈ ਸਾਹਿਬ ਦੀ ਇਹਨਾਂ ਨੇ ਜਿਹੜੀ ਅਪਾਇੰਟਮੈਂਟ ਆ ਹੋਲਡ ਕਰਤੀ, ਇਹ ਜੀ ਜਿਹਨੂੰ ਵੀ ਲਾਣਗੇ ਉਹ ਫਿਰ ਕੰਟਰੋਵਰਸੀ ਵਾਲਾ ਨਿਕਲੇਗਾ। ਔਰ ਇਹ ਕੰਟਰੋਵਰਸੀਆਂ ਇਹਨਾਂ ਦੀ ਚੱਲਦੀਆਂ ਹੀ ਰਹਿਣਗੀਆਂ। ਹੁਣ ਜਦੋਂ ਤਾਂ ਇਹ ਹੁੰਦੇ ਨੇ ਆਪੋਜੀਸ਼ਨ ਦੇ ਵਿੱਚ, ਉਹ ਤਾਂ ਛੋਟੀ ਛੋਟੀ ਗੱਲ ਤੇ ਜਾ ਕੇ ਸੜਕ ਤੇ ਧਰਨਾ ਲਾ ਦਿੰਦੇ ਨੇ। ਸੋਸ਼ਲ ਮੀਡੀਆ ਦੀ ਟੀਮ ਇਹਨਾਂ ਦੀ ਬੜੀ ਐਕਸਪਰਟ ਆ, ਪਰ ਜਦੋਂ ਕਿਤੇ ਇਹਨਾਂ ਨੂੰ ਆਪ ਜਵਾਬ ਦੇਣਾ ਹੁੰਦਾ, ਉਦੋਂ ਇਹਨਾਂ ਦਾ ਕੋਈ ਇੱਕੋ ਹੀ ਤਰੀਕਾ ਵਾ ਕਿ ਆਪਣਾ ਅਸੀਂ ਜੀ ਐਜ਼ ਆਪਣਾ ਬੁਲਾਰਾ ਨਹੀਂ ਭੇਜਣਾ। ਔਰ ਜਿਵੇਂ ਕਾਂਗਰਸ ਦੇ ਪ੍ਰਵਕਤਾ ਬਰਾੜ ਸਾਹਿਬ ਕਹਿ ਰਹੇ ਸੀਗੇ ਕਿ ਪਿਛਲੇ 3-4 ਦਿਨ ਤੋਂ ਜਦੋਂ ਦਾ ਇਸ਼ੂ ਚੱਲ ਰਿਹਾ, ਇਹ ਜਵਾਬ ਦੇਣ ਤੋਂ ਭੱਜ ਰਹੇ ਨੇ। ਦੇਖੋ ਜੀ ਲੋਕਾਂ ਦੇ ਲਈ ਇਹ ਜਵਾਬਦੇਹ ਨੇ, ਉਹ ਲੋਕਾਂ ਤੋਂ ਪਹਿਲਾਂ ਤੁਹਾਡੀ ਕਚਹਿਰੀ, ਕਿਉਂਕਿ ਤੁਸੀਂ ਡੈਮੋਕ੍ਰੇਸੀ ਦਾ 4th ਪਿਲਰ ਹੋ। ਸੋਸ਼ਲ ਮੀਡੀਆ ਨੇ, ਪ੍ਰਿੰਟ ਮੀਡੀਆ ਨੇ ਰੋਜ਼ ਸਵਾਲ ਪੁੱਛਣੇ ਨੇ ਕਿ ਦੱਸੋ ਜੀ ਭਾਈ ਜਿਹੜੇ ਬੇਅਦਬੀ ਦਾ ਵਕੀਲ ਸੀਗਾ ਉਹਨੂੰ ਤੁਸੀਂ ਪੰਜਾਬ ਸਰਕਾਰ ਦਾ ਏਜੀ ਕਿਉਂ ਲਾ ਰਹੇ ਹੋ? ਤੇ ਜਵਾਬ ਉਹਨਾਂ ਕੋਲ ਕੋਈ ਹੈ ਨਹੀਂ। ਤੇ ਚਲੋ 4 ਦਿਨ ਨਹੀਂ ਤੁਹਾਡੇ ਚੈਨਲ ਤੇ ਆਣਗੇ, 5 ਦਿਨ ਨਹੀਂ ਆਣਗੇ, ਕਦੇ ਤਾਂ ਆ ਕੇ ਜਵਾਬ ਦੇਣਾ ਹੀ ਪਊਗਾ ਨਾ। ਜੀ ਪਰ ਬਿਲਕੁਲ ਪੰਜਾਬ ਦੀ ਜਨਤਾ ਇਹ ਸਮਝ ਗਈ ਹੈ ਕਿ ਸਾਡੇ ਕੋਲੋਂ ਬਹੁਤ ਵੱਡੀ ਗਲਤੀ ਹੋ ਗਈ, ਔਰ ਆਮ ਲੋਕ ਅੱਜ ਪਛਤਾ ਰਹੇ ਨੇ ਇਹਨਾਂ ਲੋਕਾਂ ਨੂੰ ਵੋਟ ਪਾ ਕੇ। ਬਿਲਕੁਲ ਤੁਸੀਂ ਹੁਣੇ ਗੱਲ ਕੀਤੀ ਕਿ ਜਦੋਂ ਆਮ ਆਦਮੀ ਪਾਰਟੀ ਦਾ ਕੋਈ ਵੀ ਫੈਸਲਾ ਲਿਆ ਜਾਂਦਾ ਹੈ ਤੇ ਉਹ ਫੈਸਲੇ ਦੀ ਪਰਮਿਸ਼ਨ ਜਾਂ ਉਹਦੇ ਲਈ ਕੋਈ ਵੀ ਸਹਾਇਤਾ ਚਾਹੀਦੀ ਹੁੰਦੀ ਹੈ, ਜਾਂ ਤਾਂ ਕੇਜਰੀਵਾਲ ਸਾਹਿਬ ਜਾਂ ਫਿਰ ਕੋਈ ਹੋਰ ਦਿੱਲੀ ਦੇ ਮੰਤਰੀ ਜਾਂ ਹੋਰ ਵੱਡੇ ਅਹੁਦੇਦਾਰ, ਉਹਨਾਂ ਨੂੰ ਉਹਦੇ ਵਿੱਚ ਸ਼ਾਮਿਲ ਕੀਤਾ ਜਾਂਦਾ ਹੈ। ਪਰ ਇਹ ਤਾਂ ਸਾਰੀਆਂ ਪਾਰਟੀਆਂ ਹੀ ਕਰਦੀਆਂ। ਕੋਈ ਜੇ ਨਹੀਂ ਸ਼੍ਰੋਮਣੀ ਅਕਾਲੀ ਦਲ ਹੈ, ਅਮਨਦੀਪ ਉਹ ਜੀ, ਪੰਜਾਬ ਦੀ ਅਮਨਦੀਪ ਪਾਰਟੀ ਹੈ, ਜੀ, ਮੈਂ ਚਲੋ ਤੁਹਾਡਾ ਸਵਾਲ ਉਹ ਜਦੋਂ ਪੁੱਛ ਤੁਹਾਡੇ ਰਿਹਾ, ਨਾਲ ਭਾਈਵਾਲ ਅਮਨਦੀਪ ਸੀਗੇ ਬੀਜੇਪੀ ਦੇ ਨਾਲ, ਤਾਂ ਉਦੋਂ ਉਹ ਫੈਸਲੇ ਆਪਣੇ ਭਾਈਵਾਲ ਕੋਲੋਂ ਪੁੱਛ ਕੇ ਕਰਦੇ ਸੀਗੇ ਕਿ ਜੀ ਅਸੀਂ ਇਹ ਫੈਸਲਾ ਲੈ ਰਹੇ ਹਾਂ ਤੇ ਕੀ ਇਹ ਠੀਕ ਰਹੂਗਾ, ਇੱਕ ਰਾਏ ਲੈਂਦੇ ਸੀ। ਕਾਂਗਰਸ ਹੈ, ਉਹ ਵੀ ਆਪਣੇ ਹਾਈ ਕਮਾਨ ਦਾ ਹਵਾਲਾ ਦਿੰਦੇ ਆ ਹਮੇਸ਼ਾ। ਤੇ ਬੀਜੇਪੀ ਦੀ ਵੀ ਗੱਲ ਕਰੀਏ ਤਾਂ ਜਿੱਥੇ ਵੀ ਜਿਹੜੀ ਵੀ ਸਟੇਟ ਦੇ ਵਿੱਚ ਬੀਜੇਪੀ ਦੀ ਸਰਕਾਰ ਹੈ, ਉੱਥੇ ਕੋਈ ਵੀ ਪ੍ਰੋਬਲਮ ਹੁੰਦੀ ਹੈ ਤੇ ਅਮਿਤ ਸ਼ਾਹ ਉੱਥੇ ਪਹੁੰਚਦੇ ਆ, ਉਹ ਪਹੁੰਚ ਕੇ ਉਸ ਸਮੱਸਿਆ ਦਾ ਹੱਲ ਕਰਵਾਉਂਦੇ ਆ ਜਾਂ ਉੱਥੇ ਆਪਦੀ ਰਾਏ ਦਿੰਦੇ ਆ। ਤੇ ਕੀ ਇਹੀ ਕਾਫੀ ਹੈ ਕਿ ਸਿਰਫ ਪੰਜਾਬ ਦੇ ਵਿੱਚ ਕੇਜਰੀਵਾਲ, ਰਾਘਵ ਚੱਡਾ ਜਾਂ ਹੋਰ ਕਿਸੇ ਦੀ ਦਖਲ ਹੋ ਰਹੀ ਹੈ? ਕਿ ਪ੍ਰੋਬਲਮ ਸਿਰਫ ਇੰਨੀ ਕੁ ਹੈ? ਨਹੀਂ ਅਮਨਦੀਪ ਜੀ, ਐਸਾ ਨਹੀਂ ਹੈ। ਜਿਹੜੀ ਤੁਸੀਂ ਗੱਲ ਕੀਤੀ ਨਾ ਵੀ ਭਾਰਤੀ ਜਨਤਾ ਪਾਰਟੀ ਔਰ ਅਕਾਲੀ ਦਲ, ਕਿਉਂਕਿ ਸਾਡੀ ਦੋਨਾਂ ਦੀ ਕੋਲੀਸ਼ਨ ਦੀ ਸਰਕਾਰ ਸੀ, ਜੀ ਆਪਸ ਦੇ ਵਿੱਚ ਸਲਾਹ ਮਸ਼ਵਰਾ ਕਰਨਾ, ਜਿਹੜੇ ਆਪਣੇ ਜਿਨ੍ਹਾਂ ਨੇ ਇਕੱਠੇ ਚੋਣਾਂ ਲੜੀਆਂ, ਉਹ ਇੱਕ ਦੂਜੇ ਦੀ ਡਿਊਟੀ ਆ। ਔਰ ਜਿਹੜੀ ਗੱਲ ਤੁਸੀਂ ਕਾਂਗਰਸ ਪਾਰਟੀ ਦੀ ਕਰ ਰਹੇ ਹੋ, ਅਸੀਂ ਕਾਂਗਰਸ ਪਾਰਟੀ ਦੇਖੋ ਸੂਬੇ 'ਚ ਸਰਕਾਰ ਰਹੀ ਆ, ਅਸੀਂ ਕਦੀ ਐਸਾ ਦਖਲ ਨਹੀਂ ਦੇਖਿਆ ਕਿ ਮੁੱਖ ਮੰਤਰੀ ਤਾਂ ਹੁਣ ਕੈਪਟਨ ਅਮਰਿੰਦਰ ਸਿੰਘ ਜੀ ਦੀ, ਪਰ ਨਿਯੁਕਤੀਆਂ ਹੋ ਰਹੀਆਂ ਹੁਣ ਦਿੱਲੀ ਤੋਂ, ਜਾਂ ਰਾਹੁਲ ਗਾਂਧੀ ਜੀ ਨੇ ਕੋਈ ਬੰਦਾ ਚੰਡੀਗੜ੍ਹ ਦੇ ਵਿੱਚ ਬਿਠਾਇਆ ਹੋਵੇ ਜਿਹੜਾ ਕਿ ਪਤਾ ਆਪ ਹੀ ਫੈਸਲੇ ਲਈ ਜਾ ਰਿਹਾ ਹੋਵੇ। ਇਹਨਾਂ ਦੀ ਦਿੱਕਤ ਇਹ ਆ ਕਿ ਜਿਹੜੇ ਮੁੱਖ ਮੰਤਰੀ ਸਾਹਿਬ ਸਲਾਹ ਲੈਣ ਨੈਸ਼ਨਲ ਕਨਵੀਨਰ ਤੋਂ, ਕਿਉਂਕਿ ਇਹਨਾਂ ਦੀ ਪਾਰਟੀ ਦਾ ਮਸਲਾ, ਪਾਰਟੀ ਦੇ ਮਸਲੇ 'ਚ ਅਸੀਂ ਬੋਲਦੇ ਠੀਕ ਨਹੀਂ ਲੱਗਦੇ। ਪਰ ਜੋ ਆਪਾਂ ਨੂੰ ਸਾਹਮਣੇ ਦੇਖਣ ਨੂੰ ਮਿਲ ਰਿਹਾ ਕਿ ਮੁੱਖ ਮੰਤਰੀ ਸਾਹਿਬ ਨੂੰ ਇਗਨੋਰ ਕਰਕੇ ਦਿੱਲੀ 'ਚ ਬੰਦੇ ਜਿਹੜੇ ਬੈਠੇ ਨੇ ਉਹ ਸਿੱਧਾ ਫੈਸਲਾ ਲੈਂਦੇ ਨੇ। ਰਾਘਵ ਚੱਡਾ ਜੀ ਔਰ ਕੇਜਰੀਵਾਲ ਜੀ, ਉਹਨਾਂ ਨੂੰ ਗਰਾਊਂਡ ਰਿਐਲਿਟੀ ਪਤਾ ਨਹੀਂ ਹੁੰਦੀ ਕਿ ਜਿਹੜੀ ਅਸੀਂ ਅਪਾਇੰਟਮੈਂਟ ਕਰਨ ਲੱਗੇ ਆ ਇਹਦੇ ਆ ਨਫਾ ਨੁਕਸਾਨ ਹੋ ਸਕਦੇ ਨੇ। ਔਰ ਸਿਰਫ ਭਗਵੰਤ ਮਾਨ ਜੀ ਨੂੰ ਇਹ ਕਨਵੇ ਕੀਤਾ ਜਾਂਦਾ ਹੈ ਕਿ ਫਲਾਣਾ ਬੰਦਾ ਅਸੀਂ ਇਸ ਪੋਸਟ ਤੇ ਲਾਤਾ, ਤੁਸੀਂ ਬਸ ਉਹਦੀ ਨਿਯੁਕਤੀ ਕਰ ਦਿਓ। ਉਹ ਰਬੜ ਸਟੈਂਪ ਤੋਂ ਇਲਾਵਾ ਕੁਝ ਨਹੀਂ ਆ। ਦੇਖੋ ਜੇ ਐਸਾ ਨਹੀਂ ਆ ਤਾਂ ਮੈਨੂੰ ਇੱਕ ਗੱਲ ਦੱਸਣ ਆਮ ਆਦਮੀ ਪਾਰਟੀ ਵਾਲੇ ਕਿ ਰਾਘਵ ਚੱਡਾ ਜੀ ਚੰਡੀਗੜ੍ਹ ਦੇ ਵਿੱਚ ਕੀ ਕਰ ਰਹੇ ਨੇ? ਉਹ ਆਪਣਾ ਰਾਜ ਸਭਾ ਦੇ ਵਿੱਚ ਜਾ ਕੇ ਉੱਥੇ ਕੰਮ ਕਰਨ। ਹਰ ਗੱਲ ਦੇ ਵਿੱਚ ਉਹਨਾਂ ਦਾ ਦਖਲ, ਹਰ ਗੱਲ ਦੇ ਵਿੱਚ ਦਿੱਲੀ ਦਾ ਦਖਲ। ਔਰ ਸੰਗਰੂਰ ਦਾ ਇਲੈਕਸ਼ਨ, ਇਹਦਾ ਦਾ ਰਿਜ਼ਲਟ ਇਹਦੀ ਜੀਂਦੀ ਜਾਗਦੀ ਮਿਸਾਲ ਆ।
ਕਿ ਲੋਕਾਂ ਨੇ ਇਹਨਾਂ ਦੀ ਇਹਨਾਂ ਹਰਕਤਾਂ ਕਰਕੇ ਭਗਵੰਤ ਮਾਨ ਸਾਹਿਬ ਨੂੰ ਨਕਾਰ ਦਿੱਤਾ ਕਿ ਕੇਜਰੀਵਾਲ ਸਾਹਿਬ ਤਾਂ ਜੀਪ ਦੇ ਗੱਭੇ ਖੜੇ ਨੇ ਤੇ ਭਗਵੰਤ ਮਾਨ ਬਾਹਰ ਸਿਕਿਉਰਿਟੀ ਗਾਰਡ ਨੇ ਜਿਵੇਂ ਖੜੇ ਹੁੰਦੇ ਉਹ ਕਰ ਰਿਹਾ। ਚਲੋ ਇਹਦੇ ਤੇ ਵੀ ਆਪਾਂ ਗੱਲਬਾਤ ਕਰਾਂਗੇ। ਐਡਵੋਕੇਟ ਸਤਬੀਰ ਵਾਲੀਆ ਜੀ ਸਾਡੇ ਨਾਲ ਜੁੜੇ ਹੋਏ ਨੇ। ਸਤਬੀਰ ਜੀ ਸਵਾਗਤ ਹੈ ਤੁਹਾਡਾ। ਸਤਬੀਰ ਜੀ, ਐਡਵੋਕੇਟ ਜਿਨ੍ਹਾਂ ਨੂੰ ਚੁਣਿਆ ਜਾਣਾ ਚਾਹੀਦਾ ਸੀ ਉਹ ਚੁਣੇ ਗਏ ਆ ਤੇ ਸਵਾਲ ਉੱਠੇ ਆ, ਵਿਰੋਧੀ ਧਿਰਾਂ ਨੇ ਵੀ ਸਵਾਲ ਚੱਕੇ ਆ ਵੀ ਵਕੀਲ ਜਿਹੜੇ ਚੁਣੇ ਜਾਣੇ ਚਾਹੀਦੇ ਸੀਗੇ ਉਹ ਨਹੀਂ ਚੁਣੇ ਗਏ, ਜਾਂ ਉਹਨਾਂ ਨੇ ਸਰਕਾਰ ਦੇ ਖਿਲਾਫ ਹੀ ਕੇਸ ਲੜੇ ਆ ਤੇ ਹੁਣ ਉਹ ਸਰਕਾਰ ਦੇ ਵੱਲੋਂ ਕੇਸ ਕਿਵੇਂ ਲੜਨਗੇ? ਕੀ ਉਹਨਾਂ ਦੇ ਪੇਸ਼ੇ ਨੂੰ ਉਹ ਦਰਕਿਨਾਰ ਕਰਕੇ ਉਹਨਾਂ ਨੂੰ ਸਿਰਫ ਇੱਕ ਪਾਸੇ ਕਰਕੇ ਦੇਖਿਆ ਜਾ ਰਿਹਾ, ਜਾਂ ਫਿਰ ਜੋ ਗੱਲ ਉੱਠ ਰਹੀ ਹੈ, ਜੋ ਸਵਾਲ ਉੱਠ ਰਹੇ ਆ ਉਹ ਵਾਜਿਬ ਹੈ? ਦੇਖੋ ਜੀ, ਸਭ ਤੋਂ ਵੱਡੀ ਗੱਲ ਹੈ ਇੱਥੇ ਪੋਲੀਟੀਕਲ ਆਈਡੀਓਲੋਜੀ ਔਰ ਪ੍ਰੋਫੈਸ਼ਨ ਦੋ ਚੀਜ਼ਾਂ ਅਲੱਗ-ਅਲੱਗ। ਜੇ ਆਪਾਂ ਐਜ਼ ਏ ਪ੍ਰੋਫੈਸ਼ਨ ਦੀ ਗੱਲ ਕਰੀਏ ਤੇ ਕਈ ਸਾਹਿਬ ਵਧੀਆ ਕ੍ਰਿਮੀਨਲ ਲਾਇਰ ਨੇ, ਸੀਨੀਅਰ ਵਕੀਲ ਨੇ ਤੇ ਇੱਕ ਵਧੀਆ ਆਨਰੇਬਲ ਹਾਈ ਕੋਰਟ ਹੈ, ਇਸ 'ਚ ਕੋਈ ਦੋ ਰਾਏ ਨਹੀਂ। ਮੋਰ ਓਵਰ ਸਿੱਧੂ ਸਾਹਿਬ ਵੀ ਜਿਹੜੇ, ਜਿਵੇਂ ਨਾਰੰਗ ਸਾਹਿਬ ਨੇ ਪਹਿਲਾਂ ਗੱਲ ਕੀਤੀ, ਸਿੱਧੂ ਸਾਹਿਬ ਆਲ ਓਵਰ ਪੰਜਾਬ ਹਰਿਆਣਾ 'ਚ ਜੋ ਅੰਨੇ ਸਾਲਾਂ 'ਚ ਉਹਨਾਂ ਨੇ ਆਪਣੀ ਇੱਜ਼ਤ ਕਮਾਈ ਹੈ ਤੇ ਕੋਈ ਜੇ ਉਹਨਾਂ ਦਾ ਦੁਸ਼ਮਣ ਵੀ ਹੋਏਗਾ ਤਾਂ ਉਹ ਵੀ ਉਹਨਾਂ ਦੀ ਇੱਜ਼ਤ ਹੀ ਕਰੇ। ਇਸ ਲੈਵਲ ਤੇ ਉਹਨਾਂ ਦਾ ਜਿਹੜਾ ਲੋਕਾਂ 'ਚ ਪ੍ਰਭਾਵ ਹੈਗਾ ਤੇ ਪੋਲੀਟੀਕਲ ਦੇ ਨਾਲ ਪ੍ਰੈਕਟਿਸ ਦੀ ਪ੍ਰੋਫੈਸ਼ਨ ਵੀ ਬੜੇ ਐਫੀਸ਼ੀਐਂਟ ਹੈਗੇ ਸੀ ਉਹ। ਪਰ ਜਿਵੇਂ ਸਾਹਿਬ ਨੇ ਅੱਜ ਕਹਿ ਕਿ ਅਸੀਂ ਮੈਰਿਟ ਦੇ ਆਧਾਰ ਤੇ ਬਾਕੀਆਂ ਨੂੰ ਲਾਵਾਂਗੇ, ਇਹਦਾ ਮਤਲਬ ਇਹ ਗੱਲ ਤਾਂ ਕਲੀਅਰ ਹੋ ਗਈ ਕਿ ਜੋ ਰਾਘਵ ਚੱਡੇ ਤੇ ਭਗਵੰਤ ਮਾਨ ਦੀ ਲੜਾਈ ਸਾਹਮਣੇ ਆ ਰਹੀ ਸੀਗੀ ਤੇ ਜੋ ਸਾਨੂੰ ਵੀ ਲੱਗ ਰਿਹਾ ਵੀ ਸਿੱਧੂ ਸਾਹਿਬ ਨੇ ਜੋ ਰਿਜ਼ਾਈਨ ਦਿੱਤਾ ਹੈ ਕਿ ਰਾਘਵ ਚੱਡਾ ਜਿਹੜਾ ਹੈਗਾ ਉਹ ਨੌਨ ਮੈਰਿਟ, ਜਿਵੇਂ ਦਿੱਲੀ ਵਾਲੇ ਭਰਤੀ ਕੀਤੇ ਹੈ ਆਪਣਾ ਸੋਸ਼ਲ ਮੀਡੀਆ 'ਚ, ਜਾਂ ਰਾਜਸਥਾਨ ਵਾਲੇ ਭਰਤੀ ਕੀਤੇ, ਸ਼ਾਇਦ ਇਵੇਂ ਕੋਈ ਦਿੱਲੀ ਰਾਜਸਥਾਨ ਵਾਲੇ ਏਜੀ ਆਫਿਸ 'ਚ ਰਾਘਵ ਚੱਡਾ ਫਿੱਟ ਕਰਨਾ ਚਾਹੁੰਦਾ ਸੀਗਾ। ਮੈਨੂੰ ਲੱਗਦਾ ਕਿ ਰਿਵਰਟ 'ਚ ਸਿੱਧੂ ਸਾਹਿਬ ਨੇ ਰਿਜ਼ਾਈਨ ਦਿੱਤਾ ਇੱਕ ਅਣਖੀ ਪੰਜਾਬੀ ਹੋਣ ਕਰਕੇ। ਹੁਣ ਆ ਗਈ ਗੱਲ ਮੈਰਿਟ ਡੀਮੈਰਿਟ ਦੀ। ਪ੍ਰੋਫੈਸ਼ਨ ਨਹੀਂ ਮੈਂ ਦੱਸ ਸਕਦਾ ਸਾਹਿਬ ਕਿਵੇਂ ਐਫੀਸ਼ੀਐਂਟ ਹੈਗੇ, ਕੋਈ ਦੋ ਰਾਏ ਨਹੀਂ ਹੈ, ਪਰ ਪੋਲੀਟੀਕਲ ਆਈਡੀਓਲੋਜੀ ਕੀ ਹੈ। ਉਦੋਂ ਥੋੜਾ ਪਿੱਛੇ ਚੱਲੀਏ, ਜਦੋਂ ਕਾਂਗਰਸ ਦੇ ਸਮੇਂ 'ਚ 10 ਦਿਨਾਂ 'ਚ 2 ਏਜੀ ਚੇਂਜ ਹੋ ਗਏ, ਉਹਦਾ ਰੀਜ਼ਨ ਕੀ ਸੀ? ਇਹੀ ਆਮ ਆਦਮੀ ਪਾਰਟੀ, ਇਹੀ ਰਾਘਵ ਚੱਡਾ उछल के पीसियां करके कहता ਹੁੰਦਾ ਸੀਗਾ कि दयोल साहब जो है वो सैनी साहब के वकील हैं, अपना सिखों के जो वो हुआ उनके वकील हैं। भगवंत मान भी रोज उच्ची उच्ची बोलता सारी आम आदमी पार्टी रौला पाती फिरदी सीगी कि दयोल साहब सैनी साहब के वकील हैं, पर ਇੱਥੇ ਤਾਂ ਬਾਬਾ ਰਾਮ ਜੀ ਦੇ ਵਕੀਲ ਵੀ ਹੈ। ਨੋ ਡਾਊਟ ਇੱਕ ਵਕੀਲ ਜਿਹੜਾ ਵਕੀਲ ਹੈ, ਨਾਰੰਗ ਸਾਹਿਬ ਵੀ ਵਕੀਲ ਹੈ। ਪ੍ਰੋਫੈਸ਼ਨਲੀ ਅਸੀਂ ਕਿਸੇ ਦੇ ਵਕੀਲ ਹੋ ਸਕਦੇ ਹਾਂ, ਉਸ 'ਚ ਕੋਈ ਉਹ ਨਹੀਂ ਹੈਗਾ। ਪਰ ਜਦ ਤੁਸੀਂ ਪੋਲੀਟੀਕਲ ਆਈਡੀਓਲੋਜੀ ਤੇ ਆ ਜਾਂਦੇ ਫਿਰ ਤੁਸੀਂ ਖੜੋ ਤਾਂ ਸਹੀ ਨਾ ਕਿਤੇ। ਤੁਸੀਂ ਉਸ ਟਾਈਮ ਸੈਣੀ ਸਾਹਿਬ ਦੇ ਵਕੀਲ ਦਿਓਲ ਸਾਹਿਬ ਹੋਣ ਕਰਕੇ ਪੂਰਾ ਰੌਲਾ ਪਾਉਂਦੇ ਸੀਗੇ। ਇੱਥੇ ਦਾ ਜਿਹੜਾ ਡੇਰਾ ਸਾਹਿਬ ਹੈ ਇਹ ਤਾਂ ਉਹਦੇ ਵਕੀਲ ਵੀ ਨੇ, ਤਾਂ ਫਿਰ ਤੁਸੀਂ ਉਹੀ ਆਈਡੀਓਲੋਜੀ ਤੇ ਕਿਉਂ ਨਹੀਂ ਖੜਦੇ? ਆ ਕੇ ਅੱਜ ਫਿਰ ਭਗਵੰਤ ਮਾਨ ਸਾਹਿਬ ਨੇ ਕਿਹਾ ਕਿ ਵਕੀਲ ਏਜੀ ਤਾਂ ਉਹੀ ਹੋਣਗੇ, ਏਜੀ ਉਹੀ ਹੋਣਗੇ। ਮਤਲਬ ਇਹ ਹੈਗਾ ਕਿ ਹੁਣ ਭਗਵੰਤ ਮਾਨ ਸਾਹਿਬ ਬਰਗਾੜੀ ਮੋਰਚੇ ਤੇ ਜਾ ਸਕਣਗੇ। ਆਮ ਆਦਮੀ ਪਾਰਟੀ ਦਾ ਕੋਈ ਵੀ ਐਮਐਲਏ ਜਾਂ ਮੰਤਰੀ ਬਰਗਾੜੀ ਮੋਰਚੇ ਜਾ ਕੇ ਆਪਣੀ ਸ਼ਕਲ ਦਿਖਾ ਸਕਦਾ ਹੈ, ਕਿਉਂਕਿ ਆਈਡੀਓਲੋਜੀ ਕਦੀ ਕਿ ਐਡਵੋਕੇਟ ਐਕਟ ਦੇ ਅਕੋਰਡਿੰਗਲੀ ਨਾਰੰਗ ਸਾਹਿਬ ਬੜੀ ਚੰਗੀ ਤਰ੍ਹਾਂ ਜਾਣਦੇ ਆ। ਜੇ ਆਪਾਂ ਐਡਵੋਕੇਟ ਐਕਟ ਦੀ ਗੱਲ ਕਰੀਏ, ਜੇ ਅਸੀਂ ਕਿਸੇ ਦੇ ਕੋਈ ਸਾਡਾ ਕਲਾਇੰਟ ਹੁੰਦਾ ਹੈ, ਅਸੀਂ ਕਿਸੇ ਦੇ ਵਕੀਲ ਹੁੰਦੇ ਆ, ਤਾਂ ਐਡਵੋਕੇਟ ਐਕਟ ਦੇ ਅਕੋਰਡਿੰਗਲੀ ਅਸੀਂ ਉਹਦੇ ਕੇਸ 'ਚ ਉਹਦੇ ਖਿਲਾਫ ਕਿਤੇ ਪੇਸ਼ ਨਹੀਂ ਹੋ ਸਕਦੇ। ਤਾਂ ਇਹਦਾ ਮਤਲਬ ਇਹ ਹੈ ਕਿ ਬੇਅਦਬੀ ਔਰ ਬਹਿਬਲ ਦਾ ਵੱਡਾ ਮੁੱਦਾ ਉਸ 'ਚ ਸਰਕਾਰ ਹੱਥ ਖੜੇ ਕਰ ਚੁੱਕੀ ਹੈ। ਸਰਕਾਰ ਦਾ ਏਜੀ ਉਸ 'ਚ ਪੇਸ਼ ਨਹੀਂ ਹੋ ਸਕਦਾ। ਉਹ ਕਿੱਥੋਂ ਲਿਆਣਗੇ ਹੁਣ ਬੰਦੇ? ਕੋਈ ਬਾਹਰੋਂ ਲੈ ਕੇ ਆਣਗੇ ਜਾਂ ਕੋਈ ਹੋਰ ਕਿਸੇ ਨੂੰ ਪੇਸ਼ ਕਰਨਗੇ? ਕਿਉਂਕਿ ਏਜੀ ਇੱਕ, ਜਿਵੇਂ ਨਾਰੰਗ ਸਾਹਿਬ ਨੇ ਵੀ ਦੱਸਿਆ, ਉਹ ਇੱਕ ਹੈੱਡ ਹੁੰਦਾ, ਇੱਕ ਚਿਹਰਾ ਹੁੰਦਾ ਸਰਕਾਰ ਦਾ। ਜਦ ਸਰਕਾਰ ਦਾ ਵੱਡਾ ਚਿਹਰਾ, ਜਿਹੜੇ ਵੱਡੇ ਵੱਡੇ ਦਾਅਵੇ, ਸਿੱਧੂ ਸਾਹਿਬ ਤਾਂ ਡਿਸਟ੍ਰਿਕਟ ਕੋਰਟ ਜਾ ਕੇ ਪੇਸ਼ ਹੋ ਜਾਂਦੇ ਸੀਗੇ, ਤੁਸੀਂ ਦੇਖਿਆ ਹੋਣਾ ਕੈਂਸਰ ਵਾਲੇ ਕੇਸਾਂ 'ਚ। ਜੀ ਸਤਬੀਰ ਜੀ, ਤੁਹਾਡੀ ਆਵਾਜ਼ ਨਹੀਂ ਆ ਰਹੀ। ਉਹਨਾਂ ਦੀ ਕਿਤੇ ਪੇਸ਼ ਨਹੀਂ ਹੋ ਸਕਦੇ। ਉਹ ਜਦੋਂ ਕਿਤੇ ਪੇਸ਼ ਹੀ ਨਹੀਂ ਹੋ ਸਕਦੇ, ਫਿਰ ਉਹਨਾਂ ਨੇ ਤਨਖਾਹ ਦੇਣ ਨੂੰ ਰੱਖਿਆ ਹੋਇਆ, ਉਹ ਜਾਂ ਉਹਨਾਂ ਦੇ ਜੂਨੀਅਰ ਪੇਸ਼ ਹੋਣਗੇ। ਔਰ ਫਿਰ ਉਹੀ ਗੱਲ ਘੁੰਮ ਕੇ ਆ ਜਾਂਦੀ ਹੈ ਆਈਡੀਓਲੋਜੀਕਲ, ਪੋਲੀਟੀਕਲ ਆਈਡੀਓਲੋਜੀਕਲ। ਇਹਦਾ ਮਤਲਬ ਆਮ ਆਦਮੀ ਪਾਰਟੀ ਇਹ ਮੰਨ ਚੁੱਕੀ ਹੈ ਕਿ ਹੁਣ ਉਹ ਡੇਰਾ ਸਿਰਸਾ ਦੇ ਸਮਰਥਨ ਦੇ ਨਾਲ ਅੱਗੇ ਚੱਲੇਗੀ। ਉਹਨਾਂ ਨੂੰ ਪੰਜਾਬ ਦਾ ਤੇ ਪੰਜਾਬ ਦੀ ਸਿੱਖ ਜਥੇਬੰਦੀਆਂ ਦੇ ਸਾਥ ਦੀ ਲੋੜ ਨਹੀਂ ਹੈਗੀ। ਉਹ ਸਿਰਫ ਹੁਣ ਡੇਰਾ ਸਿਰਸਾ ਦੇ ਸਿਰ ਤੇ ਜਿਹੜਾ ਹੈਗਾ ਆਪਣੀ ਪੰਜਾਬ ਦੀ ਰਾਜਨੀਤੀ ਚਲਾਏਗੀ। ਇਹ ਮੈਨੂੰ ਲੱਗਦਾ ਇੱਥੋਂ ਸਾਫ਼ ਨਜ਼ਰ ਆ ਰਿਹਾ, ਜਿਹੜੇ ਅੱਜ ਵੀ ਆਮ ਆਦਮੀ ਪਾਰਟੀ ਉਸੇ ਚੀਜ਼ ਤੇ ਅੜੀ ਹੋਈ ਹੈ। ਮੈਂ ਫੇਰ ਦੁਬਾਰਾ ਕਹਿੰਦਾ ਕਿ ਕਈ ਸਾਹਿਬ ਬੜੇ ਅੱਛੇ ਪ੍ਰੋਫੈਸ਼ਨਲ ਦੀ ਐਡਵੋਕੇਟ ਨੇ। ਪ੍ਰੋਫੈਸ਼ਨ ਬਾਰੇ ਮੈਂ ਉਹਨਾਂ ਬਾਰੇ ਇੱਕ ਸ਼ਬਦ ਨਹੀਂ ਕਹੂੰਗਾ, ਪਰ ਪੋਲੀਟੀਕਲ ਜਿਹੜੀ ਆਈਡੀਓਲੋਜੀ ਆਮ ਆਦਮੀ ਪਾਰਟੀ ਦੀ ਹੈਗੀ, ਉਹਦਾ ਅੱਜ ਭਾਂਡਾ ਪੰਜਾਬ ਨੇ ਭੰਨਤੇ। ਜੀ ਸ਼ੁਕਰੀਆ ਸਤਬੀਰ ਜੀ। ਖਾਲਿਦ ਸਾਹਿਬ, ਇੱਕ ਸਵਾਲ ਤੁਹਾਡੇ ਤੋਂ ਆ, ਮੇਰਾ ਆਖਰੀ ਸਵਾਲ ਹੈ।
ਜੋ ਵੀ ਚਰਚਾ ਅਸੀਂ ਕੀਤੀ ਹੈ, ਜੋ ਅਲੱਗ-ਅਲੱਗ ਪੋਲੀਟੀਕਲ ਪਾਰਟੀਆਂ ਦੇ ਲੋਕਾਂ ਨੇ ਸਾਡੇ ਨਾਲ ਗੱਲ ਕੀਤੀ ਹੈ, ਇਹ ਸਭ ਦਾ ਕਹਿਣਾ ਹੈ ਕਿ ਆਮ ਆਦਮੀ ਪਾਰਟੀ ਦੀ ਪੰਜਾਬ ਦੀ ਸਰਕਾਰ ਉਹ ਦਿੱਲੀ ਤੋਂ ਚੱਲ ਰਹੀ ਹੈ। ਇਹੀ ਵੱਡੀ ਸਮੱਸਿਆ ਹੈ। ਕੀ ਸਾਰੀ ਸਮੱਸਿਆ ਦੀ ਜੜ ਇਹੀ ਹੈ ਜਾਂ ਕੋਈ ਹੋਰ ਸਮੱਸਿਆ ਵੀ ਹੈ ਜਿਹੜੀ ਅਸੀਂ ਦੇਖ ਨਹੀਂ ਪਾ ਰਹੇ, ਜਿਹੜੀ ਪੰਜਾਬ ਦੇ ਲੋਕ ਦੇਖ ਨਹੀਂ ਪਾ ਰਹੇ? ਨਹੀਂ, ਦੇਖੋ ਇਦਾਂ ਹੈਗਾ ਵੀ ਇਹ ਸਮੱਸਿਆ ਦਾ ਇੱਕ ਰੂਪ ਹੈਗਾ ਜਿਹੜਾ ਕਿ ਇੱਕ ਪਰਸੈਪਸ਼ਨ ਬਣਦੀ ਜਾ ਰਹੀ ਹੈ। ਦੇਖੋ, ਸਰਕਾਰਾਂ ਬਾਰੇ ਇੱਕ ਪਰਸੈਪਸ਼ਨ ਹੁੰਦੀ ਹੈ ਲੋਕਾਂ ਦੀ, ਜਿਨ੍ਹਾਂ ਨੇ ਚੁਣਿਆ। ਅਗਰ ਲੋਕਾਂ ਦੇ ਵਿੱਚੋਂ ਇਹ ਆਵਾਜ਼ ਆਣੀ ਸ਼ੁਰੂ ਹੋ ਜਾਵੇ ਕਿ ਇਹ ਸਰਕਾਰ ਜਿਹੜੀ ਹੈਗੀ ਹੈ ਦਿੱਲੀ ਦੇ ਉੱਪਰ ਡਿਪੈਂਡੈਂਟ ਹੈ ਜਾਂ ਦਿੱਲੀੋਂ ਡਿਕਟੇਸ਼ਨ ਲੈ ਰਹੀ ਹੈ, ਤਾਂ ਉਹ ਸਰਕਾਰ ਵਾਸਤੇ ਕੋਈ ਬਹੁਤ ਵਧੀਆ ਗੱਲ ਨਹੀਂ ਹੁੰਦੀ। ਇਸ ਤੋਂ ਇਲਾਵਾ ਮੈਂ ਤੁਹਾਨੂੰ ਦੱਸਦਾ ਕਿ ਇੱਕ ਤਾਂ ਇਨਐਕਸਪੀਰੀਅੰਸ ਦੀ ਗੱਲ ਹੈਗੀ ਹੈ, ਕਿਉਂਕਿ ਸਾਰੇ ਯੰਗ ਮੰਤਰੀ ਹੈਗੇ ਆ ਔਰ ਉਹਨਾਂ ਨੇ ਪਹਿਲਾਂ ਕੋਈ ਵੀ ਐਡਮਿਨਿਸਟ੍ਰੇਟਿਵ ਰਿਸਪੌਂਸਿਬਿਲਿਟੀਜ਼ ਆਪਣੀਆਂ ਨਹੀਂ ਰੱਖੀਆਂ ਹੋਈਆਂ। ਇਹ ਇੱਕ ਕਾਰਨ ਹੋ ਸਕਦਾ ਹੈ। ਦੂਸਰਾ ਇਹ ਕਾਰਨ ਹੋ ਸਕਦਾ ਹੈ ਕਿ ਉਹ ਇੰਨੀ ਜ਼ਿਆਦਾ ਪੋਲੀਟੀਕਲ ਇੰਟਰਫੇਰੈਂਸ ਕਰਨਾ ਚਾਹੁੰਦੇ ਹੋਣ ਕਿ ਬਿਊਰੋਕ੍ਰੇਸੀ ਉਹਨੂੰ ਐਕਸੈਪਟ ਨਾ ਕਰ ਰਹੀ ਹੋਵੇ, ਔਰ ਬਿਊਰੋਕ੍ਰੇਸੀ ਇਸ ਕਰਕੇ ਵੀ ਐਕਸੈਪਟ ਕਰਨਾ ਨਾ ਕਰ ਰਹੀ ਹੋਵੇ ਵੀ ਉਹਨਾਂ ਨੂੰ ਇਦਾਂ ਲੱਗਦਾ ਹੈ ਕਿ ਅਸੀਂ ਇਹ ਸਾਰੇ ਕੰਮ ਨਹੀਂ ਕਰ ਸਕਦੇ, ਤਾਂ ਵੀ ਹੋ ਸਕਦਾ ਹੈ। ਦੂਸਰੀ ਗੱਲ ਇਹ ਹੈਗੀ ਹੈ, ਤੁਸੀਂ ਇਹ ਜਿਹੜੀ ਨੌਨ ਕੋਆਪਰੇਸ਼ਨ ਹੈ ਜਾਂ ਆਪਾਂ ਇਹ ਕਹਿ ਰਹੇ ਇੱਕ ਦੂਸਰੇ ਦੇ ਉੱਪਰ ਟਰਸਟ ਡੈਫਿਸਿਟ ਹੈ ਕਿ ਮਿਲ ਕੇ ਕੰਮ ਨਹੀਂ ਕਰ ਸਕਦੇ, ਉਹ ਸਾਰੀਆਂ ਚੀਜ਼ਾਂ ਸਾਹਮਣੇ ਆ ਰਹੀਆਂ, ਜਿਹਦੀ ਵਜ੍ਹਾ ਕਰਕੇ ਆਪਾਂ ਦੇਖਦੇ ਹਾਂ ਕਿ ਜੋ ਸਿਚੁਏਸ਼ਨ ਬਣਦੀ ਜਾ ਰਹੀ ਹੈ ਉਹ ਸਿਚੁਏਸ਼ਨ ਕੋਈ ਪੰਜਾਬ ਵਾਸਤੇ ਵਧੀਆ ਨਹੀਂ ਹੈ। ਆਪਾਂ ਗੱਲ ਕਰ ਰਹੇ ਹਾਂ ਸਟੂਡੀਓ 'ਚ ਬੈਠੇ ਅਪਰ ਲੈਵਲ ਦੀ, ਲੇਕਿਨ ਇਹਦਾ ਪ੍ਰਭਾਵ ਲੋਐਸਟ ਲੈਵਲ ਤੇ ਐਡਮਿਨਿਸਟ੍ਰੇਸ਼ਨ ਤੇ ਕਿਵੇਂ ਪੈਂਦਾ ਹੈ, ਡਾਊਨ ਟੂ ਤਹਿਸੀਲਦਾਰ, ਐਸਡੀਐਮ ਆਫਿਸ, ਮਿਊਨਿਸਪਲ ਆਫਿਸ, ਹਰ ਜਗ੍ਹਾ ਦੇ ਉੱਪਰ ਇਹਦਾ ਪ੍ਰਭਾਵ ਪੈਂਦਾ ਹੈ, ਕਿਉਂਕਿ ਉੱਪਰ ਜਿਹੜੀ ਹੈਗੀ ਸਟੇਬਿਲਿਟੀ ਨਹੀਂ ਹੈ। ਉਹਦੀ ਵਜ੍ਹਾ ਕਰਕੇ ਮੈਂ ਫੇਰ ਕਹਾਂਗਾ ਕਿ ਜਿਸ ਵੇਲੇ ਅਸੀਂ ਇੱਕ ਆਰਥਿਕ ਤੰਗੀ ਔਰ ਸਿਚੁਏਸ਼ਨ ਦੇ ਵਿੱਚ ਫਸੇ ਹੋਏ ਹਾਂ, ਉਹਦੇ ਵਿੱਚ ਅਗਰ ਸਾਡੀ ਪੋਲੀਟੀਕਲ ਇਨਸਟੇਬਿਲਿਟੀ ਵੀ ਹੁੰਦੀ ਹੈ, ਉਹ ਸਾਨੂੰ ਡਬਲ ਮਾਰ ਪਊਗੀ। ਉਹ ਡਬਲ ਮਾਰ ਜਿਹੜੀ ਹੈਗੀ ਆ ਉਹ ਅਸੀਂ ਸਹਿ ਨਹੀਂ ਸਕਾਂਗੇ। ਅਲਟੀਮੇਟਲੀ ਸਰਕਾਰ ਜਾਂ ਭਗਵੰਤ ਮਾਨ ਜਾਂ ਆਮ ਆਦਮੀ ਪਾਰਟੀ ਸਰਕਾਰ ਜ਼ਿੰਮੇਵਾਰ ਕਿਹਦੇ ਪ੍ਰਤੀ ਹੈ? ਲੋਕਾਂ ਦੇ ਪ੍ਰਤੀ ਹੈ। ਅਕਾਊਂਟੇਬਲ ਕਿਹਦੇ ਪ੍ਰਤੀ ਹੈ? ਲੋਕਾਂ ਪ੍ਰਤੀ ਹੈ। ਜਿਹੜੇ ਬਾਹਰਲੇ ਬੰਦੇ ਹੈਗੇ ਆ, ਕੋਈ ਵੀ ਵਿਅਕਤੀ ਹੈਗਾ ਜਿਹੜਾ ਸਟੇਟ ਤੋਂ ਬਾਹਰਲੇ, ਜਿਹਨੇ ਲੋਕਾਂ ਦੀਆਂ ਵੋਟਾਂ ਨਹੀਂ ਲੈਤੀਆਂ ਹੋਈਆਂ, ਜਿਨ੍ਹਾਂ ਨੂੰ ਲੋਕਾਂ ਦਾ ਕੌਨਫੀਡੈਂਸ ਨਹੀਂ ਹੈ, ਅਗਰ ਉਹ ਆ ਕੇ ਡਿਕਟੇਟ ਕਰਨ ਦੀ ਕੋਸ਼ਿਸ਼ ਕਰਨਗੇ ਤਾਂ ਰਿਜ਼ੈਂਟਮੈਂਟ ਉਹਦੇ ਅਗੇਂਸਟ ਹੋਊਗੀ ਦੋ ਤਰ੍ਹਾਂ ਦੀ। ਇੱਕ ਤਾਂ ਲੋਕਾਂ ਵੱਲੋਂ ਹੋਊਗੀ, ਦੂਸਰੀਆਂ ਜਿਹੜੇ ਆਪੋਜੀਸ਼ਨ ਪਾਰਟੀਆਂ ਨੇ ਉਹ ਮੌਕਾ ਦੇਖ ਰਹੀਆਂ। ਔਰ ਤੀਸਰੀ ਮੈਂ ਤੁਹਾਨੂੰ ਗੱਲ ਕਹਾਂਗਾ ਕਿ ਤੁਸੀਂ 92 ਸੀਟਾਂ ਦੀ ਗੱਲ ਕਰ ਰਹੇ ਹੋ, 92 ਸੀਟਾਂ ਦੇ ਕੇ ਲੋਕਾਂ ਨੇ ਇੱਕ ਤਜਰਬਾ ਕੀਤਾ ਕਿ ਵੀ ਆਪਾਂ ਇੱਕ ਜਿਹੜੀਆਂ ਪੁਰਾਣੀਆਂ ਧਿਰਾਂ ਹੈਗੀਆਂ ਉਹਨਾਂ ਨੂੰ ਛੱਡ ਕੇ ਇੱਕ ਨਵਾਂ ਐਕਸਪੈਰੀਮੈਂਟ ਕਰਦੇ ਹਾਂ। ਅਗਰ ਇਹ ਐਕਸਪੈਰੀਮੈਂਟ ਜਿਹੜਾ ਹੈਗਾ ਉਹ ਫੇਲ ਹੁੰਦਾ ਹੈ ਜਾਂ ਪ੍ਰੋਪਰ ਸਰਕਾਰਾਂ ਨਹੀਂ ਚੱਲਦੀਆਂ, ਤਾਂ ਬੈਕਲੈਸ਼ ਵੀ ਉਨਾ ਹੀ ਜ਼ਬਰਦਸਤ ਹੋਣ ਦੀ ਸੰਭਾਵਨਾ ਹੈ, ਕਿਉਂਕਿ ਲੋਕਾਂ ਨੇ ਕਹਿਣਾ ਹੈ ਕਿ ਅਸੀਂ ਏਡਾ ਵੱਡਾ ਫਤਵਾ ਜਾਂ ਮੈਂਡੇਟ ਦਿੱਤੀ, ਲੇਕਿਨ ਉਸ ਮੈਂਡੇਟ ਦੀ ਨਿਰਾਦਰੀ ਬੇਇੱਜ਼ਤੀ ਹੋਈ ਹੈ ਕਿ ਤੁਸੀਂ ਬਜਾਏ ਕਿ ਆਪਣਾ ਦਿਮਾਗ ਇਸਤੇਮਾਲ ਕਰੋ, ਤੁਸੀਂ ਅਗਰ ਇੰਪੋਰਟਡ ਬਾਹਰੋਂ ਲਿਆ ਕੇ ਡਿਕਟੇਸ਼ਨ ਲੈਣੀ ਹੈ ਤਾਂ ਉਹ ਸਾਨੂੰ ਐਕਸੈਪਟੇਬਲ ਨਹੀਂ ਹੈ। ਔਰ ਖਾਸ ਤੌਰ ਪਰ ਜਿੰਨੀਆਂ ਸਕੀਮਾਂ ਗੌਰਮੈਂਟ ਦੀਆਂ, ਜਿੰਨੀਆਂ ਗੌਰਮੈਂਟ ਦੇ ਕੰਮ ਕਰਨੇ ਸੀਗੇ, ਚਾਹੇ ਸਿਹਤ ਨੂੰ ਲੈ ਲਓ, ਸਕੂਲਾਂ ਨੂੰ ਲੈ ਲਓ, ਉਹ ਸਾਰੀਆਂ ਚੀਜ਼ਾਂ ਵੀ ਜਿਹੜੀਆਂ ਹੈਗੀਆਂ ਖਤਮ ਹੋ ਜਾਣਗੀਆਂ। ਮੈਂ ਤੁਹਾਨੂੰ ਇੱਕ ਲਾਸਟ ਦੇ ਵਿੱਚ ਗੱਲ ਕਹਿਣਾ ਕਿ ਹੁਣ ਜਿਸ ਵੇਲੇ ਵਿਧਾਨ ਸਭਾ ਦਾ ਸੈਸ਼ਨ ਹੋਇਆ, ਉਹਦੇ ਵਿੱਚ ਉਹਨਾਂ ਨੇ ਕਿਹਾ ਜੀ ਕਿ ਅਸੀਂ UGC ਦੇ ਗ੍ਰੇਡ ਜਿਹੜੇ ਹੈਗੇ ਆ ਉਹ ਅਸੀਂ ਦੇ ਰਹੇ ਹਾਂ ਕਾਲਜ ਦੇ ਤੇ ਯੂਨੀਵਰਸਿਟੀ ਟੀਚਰਾਂ ਨੂੰ, ਲੇਕਿਨ ਹਜੇ ਤੱਕ ਨੋਟੀਫਿਕੇਸ਼ਨ ਨਹੀਂ ਆਇਆ ਹੈ। ਜਦ ਕਿ ਹਿਮਾਚਲ ਗਵਰਨਮੈਂਟ ਜਿਹੜੀ ਉਸ ਵੇਲੇ ਗ੍ਰੇਡ ਦਿੰਦੀ ਸੀ ਜਿਸ ਵੇਲੇ ਪੰਜਾਬ ਦਿੰਦਾ ਥਾ, ਅੱਜ ਹਿਮਾਚਲ ਦੀ ਕੈਬਨਿਟ ਨੇ ਆਪਣੇ ਆਪ ਨੂੰ ਪੰਜਾਬ ਤੋਂ ਡਿਸਐਫੀਲੀਏਟ ਕਰਦੇ ਹੋਏ ਆਪਣੇ ਜਿਹੜੇ ਹੈਗੇ ਆ EMPLOYEES ਸਾਰਿਆਂ ਨੂੰ, ਕਾਲਜ ਤੇ ਯੂਨੀਵਰਸਿਟੀ ਦੇ ਟੀਚਰ, ਉਹਨਾਂ ਨੂੰ ਗ੍ਰੇਡ ਦੇ ਦਿੱਤੇ, ਜਦ ਕਿ ਹਮੇਸ਼ਾ DA ਸਾਨੂੰ ਮਿਲਦਾ ਸੀਗਾ ਪੰਜਾਬ ਨੂੰ, ਉਸ ਤੋਂ ਬਾਅਦ ਹਿਮਾਚਲ ਵਾਲੇ ਉਸੇ ਚਿੱਠੀ ਦੇ ਉੱਪਰ DA ਦਿੰਦੇ ਸੀਗੇ, ਸਾਰਾ ਕੁਝ ਉਸ ਤਰ੍ਹਾਂ ਸੀਗਾ, ਉਹ ਸਾਰਾ ਖਤਮ ਹੋ ਗਿਆ। ਇਹਦਾ ਮਤਲਬ ਸਾਡਾ ਜਿਹੜਾ ਹੈਗਾ ਉਹ ਰੁਤਬਾ, ਉਹ ਜਿਹੜਾ ਸਾਡਾ ਇੱਕ ਰੀਜਨਲ ਵੱਡੇ ਬ੍ਰਦਰ ਦੀ ਭੂਮਿਕਾ, ਉਹ ਵੀ ਖਤਮ ਹੁੰਦੀ ਜਾ ਰਹੀ ਹੈ। ਇਹ ਸਾਰੀਆਂ ਚੀਜ਼ਾਂ ਤਦ ਹੀ ਹੈ ਕਿਉਂਕਿ ਸਰਕਾਰ ਜਿਹੜੀ ਹੈਗਾ ਉਹਨੂੰ ਕੁਇਕਲੀ ਜਾਂ ਸੁਚੱਜੇ ਢੰਗ ਦੇ ਨਾਲ ਕੰਮ ਕਰਨ ਦੇ ਵਿੱਚ ਕਿਤੇ ਨਾ ਕਿਤੇ ਔਕੜ ਆ ਰਹੀ ਹੈ, ਆਪਣੀ ਵਜ੍ਹਾ ਕਰਕੇ ਜਾਂ ਬਾਹਰਲੀ ਵਜ੍ਹਾ ਕਰਕੇ। ਇਹਦੇ ਬਾਰੇ ਤਾਂ ਸਰਕਾਰ ਜ਼ਿਆਦਾ ਜਾਣਦੀ ਹੈ, ਲੇਕਿਨ ਪਬਲਿਕ ਪਰਸੈਪਸ਼ਨ ਇਹੀ ਬਣ ਰਹੀ ਹੈ ਕਿ ਸਰਕਾਰ ਬਾਹਰੋਂ ਡਿਕਟੇਸ਼ਨ ਲੈ ਕੇ ਚੱਲ ਰਹੀ ਹੈ। ਜੀ,
ਇੱਕ ਪਾਸੇ ਆਮ ਲੋਕਾਂ ਦੀ ਪਰਸੈਪਸ਼ਨ ਬਣ ਰਹੀ ਹੈ ਤੇ ਦੂਜੇ ਪਾਸੇ ਆਮ ਲੋਕਾਂ ਦੇ ਵਿੱਚ ਡਰ ਵੀ ਵੱਧ ਰਿਹਾ, ਚਾਹੇ ਉਹ ਆਮ ਕਰਮਚਾਰੀ ਹੋਣ, ਚਾਹੇ ਆਮ ਅਧਿਕਾਰੀ ਹੋਣ ਜਾਂ ਆਮ ਬਿਜ਼ਨਸਮੈਨ ਹੋਣ। ਹਰ ਕਿਸੇ ਨੂੰ ਡਰ ਹੈ ਕਿ ਜੇ ਪੰਜਾਬ ਦੇ ਵਿੱਚ ਇਸੇ ਤਰ੍ਹਾਂ ਉਥਲ-ਪੁਥਲ ਹੁੰਦੀ ਰਹੀ ਤੇ ਕਿਤੇ ਨਾ ਕਿਤੇ ਅਸੀਂ ਇਕਨੋਮਿਕਲੀ ਵੀਕ ਹੋਵਾਂਗੇ, ਇਕਨੋਮਿਕ ਸਾਨੂੰ ਘਾਟੇ ਪੈਣਗੇ ਤੇ ਉਹਦੀ ਮਾਰ ਪੰਜਾਬ ਸ਼ਾਇਦ ਝੱਲਣ ਲਈ ਅੱਜ ਤਿਆਰ ਨਹੀਂ ਹੈ। ਤੇ ਇਸ ਤਰ੍ਹਾਂ ਦੇ ਹੋਰ ਵੀ ਮੁੱਦਿਆਂ ਤੇ ਡਿਸਕਸ ਕਰਾਂਗੇ ਤੇ ਜਾਣਾਂਗੇ ਕਿ ਅਸਲ ਪੰਜਾਬ ਦੇ ਮੁੱਦੇ ਕਿਹੜੇ ਨੇ ਤੇ ਉਹਨਾਂ ਦਾ ਹੱਲ ਕੀ ਹੋਣਾ ਚਾਹੀਦਾ। ਪਾਰਟੀਆਂ ਤੋਂ ਉੱਪਰ ਉੱਠ ਕੇ ਪੰਜਾਬ ਦੇ ਲੀਡਰਾਂ ਨੂੰ ਕੀ ਕਰਨਾ ਚਾਹੀਦਾ ਤੇ ਪੰਜਾਬ ਦੇ ਆਮ ਲੋਕਾਂ ਨੂੰ ਕੀ ਮਿਲਣਾ ਚਾਹੀਦਾ। ਇਸੇ ਤਰ੍ਹਾਂ ਦੇਖਦੇ ਰਹੋ ਪੰਜਾਬ ਟੁਡੇ। ਸਤਿ ਸ਼੍ਰੀ ਅਕਾਲ।